हेलो गुड मॉर्निंग एवरीबडी। ठीक ठाक हो सारे? यस यस प्लीज स्टार्ट। ओके ओके, सॉरी फॉर द इनकन्वीनियंस। नो एजुकेटर नॉट रनिंग लेट, टेक्निकल इश्यूज आर देयर। जस्ट स्कोर। ठीक है जी, ठीक है जी। प्लीज़ प्लीज़ जल्दी जल्दी शेयर करो, सारों ਨੂੰ बुला लो। ठीक है, 5 मिनट आप ऑलरेडी लेट आ। चलो चलो, ठीक है जी, ठीक है। सत श्री अकाल जी सारों ਨੂੰ, गुड मॉर्निंग एवरीबडी। 10 दिन कुछ फर्क से। ठीक है जी, ठीक है ठीक है ठीक है। चलो चलो, अच्छी जी। ठीक है जी, ठीक है जी। वेलकम है सारे गिल फंटोर ते जी। हेलो 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 एवरीबडी। हेलो हेलो निधि, हेलो दीपिका दीपिका, हेलो रमन। नहीं बफरिंग तो नहीं हो रही मेरे एंड तो प्रिया, बफरिंग थोड़े एंड तो हो रही होनी है। प्लीज़ इशू करो, रेक्टिफाई करो इशू ਨੂੰ। ठीक है ठीक है ठीक है। चलो चलो ठीक है जी। गुड मॉर्निंग एवरीबडी अगेन। स्टार्ट करते हैं ਆਪਾਂ ਲੈਕਚਰ। ਦੇਖੋ ਆਪਣੇ ਦੋ ਕਲਾਸਿਸ ਹੋ ਚੁੱਕੀਆਂ ਨੇ ਪੋਲਿਟੀ ਦੀਆਂ। ਇਹ ਆਪਣੇ ਡੈਮੋ ਕਲਾਸਿਸ ਚੱਲ ਰਹੀਆਂ ਨੇਗੀਆਂ। ਠੀਕ ਹੈ, ਇਹ ਆਪਾਂ ਰੈਂਡਮ ਟੌਪਿਕਸ ਕਵਰ ਕਰ ਰਹੇ ਹਾਂ। ਦੇਖੋ ਆਡੀਬਲ ਆ ਨਾ, ਪਹਿਲਾਂ ਮੈਂ ਆਡੀਬਲ ਆ ਨਾ, ਮੈਂ ਸਾਰੇ ਇੱਕ ਵਾਰ ਕਮੈਂਟ ਕਰ ਦਿਓ ਆਡੀਬਲ ਆ ਨਾ। हेलो हेलो अनु, हेलो हरप्रीत। बिल्कुल बिल्कुल। चलो बस ਹੁਣ ਗੱਲਾਂ ਬੰਦ ਕਰੋ ਤੇ ਇੱਕ ਵਾਰੀ ਮੈਨੂੰ ਦੱਸ ਦਿਓ ਮੈਂ ਆਡੀਬਲ ਹਾਂ, ਫਿਰ ਆਪਾਂ ਲੈਕਚਰ ਸਟਾਰਟ ਕਰ ਲਈਏ। ओके ओके अंकुर, ओके ठीक है जी, ठीक है ठीक है ठीक है। यस सर ओके। ठीक है जी। ਆਪਣੀ ਦੋ ਕਲਾਸਿਸ ਹੋ ਚੁੱਕੀਆਂ ਜੀ ਡੈਮੋ ਦੀਆਂ ਪੋਲਿਟੀ ਦੀ, ਕਲਾਸ 1 ਕਲਾਸ 2। ਠੀਕ ਹੈ ਨਾ, ਆਪਾਂ ਨੇ ਉਸ ਦੇ ਵਿੱਚ ਜਿਹੜੇ ਇੰਪੋਰਟੈਂਟ ਪਾਰਟਸ ਸੀਗੇ ਕਨਸਟੀਟਿਊਸ਼ਨ ਦੇ ਸ਼ਡਿਊਲ ਸੀਗੇ। ਠੀਕ ਹੈ, ਤੇ ਹੋਰ ਦੋ ਤਿੰਨ ਟੌਪਿਕਸ ਕੀਤੇ ਸੀ ਜਿਵੇਂ ਕਿ ਸੇਲੀਐਂਟ ਫੀਚਰਸ ਵਗੈਰਾ। ਠੀਕ ਹੈ, ਅੱਜ ਦਾ ਆਪਣਾ ਟੌਪਿਕ ਹੋਣ ਵਾਲਾ ਹੈ ਫੰਡਾਮੈਂਟਲ ਰਾਈਟਸ। ਦੇਖੋ ਅਗੇਨ ਮੈਂ ਤੁਹਾਨੂੰ ਰਿਮਾਈਂਡ ਕਰਵਾ ਦੇਵਾਂ, ਆਪਣਾ ਜਿਹੜਾ ਇਹ ਕੋਰਸ ਚੱਲ ਰਿਹਾ ਹੈ, ਜਿਹੜਾ ਫ੍ਰੀ ਕੋਰਸ ਚੱਲ ਰਿਹਾ ਹੈ, ਇਹ ਆਪਾਂ ਕੁਝ ਇੰਪੋਰਟੈਂਟ ਚੀਜ਼ਾਂ ਕਰ ਰਹੇ ਹਾਂ। ਠੀਕ ਹੈ, ਪੋਲਿਟੀ ਦੇ ਵਿੱਚੋਂ ਜਿਹੜੀਆਂ ਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੋ ਸਕਦੀਆਂ ਨੇ, ਔਰ ਉਹ ਚੀਜ਼ਾਂ ਜਿਹੜੀਆਂ ਕਿ ਜ਼ਿਆਦਾਤਰ ਸਟੂਡੈਂਟਸ ਨੂੰ ਔਖੀਆਂ ਲੱਗਦੀਆਂ ਨੇ, ਖੁਦ ਸਮਝਣ ਖੁਦ ਪੜ੍ਹਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਤਾਂ ਇੱਥੇ ਆਪਣਾ ਇਹੀ ਏਮ ਹੈ ਕਿ ਉਹ ਚੀਜ਼ਾਂ ਨੂੰ ਥੋੜ੍ਹਾ ਸਿੰਪਲੀਫਾਈ ਕਰਕੇ ਤੁਹਾਡੇ ਅੱਗੇ ਪ੍ਰੈਜੈਂਟ ਕੀਤਾ ਜਾਵੇ। ਠੀਕ ਹੈ ਨਾ, ਚੀਜ਼ਾਂ ਤਾਂ ਦੇਖੋ ਉਹੀ ਨੇਗੀਆਂ ਜਿਹੜੀਆਂ ਬੁੱਕਸ ਦੇ ਵਿੱਚ ਨੇ। ਕੰਮ ਕੀ ਹੋ ਜਾਂਦਾ ਐਜੂਕੇਟਰ ਦਾ ਕਿ ਤੁਹਾਨੂੰ ਥੋੜ੍ਹਾ ਈਜ਼ੀ ਕਰਕੇ ਚੀਜ਼ਾਂ ਨੂੰ ਡਿਲੀਵਰ ਕਰ ਦੇਗਾ। ਠੀਕ ਹੈ ਨਾ, ਇਹੀ ਆਪਣੀ ਕੋਸ਼ਿਸ਼ ਹੋਏਗੀ ਹਮੇਸ਼ਾ। ਠੀਕ ਹੈ, ਅੱਛਾ ਇਸ ਤੋਂ ਬਾਅਦ ਹੋਰ ਇਸ ਡੈਮੋ ਕਲਾਸਿਸ ਤੋਂ ਬਾਅਦ, ਠੀਕ ਹੈ, ਹਫ਼ਤੇ ਦੀ ਆਪਾਂ ਡੈਮੋ ਕਲਾਸਿਸ ਰੱਖਾਂਗੇ ਐਟਲੀਸਟ। ਉਸ ਤੋਂ ਬਾਅਦ ਆਪਾਂ ਇੱਕ ਨਵਾਂ ਕੋਰਸ ਸਟਾਰਟ ਕਰਨ ਜਾ ਰਹੇ ਹਾਂ, ਜਿਹੜਾ ਕਿ ਐਕਸਾਈਜ਼ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਵੀ, ਈਵਨ ਹੋਰ ਜਿਹੜੇ ਐਗਜ਼ਾਮਸ ਇਨ ਕਮਿੰਗ ਐਗਜ਼ਾਮਸ ਨੇ ਜਿਹੜੇ ਕਿ ਫਿਊਚਰ ਦੇ ਵਿੱਚ ਆਉਣ ਵਾਲੇ ਨੇਗੇ, ਤਾਂ ਉਹਨਾਂ ਸਾਰੇ ਐਗਜ਼ਾਮਸ ਵਾਸਤੇ ਇੱਕ ਡੈਡੀਕੇਟਡ ਕੋਰਸ ਆਪਾਂ ਤਿਆਰ ਕਰ ਰਹੇ ਹਾਂ। ਠੀਕ ਹੈ, ਜਿਸ ਦੇ ਵਿੱਚ ਕਿ 0 ਤੋਂ ਲੈ ਕੇ 100 ਲੈਵਲ ਤੱਕ ਆਪਾਂ ਹਰ ਚੀਜ਼ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਨਾ, ਬਾਕੀ ਸਾਰੀਆਂ ਡਿਟੇਲਸ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਮਿਲ ਜਾਣਗੀਆਂ। ਠੀਕ ਹੈ ਨਾ, ਬਿਲਕੁਲ ਬਿਲकुल। ਹਾਂ ਅੱਛਾ, ਉਸ ਤੋਂ ਬਿਨਾਂ ਪੇਡ ਕੋਰਸ ਤੋਂ ਬਿਨਾਂ ਵੀ ਅਗਰ ਤੁਹਾਡੇ ਕੋਈ ਹੋਰ ਸਪੈਸ਼ਲ ਡਾਊਟਸ ਹੈਗੇ ਨੇ, ਤੁਸੀਂ ਇੱਕ ਵਾਰ ਕਮੈਂਟ ਕਰ ਦਿਆ ਕਰੋ। ਮੈਂ ਕੋਈ ਹੋਰ ਡੈਡੀਕੇਟਡ ਵੀਡੀਓ ਉਸ ਲਈ ਬਣਾ ਦਿਆ ਕਰਾਂਗਾ। ਠੀਕ ਹੈ, ਫ੍ਰੀ ਦੇ ਵਿੱਚ ਹੀ ਬਣਾ ਦਿਆ ਕਰਾਂਗਾ, ਉਹ ਕੋਈ ਇਸ਼ੂ ਨਹੀਂ ਹੈ। ਨਮਸਤੇ ਜੀ, ਨਮਸਤੇ। ਠੀਕ ਹੈ ਜੀ, ਗੁੱਡ ਮॉर्निंग पवन, गुड मॉर्निंग। ठीक है जी, ठीक है। चलो ठीक है, फंडामेंटल राइट्स आप स्टार्ट करते हैं लैक्चर अपना। फंडामेंटल राइट्स देखो, एक बार तो पहला तो ਜਿਹੜੇ फंडामेंटल राइट्स ने ਆਪਾਂ ਨੂੰ ਪਤਾ ਕਨਸਟੀਟਿਊਸ਼ਨ ਦੇ ਕੁਝ ਪਾਰਟਸ ਨੇ। ਠੀਕ ਹੈ ਨਾ, ਆਪਾਂ ਨੇ 25 ਪਾਰਟਸ ਡਿਸਕਸ ਕੀਤੇ ਸੀਗੇ। ਤਾਂ ਜਿਹੜਾ ਫੰਡਾਮੈਂਟਲ ਰਾਈਟਸ ਹੈ ਇਹ ਪਾਰਟ ਥਰਡ ਦੇ ਵਿੱਚ ਆਉਂਦਾ। ਠੀਕ ਹੈ ਨਾ, ਦੇਖੋ ਪਾਰਟ 1 ਦੇ ਵਿੱਚ ਆਪਾਂ ਨੇ ਕੀ ਕੀਤਾ ਸੀ, ਯੂਨੀਅਨ ਐਂਡ ਇਟਸ ਟੈਰੀਟਰੀਜ਼। ਠੀਕ ਹੈ ਨਾ, ਪਾਰਟ 1 ਦੇ ਵਿੱਚ। ਪਾਰਟ 2 ਦੇ ਵਿੱਚ ਕੀ ਕੀਤਾ ਸੀ ਆਪਾਂ ਨੇ, ਜਿਹੜੇ ਕਿ ਸਿਟੀਜ਼ਨਸ਼ਿਪ ਦੇ ਨਾਲ ਰਿਲੇਟਡ ਚੀਜ਼ਾਂ ਸੀਗੀਆਂ। ਪਾਰਟ 3 ਦੇ ਵਿੱਚ ਕੀ ਹੈ, ਫੰਡਾਮੈਂਟਲ ਰਾਈਟਸ ਨੇ ਜਿਹੜੀਆਂ। ਠੀਕ ਹੈ ਨਾ, ਫੰਡਾਮੈਂਟਲ ਰਾਈਟਸ, ਇਹਨਾਂ ਦੇ ਆਰਟੀਕਲਸ ਕਿਹੜੇ ਕਿਹੜੇ ਨੇ, ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ, ਇਹ ਆਪਣੇ ਫੰਡਾਮੈਂਟਲ ਰਾਈਟਸ ਨੇ। ਠੀਕ ਹੈ ਨਾ, ਅੱਛਾ ਫੰਡਾਮੈਂਟਲ ਰਾਈਟਸ ਆਪਾਂ ਨੇ USA ਤੋਂ ਬੋਰੋ ਕੀਤੇ ਨੇ। ਠੀਕ ਹੈ ਨਾ, ਅਮਰੀਕਾ ਤੋਂ ਬੋਰੋ ਕੀਤੇ ਨੇਗੇ। ਠੀਕ ਹੈ ਜੀ, ਠੀਕ ਹੈ। ਚਲੋ ਗੁੱਡ ਮॉर्निंग। ਹੁਣ ਤੁਸੀਂ ਲੈਕਚਰ 'ਤੇ ਧਿਆਨ ਦਿਓ ਬਸ। USA ਤੋਂ ਬੋਰੋ ਕੀਤੇ ਨੇ, ਇਹ ਵੀ ਕੁਐਸਚਨ ਕਾਫੀ ਇੰਪੋਰਟੈਂਟ ਬਣ ਜਾਂਦਾ। ਦੇਖੋ ਆਪਾਂ ਨੇ ਨਾ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਕਿ ਦੂਸਰੇ ਕੌਨਸਟੀਟਿਊਸ਼ਨ ਤੋਂ ਬੋਰੋ ਕੀਤੀਆਂ ਨੇਗੀਆਂ। ਠੀਕ ਹੈ ਨਾ, ਤਾਂ ਉਹ ਇੱਕ ਡਿਫਰੈਂਟ ਟੌਪਿਕ ਹੈ, ਸੈਪਰੇਟ ਟੌਪਿਕ ਹੈ, ਉਹ ਆਪਾਂ ਅੱਛੀ ਤਰ੍ਹਾਂ ਉਹ ਵੀ ਕਰਾਂਗੇ। ਠੀਕ ਹੈ ਨਾ, ਬਟ ਜਿਵੇਂ ਜਿਵੇਂ ਲੈਕਚਰ ਦੇ ਵਿੱਚ ਚੀਜ਼ਾਂ ਆ ਰਹੀਆਂ ਨੇਗੀਆਂ, ਜਿਵੇਂ ਹੁਣ ਫੰਡਾਮੈਂਟਲ ਰਾਈਟਸ ਹੈ, ਤਾਂ ਮੈਂ ਤੁਹਾਨੂੰ ਨਾਲ ਵੀ ਦੱਸਦਾ ਜਾ ਰਿਹਾ ਕਿ ਆਪਾਂ ਨੇ USA ਤੋਂ ਬੋਰੋ ਕੀਤੀਆਂ, ਅਮਰੀਕਾ ਤੋਂ ਬੋਰੋ ਕੀਤੀਆਂ। ਅਮਰੀਕਾ ਦੇ ਵਿੱਚ ਬਿਲ, ਚਲੋ ਕੋਈ ਗੱਲ ਨਹੀਂ, ਹਾਂ ਠੀਕ ਹੈ, USA ਦੇ ਵਿੱਚ ਬੋਰੋ ਕੀਤੀ। ਠੀਕ ਹੈ, ਮੈਂਟ ਫॉर ਪ੍ਰਮੋਟਿੰਗ ਆਈਡੀਅਲ ਆਫ ਪੋਲੀਟੀਕਲ ਡੈਮੋਕ੍ਰੇਸੀ।
ठीक है ना। अपनी देखो डेमोक्रेसी दो तरह की होंगी है, एक पॉलिटिकल डेमोक्रेसी, एक सोशल तो इकनॉमिक डेमोक्रेसी, ठीक है ना। ਜਿਹੜੀ ਆਪਣੀਆਂ ਫੰਡਾਮੈਂਟਲ ਰਾਈਟਸ ਨੇ ਉਹ ਪੋਲੀਟੀਕਲ ਡੈਮੋਕ੍ਰੇਸੀ ਨੂੰ ਇਨਸ਼ੋਰ ਕਰਦੀਆਂ ਨੇ। ਪੋਲੀਟੀਕਲ ਡੈਮੋਕ੍ਰੇਸੀ ਮੈਂ ਕਿਵੇਂ ਕਹਾਂਗੇ ਵੀ ਜੇ ਆਪਾਂ ਨੂੰ ਸਾਰਿਆਂ ਨੂੰ ਇਕੁਅਲ ਵੋਟਿੰਗ ਰਾਈਟਸ ਨੇਗੀਆਂ, ਠੀਕ ਹੈ ਨਾ, ਇਕੁਐਲਿਟੀ ਹੈ, ਰਾਈਟ ਟੂ ਇਕੁਐਲਿਟੀ ਹੈ, ਆਰਟੀਕਲ 15 ਹੈ, ਅੱਗੇ ਆਪਾਂ ਪੜ੍ਹਾਂਗੇ ਹੁਣ। ਇਹ ਸਾਰਾ ਕੁਛ ਪੋਲੀਟੀਕਲ ਡੈਮੋਕ੍ਰੇਸੀ ਨੂੰ ਸਿਗਨੀਫਾਈ ਕਰਦਾ। ਜਿਹੜੀ ਸੋਸ਼ਲ ਅਤੇ ਇਕਨੋਮਿਕ ਡੈਮੋਕ੍ਰੇਸੀ ਹੈ ਉਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਲੋਕਾਂ ਨੂੰ ਪਤਾ ਵੀ ਹੋਏਗਾ, DPSPs ਨੇਗੀਆਂ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਉਹ ਆਪਣੀ ਸੋਸ਼ਲ ਅਤੇ ਇਕਨੋਮਿਕ ਡੈਮੋਕ੍ਰੇਸੀ ਨੂੰ ਸਿਗਨੀਫਾਈ ਕਰਦੀਆਂ ਨੇ। ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਆਪਣੀ ਪੋਲੀਟੀਕਲ ਡੈਮੋਕ੍ਰੇਸੀ ਨੂੰ ਸਿਗਨੀਫਾਈ ਕਰਦੀਆਂ ਨੇ, ਠੀਕ ਹੈ। ਚਲੋ ਕੁਛ ਵੀ ਤੁਹਾਨੂੰ ਨਾ ਸਮਝ ਆਏ ਨਾਲ ਦੇ ਨਾਲ ਕਮੈਂਟ ਕਰ ਦਿਆ ਕਰੋ, ਕੋਈ ਇਸ਼ੂ ਨਹੀਂ ਹੈ, ਠੀਕ ਹੈ। 12 ਤੋਂ 35 ਬਿਲकुल बिल्कुल। रमन जी स्टडी क्योंकि टाइम ही होता। 75% गवर्नमेंट एक्ट 1935, 25% बोरो कॉन्स्टिट्यूशन, बिल्कुल बिल्कुल नहीं। देखो एज सच जस्ट कोर परसेंटेज कोई नहीं हैगी, बट ठीक है हाँ मैक्सिमम चीज़ा ने ਜਿਹੜੀਆਂ कि ਆਪਾਂ ਨੇ गवर्नमेंट ऑफ इंडिया एक्ट 1935 ਤੋਂ बोरो ਕੀਤੀਆਂ ਨੇਗੀਆਂ, ਠੀਕ ਹੈ ਨਾ। ਚਲੋ ਨੇਮਡ, ਸੋ ਨੇਮਡ ਮਤਲਬ ਫੰਡਾਮੈਂਟਲ ਰਾਈਟਸ ਹੀ ਕਿਉਂ ਕਿਹਾ ਜਾਂਦਾ ਇਹਨਾਂ ਨੂੰ, ਠੀਕ ਹੈ ਨਾ, ਕਿਉਂਕਿ ਇਹ ਗਰੰਟੀਡ ਐਂਡ ਪ੍ਰੋਟੈਕਟਡ ਬਾਏ ਦਾ ਕੌਨਸਟੀਟਿਊਸ਼ਨ, ਆਪਣੇ ਸੰਵਿਧਾਨ ਦੇ ਦੁਆਰਾ ਇਹ ਇਨਸ਼ੋਰ ਕੀਤੀਆਂ ਗਈਆਂ ਨੇ। ਸੰਵਿਧਾਨ ਕੀ ਹੈ? ਇੱਕ ਫੰਡਾਮੈਂਟਲ ਲਾਅ ਆਫ ਦਾ ਲੈਂਡ ਹੈਗਾ, ਠੀਕ ਹੈ ਨਾ, ਆਪਣੇ ਦੇਸ਼ ਦਾ ਇੱਕ ਫੰਡਾਮੈਂਟਲ ਲਾਅ ਹੈਗਾ ਜਿਹੜਾ ਕਿ ਸੰਵਿਧਾਨ ਹੈ ਆਪਣਾ। ਇਸੇ ਕਰਕੇ ਕਿਉਂਕਿ ਇਹ ਜਿਹੜੀਆਂ ਰਾਈਟਸ ਨੇ ਇਹ ਸੰਵਿਧਾਨ ਦੇ ਵਿੱਚ ਨੇ, ਇਸੇ ਕਰਕੇ ਇਹਨਾਂ ਰਾਈਟਸ ਨੂੰ ਵੀ ਫੰਡਾਮੈਂਟਲ ਰਾਈਟਸ ਹੀ ਕਿਹਾ ਜਾਣ ਲੱਗਿਆ। ਅੱਛਾ, ਫੰਡਾਮੈਂਟਲ ਕਹਿਣ ਦਾ ਇੱਕ ਹੋਰ ਵੀ ਰੀਜ਼ਨ ਇਹ ਹੈਗਾ ਕਿ ਇਨਸਾਨ ਨੂੰ, ਕਿਸੇ ਵੀ ਸਿਟੀਜ਼ਨ ਨੂੰ ਆਪਣੀ ਲਾਈਫ ਨੂੰ ਇੱਕ ਮੀਨਿੰਗਫੁਲ ਤਰੀਕੇ ਨਾਲ ਜੀਣ ਵਾਸਤੇ ਇਹ ਜਿਹੜੇ ਰਾਈਟਸ ਨੇ ਬਹੁਤ ਫੰਡਾਮੈਂਟਲ ਨੇ ਉਸ ਵਾਸਤੇ। ਇਸੇ ਕਰਕੇ ਵੀ ਇਹਨਾਂ ਨੂੰ फंडामेंटल राइट्स कहा जाने लग गया। अपने लिए क्लास लेते हैं इसलिए आप लिए लाइक कर दिया करो। बिल्कुल बिल्कुल अंकुर, लाइक कर दिया करो, अप्रीशिएट कर दिया करो थोड़ा थोड़ा। देखो बाकी मतलब मैं बिलीव नहीं करता कि मैं मंग के लाइक्स लवां, ठीक है ना। ਤੁਹਾਨੂੰ अच्छा लगता ਤੁਸੀਂ अपने आप लाइक कर दोगे, कोई इशू नहीं है उस, ठीक है ना, कोई गल नहीं। चलो इसेंशियल फॉर ऑल अराउंड डिवेलपमेंट, ठीक है ना, इंसान के ऑल राउंड डिवेलपमेंट वास्ते भी जरूरी नहीं है ਜਿਹੜੇ फंडामेंटल राइट्स ने, ठीक है ना। अगेन मैं ਤੁਹਾਨੂੰ रिमाइंड करवा रहा, ये ਆਪਾਂ ਜਿਹੜੇ पॉलिटी के कुछ मेन टॉपिक्स कर रहे हैं ਜਿਹੜੇ कि इंपोर्टेंट टॉपिक्स ने, ठीक है ना। चलो ओरिजिनल ਜਿਹੜੀਆਂ ਰਾਈਟਸ ਸੀਗੀਆਂ ਪਹਿਲਾਂ ਉਹ 7 ਰਾਈਟਸ ਸੀਗੀਆਂ, ਠੀਕ ਹੈ ਨਾ। ਜਿਹੜੀ ਉਦੋਂ ਕੀ ਕੌਨਸਟੀਟਿਊਸ਼ਨ ਬਣਿਆ 1950 ਦੇ ਵਿੱਚ, ਉਦੋਂ 7 ਰਾਈਟਸ ਸੀਗੀਆਂ ਫੰਡਾਮੈਂਟਲ ਰਾਈਟਸ। ਬਟ ਉਸ ਤੋਂ ਬਾਅਦ ਜਿਹੜਾ ਰਾਈਟ ਟੂ ਪ੍ਰੋਪਰਟੀ ਹੈ ਉਹਨੂੰ ਰਿਪੀਲ ਕਰ ਦਿੱਤਾ ਗਿਆ, ਉਹਨੂੰ ਡਿਲੀਟ ਕਰ ਦਿੱਤਾ ਗਿਆ। ਮਤਲਬ ਫੰਡਾਮੈਂਟਲ ਰਾਈਟ ਨਹੀਂ ਹੈਗੀ ਹੁਣ ਇਸ ਜਿਹੜੀ ਰਾਈਟ ਟੂ ਪ੍ਰੋਪਰਟੀ ਹੈ, ਸਿਰਫ ਇੱਕ ਲੀਗਲ ਰਾਈਟ ਹੈ। ਦੇਖੋ ਫੰਡਾਮੈਂਟਲ ਰਾਈਟ ਅਤੇ ਲੀਗਲ ਰਾਈਟ ਦੋਨਾਂ ਵਿੱਚ ਡਿਫਰੈਂਸ ਹੈਗਾ। ਫੰਡਾਮੈਂਟਲ ਰਾਈਟਸ ਸਿਰਫ ਉਹ ਰਾਈਟਸ ਨੇ ਜਿਹੜੀਆਂ ਕਿ ਆਰਟੀਕਲ 12 ਤੋਂ 35 ਦੇ ਵਿੱਚ ਹੀ ਅਵੇਲੇਬਲ ਨੇਗੀਆਂ, ਠੀਕ ਹੈ ਨਾ। ਸਿੰਪਲ ਜੀ ਗੱਲ ਹੈ, ਬਿਲਕੁਲ ਬੇਸਿਕ ਜੀ ਗੱਲ ਹੈਗੀ ਕਿ ਇਸੇ ਚੈਪਟਰ ਦੇ ਵਿੱਚ ਪਾਰਟ 3 ਦੇ ਵਿੱਚ ਜਿਹੜੀਆਂ ਰਾਈਟਸ ਲਿਖੀਆਂ ਹੋਈਆਂ ਨੇ ਸਿਰਫ ਉਹਨਾਂ ਨੂੰ ਹੀ ਆਪਾਂ ਫੰਡਾਮੈਂਟਲ ਰਾਈਟਸ ਕਹਾਂਗੇ, ਠੀਕ ਹੈ ਨਾ। ਇਹਨਾਂ ਆਰਟੀਕਲਸ ਤੋਂ ਬਿਨਾਂ 12 ਤੋਂ 35 ਤੋਂ ਬਿਨਾਂ ਅਗਰ ਕੋਈ ਹੋਰ ਰਾਈਟ ਕਿਸੇ ਹੋਰ ਆਰਟੀਕਲ ਦੇ ਵਿੱਚ ਹੈਗੀ ਹੈ ਤਾਂ ਉਸ ਨੂੰ ਅਸੀਂ ਫੰਡਾਮੈਂਟਲ ਰਾਈਟਸ ਨਹੀਂ ਕਹਾਂਗੇ, ਲੀਗਲ ਰਾਈਟ ਕਹਿ ਦਾਂਗੇ ਜਾਂ ਫਿਰ ਕੌਨਸਟੀਟਿਊਸ਼ਨਲ ਰਾਈਟ ਕਹਿ ਦਾਂਗੇ, ਕਿਉਂਕਿ ਫਿਰ ਵੀ ਉਹ ਕੌਨਸਟੀਟਿਊਸ਼ਨ ਦੇ ਵਿੱਚ ਹੀ ਹੈ। ਜਿਵੇਂ ਕਿ ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ ਆਰਟੀਕਲ 300A ਹੈ ਜਿਹੜਾ, ਇਹ ਹੁਣ ਕੌਨਸਟੀਟਿਊਸ਼ਨਲ ਰਾਈਟ ਹੈਗਾ, ਲੀਗਲ ਰਾਈਟ ਹੈਗਾ, ਬਟ ਫੰਡਾਮੈਂਟਲ ਰਾਈਟ ਨਹੀਂ ਹੈਗਾ ਕਿਉਂਕਿ ਇਹ 12 ਤੋਂ 35 ਦੇ ਵਿੱਚ ਨਹੀਂ ਆਉਂਦਾ, ਠੀਕ ਹੈ ਨਾ। ਇਹ ਕਦੋਂ ਹੋਇਆ, ਕਿਵੇਂ ਹੋਇਆ ਸੀਗਾ ਇਹ? ਕਿਉਂਕਿ ਆਪਾਂ ਨੇ ਕਹਿ ਰਹੇ ਵੀ ਪਹਿਲਾਂ ਜਿਹੜੀਆਂ ਰਾਈਟਸ ਸੀਗੀਆਂ 7 ਸੀਗੀਆਂ ਫੰਡਾਮੈਂਟਲ ਰਾਈਟਸ, ਹੁਣ 6 ਨੇਗੀਆਂ। ਇਹ 7 ਤੋਂ 6 ਕਦੋਂ ਬਣੀਆਂ? 44th ਕੰਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਨਾਲ, ਠੀਕ ਹੈ ਨਾ। ਜਦੋਂ ਐਮਰਜੈਂਸੀ ਤੋਂ ਬਾਅਦ ਮੁਰਾਰਜੀ ਦੇਸਾਈ ਗਵਰਨਮੈਂਟ ਆਈ ਸੀ ਤਾਂ ਉਹਨਾਂ ਨੇ ਇਹ ਅਮੈਂਡਮੈਂਟ ਲੈ ਕੇ ਆਂਦੀ, ਠੀਕ ਹੈ। ਫੰਡਾਮੈਂਟਲ ਰਾਈਟ ਪ੍ਰੋਪਰਟੀ ਨੂੰ ਫੰਡਾਮੈਂਟਲ ਰਾਈਟ ਤੋਂ ਜਗ੍ਹਾ ਸਿਰਫ ਇੱਕ ਲੀਗਲ ਰਾਈਟ ਬਣਾ ਦਿੱਤਾ ਗਿਆ ਸੀਗਾ। ਲੀਗਲ ਰਾਈਟ ਅਤੇ ਕੌਨਸਟੀਟਿਊਸ਼ਨਲ ਰਾਈਟ ਦੇ ਵਿੱਚ ਵੈਰੀ ਗੁੱਡ ਯਾਰ, ਮੈਨੂੰ ਅੱਛਾ ਲੱਗਦਾ ਗੀਤਾ, ਵੈਰੀ ਗੁੱਡ ਕੁਐਸਚਨ। ਦੇਖੋ ਲੀਗਲ ਰਾਈਟ ਤਾਂ ਉਹ ਵੀ ਹੋ ਸਕਦੀ ਹੈਗੀ, ਆਲ ਕੌਨਸਟੀਟਿਊਸ਼ਨਲ ਰਾਈਟਸ ਆਰ ਲੀਗਲ ਰਾਈਟਸ। ਜਿਹੜੀ ਕੋਈ ਹਰ ਰਾਈਟ ਕੌਨਸਟੀਟਿਊਸ਼ਨ ਦੇ ਵਿੱਚ ਹੈਗੀ ਹੈ ਉਹ ਲੀਗਲ ਰਾਈਟ ਵੀ ਹੈਗੀ ਹੈ। ਪਹਿਲੀ ਗੱਲ, ਹਰ ਲੀਗਲ ਰਾਈਟ ਕੌਨਸਟੀਟਿਊਸ਼ਨਲ ਰਾਈਟ ਨਹੀਂ ਹੈਗੀ, ਠੀਕ ਹੈ ਨਾ। ਮੰਨ ਲਓ ਹੁਣ ਆਰਟੀਕਲ 300A ਮੈਂ ਦੱਸ ਰਿਹਾ ਤੁਹਾਨੂੰ, ਠੀਕ ਹੈ। ਇਹ ਕੌਨਸਟੀਟਿਊਸ਼ਨਲ ਰਾਈਟ ਵੀ ਹੈਗੀ ਹੈ ਅਤੇ ਲੀਗਲ ਰਾਈਟ ਵੀ ਹੈਗੀ ਹੈ, ਠੀਕ ਹੈ ਨਾ। ਕੌਨਸਟੀਟਿਊਸ਼ਨਲ ਰਾਈਟ ਕਿਉਂ ਹੈ? ਕਿਉਂਕਿ ਇਹ ਕੌਨਸਟੀਟਿਊਸ਼ਨ ਦੇ ਵਿੱਚ ਹੈਗੀ ਆ, ਆਰਟੀਕਲ ਆਪਾਂ ਨੂੰ ਦੱਸ ਰਿਹਾ ਵੀ ਇਹ ਇਸ ਕੌਨਸਟੀਟਿਊਸ਼ਨ ਦੇ ਵਿੱਚ ਹੈਗੀ ਹੈ, ਠੀਕ ਹੈ ਨਾ। ਲੀਗਲ ਰਾਈਟ ਉਹ ਹੁੰਦੀ ਹੈਗੀ ਜਿਹੜੀ ਕੌਨਸਟੀਟਿਊਸ਼ਨ ਦੇ ਵਿੱਚ ਨਾ ਹੋਵੇ ਬਟ ਕਿਸੇ ਲਾਅ ਦੇ ਨਾਲ ਬਣਾਈ ਗਈ ਹੋਵੇ, ਠੀਕ ਹੈ ਨਾ। ਕਿਸੇ ਹੋਰ ਕੋਈ ਕਾਨੂੰਨ ਬਣਾਤਾ ਪਰ ਉਹ ਸੰਵਿਧਾਨ ਦੇ ਵਿੱਚ ਨਹੀਂ ਹੈਗੀ ਤਾਂ ਉਹ ਲੀਗਲ ਰਾਈਟ। ਲੀਗਲ ਦਾ ਮਤਲਬ ਕੀ ਹੈ? ਕਾਨੂੰਨੀ, ਕਿਸੇ ਕਾਨੂੰਨ ਦੁਆਰਾ ਬਣਾਈ ਗਈ ਰਾਈਟ, ਠੀਕ ਹੈ ਨਾ। ਕੌਨਸਟੀਟਿਊਸ਼ਨਲ ਰਾਈਟ ਕਿਹੜੀ ਹੋਊਗੀ? ਜਿਹੜੀ ਕੌਨਸਟੀਟਿਊਸ਼ਨ ਦੇ ਵਿੱਚ ਹੈਗੀ ਹੈ, ਇਹੀ ਫਰਕ ਹੈ। ਤਾਂ ਅਗੇਨ ਮੈਂ ਤੁਹਾਨੂੰ ਦੱਸ ਰਿਹਾ, ਜਿਹੜੀ ਸਮਰੀ ਦੱਸ ਰਿਹਾ ਕਿ ਹਰ ਜਿਹੜੀ ਕੌਨਸਟੀਟਿਊਸ਼ਨਲ ਰਾਈਟ ਹੈ ਉਹ ਲੀਗਲ ਰਾਈਟ ਵੀ ਹੋਊਗੀ ਬਟ ਹਰ ਲੀਗਲ ਰਾਈਟ ਕੌਨਸਟੀਟਿਊਸ਼ਨਲ ਰਾਈਟ ਨਹੀਂ ਹੋਊਗੀ, ਠੀਕ ਹੈ। प्रॉपर्टी एक लीगल राइट है, बिल्कुल बिल्कुल, राइट टू प्रॉपर्टी इज अ लीगल राइट, आर्टिकल 300 है, ठीक है जी। चलो नेक्स्ट, ਹੁਣ ਆਰਟੀਕਲ 12 ਤੋਂ 35 ਦੀ ਆਪਾਂ ਗੱਲ ਕਰ ਰਹੇ ਹਾਂ ਫੰਡਾਮੈਂਟਲ ਰਾਈਟਸ ਦੀ, ਠੀਕ ਹੈ। ਪਾਰਟ 3 ਹੈ, ਇਹ ਪਾਰਟਸ ਬਹੁਤ ਜ਼ਰੂਰੀ ਨੇ। ਅਗਰ ਕਿਸੇ ਨੂੰ ਪਾਰਟਸ ਬਾਰੇ ਕਨਫਿਊਜ਼ਨ ਹੈ ਤਾਂ ਲਾਸਟ ਲੈਕਚਰ ਤੁਸੀਂ ਲਗਾ ਸਕਦੇ ਹੋ, ਕਲਾਸ 1 ਔਰ ਕਲਾਸ 2 ਦੇ ਵਿੱਚ ਆਪਾਂ ਨੇ ਪਾਰਟਸ ਬਾਰੇ ਡਿਸਕਸ ਕੀਤਾ ਹੈਗਾ, ਠੀਕ ਹੈ ਨਾ।
पार्ट थर्ड है जो फंडामेंटल राइट्स है, इंस्पिरेशन फ्रॉम यूएसए, आइडिया ऑफ पॉलिटिकल डेमोक्रेसी आप पढ़ चुके हैं, ठीक है ना। प्रिवेंट्स अथॉरिटेरियन रूल, अथॉरिटेरियन रूल मतलब की हैगा भी जिमें कोई तानाशाही नहीं चलेगी, ठीक है ना, तानाशाही नहीं हैगी। डेमोक्रेसी ਦੇ ਵਿੱਚ ਸਾਰਿਆਂ ਨੂੰ ਰਾਈਟਸ ਦਿੱਤੇ ਗਏ ਨੇ, ਤਾਂ ਫੰਡਾਮੈਂਟਲ ਰਾਈਟਸ ਇਹੀ ਚੀਜ਼ ਇਨਸ਼ੋਰ ਕਰਦੇ ਨੇ ਕਿ ਤਾਨਾਸ਼ਾਹੀ ਨਾ ਰਹੇ, ਠੀਕ ਹੈ। ਓਕੇ ਗੀਤਾ, ਪਲੀਜ਼ ਕੋਈ ਵੀ ਡਾਊਟਸ ਹੈ ਨਾਲ ਦੇ ਨਾਲ ਕਮੈਂਟ ਕਰੋ, ਨਾਲ ਦੇ ਨਾਲ ਤੁਹਾਨੂੰ ਸੋਲੂਸ਼ਨ ਮਿਲੇਗਾ। ਇਹੀ ਇਹ ਪਰਪਸ ਆਪਣਾ ਲਾਈਵ ਸੈਸ਼ਨ ਲੈਣ ਦਾ, ਠੀਕ ਹੈ ਨਾ। ਅਦਰਵਾਈਜ਼ ਤੁਸੀਂ ਰਿਕਾਰਡਡ ਵੀਡੀਓਜ਼ ਐਨ ਨੰਬਰ ਆਫ ਰਿਕਾਰਡਡ ਵੀਡੀਓਜ਼ ਪਈਆਂ ਨੇ YouTube 'ਤੇ, ਤੁਸੀਂ ਦੇਖ ਸਕਦੇ ਹੋ, ਬਟ ਲਾਈਵ ਸੈਸ਼ਨ ਲੈਣ ਦਾ ਇਹੀ ਪਰਪਸ ਹੁੰਦਾ ਹੈ ਕਿ ਆਪਾਂ ਘੱਟ ਲੋਕਾਂ ਨਾਲ ਬੈਠ ਕੇ ਉਹਨਾਂ ਦੇ ਡਾਊਟਸ ਨੂੰ ਜ਼ਿਆਦਾ ਅੱਛੀ ਤਰ੍ਹਾਂ ਡਿਲੀਵਰ ਕਰ ਪਾਈਏ, ਠੀਕ ਹੈ। ਇਹੀ ਚੀਜ਼ ਹੁੰਦੀ ਹੈ। ਅਥੋਰੀਟੇਰੀਅਨ ਰੂਲ ਹੈ ਪ੍ਰੀਵੈਂਟਸ ਅਥੋਰਿਟੀ, ਮਤਲਬ ਅਗਰ ਫੰਡਾਮੈਂਟਲ ਰਾਈਟਸ ਨੇ ਤਾਂ ਤਾਨਾਸ਼ਾਹੀ ਨਹੀਂ ਹੋਏਗੀ, ਇੱਕ ਲੋਕਤੰਤਰ ਵਜੋਂ ਦੇਸ਼ ਚੱਲੇਗਾ, ਠੀਕ ਹੈ। ਨੇਮਡ ਗਰੰਟਿਡ, ਅਗੇਨ ਉਹੀ ਗੱਲ ਹੈ ਵੀ ਇਹਨਾਂ ਨੂੰ ਕਿਉਂਕਿ ਇਹ ਕਨਸਟੀਟਿਊਸ਼ਨ ਦੇ ਵਿੱਚ ਦਿੱਤੇ ਗਏ ਨੇ ਤਾਂ ਹੀ ਇਹਨਾਂ ਨੂੰ ਫੰਡਾਮੈਂਟਲ ਰਾਈਟਸ ਕਿਹਾ ਗਿਆ, ਠੀਕ ਹੈ। ਹੁਣ ਫੀਚਰਸ ਦੀ ਗੱਲ ਕਰੀਏ, ਇਹਨਾਂ ਦੇ ਲੱਛਣ ਕੀ ਨੇਗੇ, ਕਰੈਕਟਰਿਸਟਿਕਸ ਕਿਹੜੀਆਂ ਨੇ ਫੰਡਾਮੈਂਟਲ ਰਾਈਟਸ ਦੀਆਂ, ਠੀਕ ਹੈ ਨਾ। ਕੁਝ ਜਿਹੜੀਆਂ ਫੰਡਾਮੈਂਟਲ ਰਾਈਟਸ ਨੇ ਉਹ ਸਿਰਫ ਔਰ ਸਿਰਫ ਸਿਟੀਜ਼ਨਸ ਨੂੰ ਅਵੇਲੇਬਲ ਨੇਗੀਆਂ, ਠੀਕ ਹੈ ਨਾ, ਓਨਲੀ ਟੂ ਸਿਟੀਜ਼ਨਸ। ਮਤਲਬ ਕੀ ਹੈ, ਜਿਹੜੇ ਦੇਸ਼ ਦੇ ਨਾਗਰਿਕ ਨੇ, ਭਾਰਤ ਦੇ ਨਾਗਰਿਕ ਨੇ, ਸਿਰਫ ਉਹਨਾਂ ਨੂੰ ਹੀ ਅਵੇਲੇਬਲ ਨੇ। ਕੁਝ ਰਾਈਟਸ ਇੱਦਾਂ ਦੇ, ਦੇਖੋ 12 ਤੋਂ 35 ਦੇ ਵਿੱਚ ਆਪਾਂ ਰਾਈਟਸ ਕਰ ਰਹੇ ਹਾਂ ਨਾ, ਤਾਂ 12 ਤੋਂ 35 ਦੇ ਵਿੱਚ ਕੁਝ ਰਾਈਟਸ ਇੱਦਾਂ ਦੇ ਨੇ ਜਿਹੜੀਆਂ ਸਿਰਫ ਸਿਟੀਜ਼ਨਸ ਨੂੰ ਅਵੇਲੇਬਲ ਨੇ। ਕੁਝ ਇੱਦਾਂ ਨੇ ਜਿਹੜੀਆਂ ਸਾਰਿਆਂ ਨੂੰ ਅਵੇਲੇਬਲ ਨੇ, ਚਾਹੇ ਕੋਈ ਫੋਰਨਰ ਆਪਣੇ ਦੇਸ਼ ਦੇ ਵਿੱਚ ਆ ਰਿਹਾ, ਅਮਰੀਕਨ ਆ ਰਿਹਾ, ਕੋਈ ਬ੍ਰਿਟਿਸ਼ਰ ਆ ਰਿਹਾ, ਠੀਕ ਹੈ ਨਾ, ਤਾਂ ਉਹਨਾਂ ਨੂੰ ਵੀ ਅਵੇਲੇਬਲ ਹੋਣਗੀਆਂ ਉਹ ਰਾਈਟਸ। ਕੁਝ ਰਾਈਟਸ ਇੱਦਾਂ ਦੀਆਂ ਨੇ, ਕੁਝ ਸਿਰਫ ਇੰਡੀਅਨ ਸਿਟੀਜ਼ਨਸ, ਠੀਕ ਹੈ ਨਾ। ਨੋਟ ਐਬਸੋਲੂਟ, ਐਬਸੋਲੂਟ ਨਹੀਂ ਹੈਗੀ। ਹੁਣ ਆਪਾਂ ਗੱਲ ਕਰੀਏ ਕਿ ਰਾਈਟ ਟੂ ਫਰੀडम ਆਫ ਸਪੀਚ ਦੀ ਗੱਲ ਕਰ ਰਹੇ ਹਾਂ, ਆਰਟੀਕਲ 19 ਦੀ ਮੈਂ, ਠੀਕ ਹੈ। ਆਰਟੀਕਲ 19 ਹੈ ਇੱਕ, ਅੱਗੇ ਵੀ ਪੜਾਂਗੇ ਆਪਾਂ, ਉਹ ਹੈਗਾ ਰਾਈਟ ਟੂ ਫਰੀडम ਆਫ ਸਪੀਚ, ਮਤਲਬ ਮੈਨੂੰ ਬੋਲਣ ਦੀ ਆਜ਼ਾਦੀ ਹੈਗੀ ਹੈ, ਠੀਕ ਹੈ। ਹੁਣ ਬੋਲਣ ਦੀ ਆਜ਼ਾਦੀ ਤਾਂ ਹੈਗੀ ਹੈ ਮੈਨੂੰ, ਠੀਕ ਹੈ, ਬਟ ਇੱਦਾਂ ਨਹੀਂ ਹੈਗਾ ਮੈਂ ਕੁਛ ਵੀ ਬੋਲੀ ਜਾਵਾਂ, ਕਿਸੇ ਦੇ ਖਿਲਾਫ ਬੋਲਾਂ ਜਾਂ ਕਿਸੇ ਨੂੰ ਕ੍ਰਿਟੀਸਾਈਜ਼ ਕਰਾਂ ਜਾਂ ਕਿਸੇ ਜੱਜਿਸ ਨੂੰ ਕ੍ਰਿਟੀਸਾਈਜ਼ ਕਰਾਂ, ਤਾਂ ਮੇਰੇ ਕੋਲ ਮੈਨੂੰ ਮੇਰੀਆਂ ਡਿਊਟੀਜ਼ ਬਣਦੀਆਂ ਨੇ, ਮੇਰੀਆਂ ਕੁਛ ਨਾ ਕੁਛ ਰੀਜ਼ਨੇਬਲ ਰਿਸਟ੍ਰਿਕਸ਼ਨਸ ਨੇਗੀਆਂ, ਠੀਕ ਹੈ ਨਾ। ਮੈਂ ਬਿਨਾਂ ਸੋਚੇ ਸਮਝੇ ਕੁਛ ਨਹੀਂ ਬੋਲ ਸਕਦਾ, ਮੈਨੂੰ ਸੋਚਣਾ ਪਏਗਾ ਕਿ ਮੈਂ ਕਿਸੇ ਨੂੰ ਹਰਟ ਨਹੀਂ ਕਰ ਰਿਹਾ, ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਨਹੀਂ ਕਰ ਰਿਹਾ, ਕਿਸੇ ਧਰਮ ਦੇ ਖਿਲਾਫ ਨਹੀਂ ਬੋਲ ਰਿਹਾ, ਕਿਸੇ ਜਾਤੀ ਦੇ ਖਿਲਾਫ ਨਹੀਂ ਬੋਲ ਰਿਹਾ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ, ਤਾਂ ਹੀ ਕਿਹਾ ਜਾਂਦਾ ਹੈ ਕਿ ਜਿਹੜੀ ਫੰਡਾਮੈਂਟਲ ਰਾਈਟਸ ਨੇ ਉਹ ਐਬਸੋਲੂਟ ਨਹੀਂ ਹੈਗੀਆਂ, ਨੋਟ ਐਬਸੋਲੂਟ। ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਕੁਛ ਨਾ ਕੁਛ ਤੁਹਾਨੂੰ ਰਿਸਟ੍ਰਿਕਸ਼ਨਸ ਲਗਾਉਣੀਆਂ ਪੈਣੀਆਂ ਉਸ ਚੀਜ਼ 'ਤੇ, ਇਹੀ ਚੀਜ਼ ਕਹਿੰਦੀ ਹੈ ਚੀਜ਼, ਠੀਕ ਹੈ। ਅਡੋਪਟਡ ਬਾਈ ਪਟੇਲ, ਉਸ ਨੂੰ ਮੈਗਨਾ ਕਾਰਟਾ, ਹਾਂ ਬਿਲਕੁਲ ਮੈਗਨਾ ਕਾਰਟਾ ਆਫ ਇੰਡੀਅਨ ਕਨਸਟੀਟਿਊਸ਼ਨ ਹੁੰਦਾ ਹੈ, ਕਿਹਾ ਜਾਂਦਾ ਫੰਡਾਮੈਂਟਲ ਰਾਈਟਸ ਨੂੰ, ਠੀਕ ਹੈ। ਮੋਸਟ ਅਵੇਲੇਬਲ ਅਗੇਂਸਟ ਦਾ ਸਟੇਟ, ਠੀਕ ਹੈ ਨਾ। ਮੈਕਸਿਮਮ ਜਿਹੜੀਆਂ ਰਾਈਟਸ ਨੇ ਉਹ ਅਗੇਂਸਟ ਦਾ ਸਟੇਟ, ਦੇਖੋ ਧਿਆਨ ਨਾਲ ਸਮਝਣ ਵਾਲੀ ਚੀਜ਼ ਹੈਗੀ, ਠੀਕ ਹੈ ਨਾ। ਹੁਣ ਦੇਖੋ ਆਰਟੀਕਲ ਆਪਾਂ ਇਕੁਐਲਿਟੀ ਦੀ ਗੱਲ ਕਰਦੇ ਹਾਂ, ਆਰਟੀਕਲ 14 ਹੈਗਾ ਇਕੁਐਲਿਟੀ, ਠੀਕ ਹੈ ਨਾ, ਰਾਈਟ ਟੂ ਇਕੁਐਲਿਟੀ। ਹੁਣ ਇਕੁਐਲਿਟੀ ਦੀ ਮੰਗ ਆਪਾਂ ਕਿੱਥੋਂ ਕਰ ਸਕਦੇ ਹਾਂ, ਠੀਕ ਹੈ ਨਾ, ਸਰਕਾਰ ਤੋਂ ਹੀ ਕਰਾਂਗੇ ਨਾ, ਕਿਸੇ ਪ੍ਰਾਈਵੇਟ ਬੰਦੇ ਤੋਂ ਤਾਂ ਨਹੀਂ ਕਰਾਂਗੇ ਨਾ। ਹੁਣ ਰੈਜ਼ਰਵੇਸ਼ਨ ਦੀ ਆਪਾਂ ਗੱਲ ਕਰੀਏ, ਰੈਜ਼ਰਵੇਸ਼ਨ ਸਰਕਾਰੀ ਜਿਹੜੇ ਡਿਪਾਰਟਮੈਂਟਸ ਨੇ ਉਹ ਦੇਣਗੇ। ਹੁਣ ਆਪਾਂ ਇਹ ਤਾਂ ਨਹੀਂ ਐਕਸਪੈਕਟ ਕਰ ਸਕਦੇ ਕਿ ਜਿਹੜੇ ਪ੍ਰਾਈਵੇਟ ਕੰਪਨੀਜ਼ ਨੇ ਉਹ ਵੀ ਰੈਜ਼ਰਵੇਸ਼ਨ ਦੇਣ, ਹੈ ਨਾ, ਠੀਕ ਹੈ ਨਾ, ਇਹ ਚੀਜ਼ ਨਹੀਂ ਹੈਗੀ। ਤਾਂ ਜਿਹੜੀਆਂ ਰਾਈਟਸ ਨੇਗੀਆਂ ਉਹ ਅਵੇਲੇਬਲ ਅਗੇਂਸਟ ਦਾ ਸਟੇਟ ਨੇ, ਸਟੇਟ ਮਤਲਬ ਸਰਕਾਰ, ਤੁਸੀਂ ਸਮਝ ਸਕਦੇ ਹੋ ਇੱਕ ਵਾਰੀ ਲਈ, ਠੀਕ ਹੈ ਨਾ। ਕਿ ਜਿਹੜੀ ਕੁਛ ਰਾਈਟਸ ਨੇ ਉਹ ਪ੍ਰਾਈਵੇਟ ਇੰਡੀਵਿਜੂਅਲਸ ਦੇ ਅਗੇਂਸਟ ਵੀ ਹੈਗੀਆਂ ਨੇ ਅਵੇਲੇਬਲ, ਪ੍ਰਾਈਵੇਟ ਇੰਡੀਵਿਜੂਅਲਸ ਮਤਲਬ ਆਮ ਲੋਕਾਂ ਦੇ ਖਿਲਾਫ ਵੀ, ਜਿਵੇਂ ਤੁਸੀਂ ਮੰਨ ਲਓ ਅਨਟੱਚੇਬਿਲਿਟੀ, ਆਰਟੀਕਲ 17 ਹੈਗਾ। ਅੱਗੇ ਆਪਾਂ ਸਾਰੇ ਆਰਟੀਕਲਸ ਡਿਟੇਲ ਦੇ ਵਿੱਚ ਪੜਾਂਗੇ, ਤੁਹਾਨੂੰ ਮੈਂ ਇੱਕ ਵਾਰ ਸਮਝਾਉਣ ਲਈ ਦੱਸ ਰਿਹਾ। ਆਰਟੀਕਲ 17 ਹੈ ਜਿਹੜਾ ਅਨਟੱਚੇਬਿਲਿਟੀ ਹੈ, ਮਤਲਬ ਛੂਆ-ਛੂਤ। ਹੁਣ ਜਿਹੜੇ ਛੂਆ-ਛੂਤ ਹੈ ਉਹ ਕੋਈ ਆਮ ਬੰਦਾ ਵੀ ਕਰ ਸਕਦਾ, ਠੀਕ ਹੈ ਨਾ। ਤਾਂ ਜਿਹੜੀਆਂ ਇੱਦਾਂ ਦੀਆਂ ਰਾਈਟਸ ਨੇਗੀਆਂ ਉਹ ਆਮ ਬੰਦਿਆਂ ਦੇ ਖਿਲਾਫ ਵੀ ਅਵੇਲੇਬਲ ਹੈਗੀਆਂ ਨੇ। ਮਤਲਬ ਮੰਨ ਲਓ ਮੈਂ ਪਿਛੜੀ ਜਾਤੀ ਦਾ ਨੂੰ ਬਿਲੋਂਗ ਕਰਦਾ, ਠੀਕ ਹੈ, ਤਾਂ ਮੇਰੇ ਨਾਲ ਅਗਰ ਕੋਈ ਅਨਟੱਚੇਬਿਲਿਟੀ ਕਰ ਰਿਹਾ, ਕੋਈ ਪ੍ਰਾਈਵੇਟ ਬੰਦਾ ਕਰ ਰਿਹਾ, ਤਾਂ ਮੈਂ ਪੁਲਿਸ ਕੋਲ ਜਾ ਸਕਦਾ, ਸਰਕਾਰ ਕੋਲ ਜਾ ਸਕਦਾ, ਕੋਰਟ ਦੇ ਵਿੱਚ ਜਾ ਸਕਦਾ ਕਿ ਮੇਰੇ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਨੇ, ਠੀਕ ਹੈ ਨਾ। ਹੁਣ ਅਗਰ ਮੈਨੂੰ ਕਿਸੇ ਨੇ ਪ੍ਰਾਈਵੇਟ ਕੰਪਨੀ ਨੇ ਮੈਨੂੰ ਜੋਬ ਦੇਣ ਤੋਂ ਇਨਕਾਰ ਕਰਤਾ, ਕਿ ਤੁਸੀਂ ਕੋਟਾ ਦੇਣ ਤੋਂ ਇਨਕਾਰ ਕਰਤਾ, ਫਿਰ ਮੈਂ ਸਰਕਾਰ ਕੋਲ ਨਹੀਂ ਜਾ ਸਕਦਾ, ਫਿਰ ਮੈਂ ਕੋਰਟ ਦੇ ਵਿੱਚ ਨਹੀਂ ਜਾ ਸਕਦਾ ਕਿ ਮੈਨੂੰ ਕੋਈ ਪ੍ਰਾਈਵੇਟ ਕੰਪਨੀ ਮੈਨੂੰ ਕੋਟਾ ਕਿਉਂ ਨਹੀਂ ਦੇ ਰਹੀ ਹੈਗੀ, ਮੈਂ ਪਿਛੜੀ ਜਾਤੀ ਤੋਂ ਬਿਲੋਂਗ ਕਰਦਾ। ਇਹ ਚੀਜ਼ ਨਹੀਂ ਹੁੰਦੀ, ਠੀਕ ਹੈ ਨਾ। ਤਾਂ ਕੁਛ ਜਿਹੜੀਆਂ ਹੈਗੀਆਂ ਨੇ ਉਹ ਪ੍ਰਾਈਵੇਟ ਇੰਡੀਵਿਜੂਅਲਸ ਦੇ ਅਗੇਂਸਟ ਹੈਗੀਆਂ ਨੇ, ਕੁਛ ਨੇ ਸਿਰਫ ਸਟੇਟ ਦੇ ਅਗੇਂਸਟ ਹੈਗੀਆਂ ਨੇ ਜਿਹੜੀਆਂ ਅਵੇਲੇਬਲ ਨੇ ਫੰਡਾਮੈਂਟਲ ਰਾਈਟਸ। ਕਲੀਅਰ ਹੈ? ਪਲੀਜ਼ ਇੱਕ ਵਾਰ ਕਮੈਂਟ ਕਰ ਦਿਓ ਇਹ ਚੀਜ਼ ਕਲੀਅਰ ਹੈਗੀ ਕਿ ਫੰਡਾਮੈਂਟਲ ਰਾਈਟਸ ਅਵੇਲੇਬਲ ਅਗੇਂਸਟ ਦਾ ਸਟੇਟ ਔਰ ਅਗੇਂਸਟ ਦਾ ਪ੍ਰਾਈਵੇਟ ਇੰਡੀਵਿਜੂਅਲ। ਇਹ ਚੀਜ਼ ਇਹਨਾਂ ਦੇ ਵਿੱਚ ਡਿਫਰੈਂਸ ਕਲੀਅਰ ਹੋ ਗਿਆ? ਪਲੀਜ਼ ਇੱਕ ਵਾਰ ਕਮੈਂਟ ਕਰ ਦਿਓ। ਇਕੁਐਲਿਟੀ ਬਿਫੋਰ ਲਾਅ, ਯੈਸ ਸਰ, ਫੰਡਾਮੈਂਟਲ ਰਾਈਟਸ ਆਰ ਨੈਗੇਟਿਵ ਇਨ नेचर, DSP DPSP इज पॉजिटिव। बिल्कुल अमन, बिल्कुल। चलो ਸਮ ਨੈਗੇਟਿਵ ਨੇ, ਦੈਟ ਇਜ਼ ਲਿਮਿਟ ਦਾ ਸਟੇਟ ਐਕਸ਼ਨਸ। ਕੁਛ ਨੈਗੇਟਿਵ ਜਿਵੇਂ ਅਮਨ ਗੱਲ ਕਰ ਰਹੇ ਨੇਗੇ, ਠੀਕ ਹੈ ਨਾ, ਅਮਨ ਗੱਲ ਕਰ ਰਹੇ ਨੇ ਵੀ ਨੈਗੇਟਿਵ ਨੇਗੀਆਂ ਕਿ ਸਟੇਟ ਨੂੰ ਕੁਛ ਕਰਨ ਤੋਂ ਰੋਕਦੀਆਂ ਨੇਗੀਆਂ। ਹੁਣ ਮੈਂ ਕਹਾਂ ਮੇਰੀ ਫੰਡਾਮੈਂਟਲ ਰਾਈਟ ਆਫ ਸਪੀਚ ਹੈਗੀ, ਠੀਕ ਹੈ ਨਾ, ਤਾਂ ਸਟੇਟ ਨੂੰ ਰੋਕਿਆ ਜਾ ਰਿਹਾ ਇੱਥੇ ਕਿ ਮੈਨੂੰ ਰੋਕਣ ਤੋਂ ਨਾ ਰੋਕੋ, ਮੈਨੂੰ ਬੋਲਣ ਤੋਂ ਨਾ ਰੋਕੋ, ਠੀਕ ਹੈ ਨਾ। ਮੈਂ ਬੋਲ ਰਿਹਾ, ਮੇਰੀ ਆਜ਼ਾਦੀ ਹੈ ਮੈਨੂੰ ਬੋਲਣ ਦੀ, ਤਾਂ ਸਟੇਟ ਦੇ ਉੱਪਰ ਇਹ ਰਿਸਟ੍ਰਿਕਸ਼ਨ ਹੈਗੀ ਕਿ ਸਟੇਟ ਮੈਨੂੰ ਰੋਕ ਨਹੀਂ ਸਕਦੀ ਬੋਲਣ ਤੋਂ। ਹਾਂ, ਅਗੇਨ ਉਹੀ ਮੈਂ ਤੁਹਾਨੂੰ ਕੱਲ੍ਹ ਦੱਸ ਰਿਹਾ ਕਿ ਰੀਜ਼ਨੇਬਲ ਰਿਸਟ੍ਰਿਕਸ਼ਨ ਜ਼ਰੂਰ ਹੋਏਗੀ, ਜਿਹੜੀ ਰੀਜ਼ਨੇਬਲ ਹੈ ਰਿਸਟ੍ਰਿਕਸ਼ਨ ਉਹ ਜ਼ਰੂਰ ਹੋਏਗੀ, ਬਟ ਇਨ ਜਨਰਲ, ਠੀਕ ਹੈ ਨਾ, ਆਮ ਜਿਹੜੀ ਸਰਕਮਸਟੈਂਸਿਸ ਨੇ ਉਹਦੇ ਵਿੱਚ ਸਰਕਾਰ ਮੈਨੂੰ ਬੋਲਣ ਤੋਂ ਨਹੀਂ ਰੋਕ ਸਕਦੀ, ਠੀਕ ਹੈ ਨਾ। ਤਾਂ ਸਰਕਾਰ ਦੇ ਲਈ ਨੈਗੇਟਿਵ ਹੈ, ਇਹ ਸਰਕਾਰ ਨੂੰ ਰੋਕ ਰਹੀ ਹੈ ਕੁਛ ਕਰਨ ਤੋਂ, ਠੀਕ ਹੈ।
ਸਮ ਪੋਜ਼ਿਟਿਵ ਨੇਗੀਆਂ, ਠੀਕ ਹੈ ਨਾ, ਕੁਛ ਪੋਜ਼ਿਟਿਵ ਸੈਂਸ ਦੇ ਵਿੱਚ ਨੇਗੀਆਂ ਕਿ ਕਨਫਰ ਪ੍ਰਿਵਿਲੇਜ ਔਨ ਇੰਡੀਵਿਜੂਅਲਸ, ਠੀਕ ਹੈ ਨਾ। ਜਿਵੇਂ ਰਿਜ਼ਰਵੇਸ਼ਨ ਦੀ ਆਪਾਂ ਗੱਲ ਕਰੀਏ ਕਿ ਆਮ ਲੋਕਾਂ ਨੂੰ ਕੁਛ ਹੋਰ ਚੀਜ਼ ਮਿਲ ਰਹੀ ਹੈ, ਐਡੀਸ਼ਨਲ ਚੀਜ਼ ਮਿਲ ਰਹੀ ਹੈ, ਠੀਕ ਹੈ ਨਾ, ਕੁਛ ਪ੍ਰਿਵਿਲੇਜ ਕਨਫਰ ਕਰ ਰਹੀ ਹੈ, ਕੁਛ ਹੋਰ ਚੀਜ਼ਾਂ ਉਹਨੂੰ ਫੈਸਿਲਿਟੀ, ਕੁਛ ਹੋਰ ਸਹੂਲਤਾਂ ਦੇ ਰਹੀ ਹੈ ਫੰਡਾਮੈਂਟਲ ਰਾਈਟਸ, ਤਾਂ ਇਹ ਪੋਜ਼ਿਟਿਵ। ਦੇਖੋ ਪੋਜ਼ਿਟਿਵ ਨੈਗੇਟਿਵ ਦਾ ਸੈਂਸ ਕੋਈ ਗਲਤ ਜਾਂ ਸਹੀ ਨਹੀਂ ਹੈਗਾ। ਨੈਗੇਟਿਵ ਦਾ ਸੈਂਸ ਇਹ ਹੈ ਰੋਕਣਾ, ਕਿਸੇ ਇਨਸਾਨ ਨੂੰ, ਕਿਸੇ ਸਟੇਟ ਨੂੰ ਕੁਛ ਕਰਨ ਤੋਂ ਰੋਕਣਾ। ਪੋਜ਼ਿਟਿਵ ਦਾ ਮਤਲਬ ਹੈ ਕੁਛ ਕਰਨ ਲਈ ਇਨਕਰੇਜ ਕਰਨਾ, ਉਕਸਾਉਣਾ, ਠੀਕ ਹੈ ਨਾ, ਹੈਲਪ ਕਰਨੀ, ਸਪੋਰਟ ਕਰਨੀ। ਤਾਂ ਪੋਜ਼ਿਟਿਵ ਨੈਗੇਟਿਵ ਦਾ ਇਹ ਮੀਨਿੰਗ ਹੈ, ਗਲਤ ਸਹੀ ਮੀਨਿੰਗ ਨਹੀਂ ਹੈਗਾ ਨੈਗੇਟਿਵ ਪੋਜ਼ਿਟਿਵ ਦਾ, ਠੀਕ ਹੈ। ਸਰ ਸਟੇਟ ਵਿੱਚ ਕੀ ਇੰਕਲੂਡ ਹੈ? ਸਟੇਟ ਵਿੱਚ ਆਲਮੋਸਟ ਐਵਰੀਥਿੰਗ ਇੰਕਲੂਡਡ ਹੈ। ਈਵਨ ਕਿ ਆਰਟੀਕਲ ਜਿਹੜਾ 12 ਹੈ ਉਹ ਸਟੇਟ ਦੀ ਹੀ ਡੈਫੀਨੇਸ਼ਨ ਦਿੰਦਾ ਹੈ, ਠੀਕ ਨਾ। ਜਿਹੜਾ ਆਰਟੀਕਲ 12 ਦੀ ਗੱਲ ਕਰ ਰਹੇ ਹਾਂ ਆਪਾਂ, ਆਰਟੀਕਲ 12 ਦੀ ਗੱਲ ਕਰ ਰਹੇ ਹਾਂ, ਇਸ ਦੇ ਵਿੱਚ ਸਿਰਫ ਔਰ ਸਿਰਫ ਸਟੇਟ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ। ਸਟੇਟ ਦੇ ਵਿੱਚ ਕੀ ਆ ਗਿਆ? ਪਾਰਲੀਮੈਂਟ ਆ ਗਈ, ਲੋਕ ਸਭਾ ਆ ਗਈ, ਸਟੇਟ ਅਸੈਂਬਲੀਜ਼ ਆ ਗਈਆਂ, ਸਰਕਾਰਾਂ ਆ ਗਈਆਂ ਸਟੇਟ ਦੀਆਂ, ਯੂਨ ਸੈਂਟਰ ਦੀਆਂ, ਠੀਕ ਹੈ ਨਾ। ਈਵਨ ਕਿ ਜਿਹੜੇ ਹੋਰ ਕੋਈ ਸਟੇਟ ਦੁਆਰਾ ਚਲਾਈ ਗਈ ਕੰਪਨੀਜ਼ ਨੇਗੀਆਂ, ਮਤਲਬ ਸਟੇਟ ਦਾ ਰਨ ਕੁਛ ਵੀ ਹੈਗਾ ਜਿਹੜਾ ਕਿ ਸਰਕਾਰ ਦੇ ਨਾਲ ਰਿਲੇਟਡ ਹੈ ਜਾਂ ਸਰਕਾਰੀ ਕਿਸੇ ਮੁਲਾਜ਼ਮ ਦੇ ਨਾਲ ਰਿਲੇਟਡ ਹੈ, ਤਾਂ ਉਹ ਸਟੇਟ ਦੇ ਵਿੱਚ ਆਏਗਾ, ਠੀਕ ਹੈ ਨਾ। ਤਾਂ ਉਹਨਾਂ ਦੇ ਵਿੱਚੋਂ ਕੋਈ ਵੀ ਅਗਰ ਆਪਣੀ ਫੰਡਾਮੈਂਟਲ ਰਾਈਟਸ ਵਾਇਲੇਟ ਕਰ ਰਿਹਾ ਤਾਂ ਆਪਾਂ ਡਾਇਰੈਕਟਲੀ ਸੁਪਰੀਮ ਕੋਰਟ ਜਾ ਸਕਦੇ ਹਾਂ, ਉਹ ਆਪਾਂ ਅੱਗੇ ਪੜਾਂਗੇ, ਠੀਕ ਹੈ। ਸਤਿ ਸ਼੍ਰੀ ਅਕਾਲ ਮਨਪ੍ਰੀਤ। ਹਾਂ ਬਿਲਕੁਲ ਬਿਲਕੁਲ ਅੱਗੇ ਆ ਰਿਹਾ ਅਮਨ, ਅੱਗੇ ਆ ਰਿਹਾ। ਮੋਦੀ ਡਿਕਟੇਟਰ ਬਣਿਆ ਬੈਠਾ ਹੈ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਜਸਟਿਸ਼ੀਏਬਲ, ਠੀਕ ਹੈ ਨਾ। ਅਗੇਨ ਜਸਟਿਸ਼ੀਏਬਲ ਦਾ ਕੀ ਮਤਲਬ ਹੈ ਕਿ ਅਗਰ ਮੇਰੇ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਨੇ, ਅਗਰ ਮੈਨੂੰ ਕੋਈ ਹਾਰਮ ਕਰ ਰਿਹਾ ਫੰਡਾਮੈਂਟਲ ਰਾਈਟਸ, ਤਾਂ ਮੈਂ ਕੋਰਟ ਦੇ ਵਿੱਚ ਜਾ ਸਕਦਾ। ਜਸਟਿਸ਼ੀਏਬਲ ਦਾ ਮਤਲਬ ਕੀ ਹੈ? ਜਸਟਿਸ ਤੋਂ ਬਣਿਆ, ਦੇਖੋ ਜਸਟਿਸ ਇਨਸਾਫ ਤੋਂ ਬਣਿਆ ਕਿ ਮੈਂ ਕੋਰਟ ਦੇ ਵਿੱਚ ਜਾ ਸਕਦਾ ਸਿੰਪਲੀ। ਡਿਫੈਂਡਡ ਐਂਡ ਗਾਰੰਟਿਡ ਬਾਏ ਸੁਪਰੀਮ ਕੋਰਟ, ਠੀਕ ਹੈ ਨਾ। ਸੁਪਰੀਮ ਕੋਰਟ ਵੀ ਗਾਰੰਟੀ ਕਰਦਾ ਅਤੇ ਹਾਈ ਕੋਰਟਸ ਵੀ। ਦੇਖੋ ਆਪਾਂ ਅੱਗੇ ਆਰਟੀਕਲਸ ਪੜ੍ਹਾਂਗੇ, ਆਰਟੀਕਲ 32 ਅਤੇ ਆਰਟੀਕਲ 226 ਨੇ ਜਿਹੜੇ। ਦੇਖੋ ਇਨ ਕਾਮਨ ਸਰਕਮਸਟੈਂਸਿਸ ਕੀ ਹੁੰਦਾ ਹੈ ਕਿ ਆਪਾਂ ਨੂੰ ਅਗਰ ਕੋਈ ਕੋਰਟ ਦੇ ਵਿੱਚ ਜਾਣਾ ਤਾਂ ਪਹਿਲਾਂ ਆਪਾਂ ਨੂੰ ਡਿਸਟ੍ਰਿਕਟ ਕੋਰਟ ਦੇ ਵਿੱਚ ਜਾਣਾ ਪਊਗਾ ਜਾਂ ਹੋਰ ਲੋਅਰ ਕੋਰਟ ਦੇ ਵਿੱਚ ਜਾਣਾ ਪਊਗਾ, ਫਿਰ ਹਾਈ ਕੋਰਟ, ਫਿਰ ਸੁਪਰੀਮ ਕੋਰਟ ਜਾਣਾ ਪਊਗਾ, ਜਾ ਸਕਦੇ ਆਪਾਂ, ਠੀਕ ਹੈ ਨਾ। ਸਿੱਧਾ ਸੁਪਰੀਮ ਕੋਰਟ ਨਹੀਂ ਜਾ ਸਕਦੇ। ਬਟ ਫੰਡਾਮੈਂਟਲ ਰਾਈਟਸ ਇੰਨੀਆਂ ਕੁ ਫੰਡਾਮੈਂਟਲ ਨੇ, ਇੰਨੀਆਂ ਕੁ ਜ਼ਰੂਰੀ ਨੇ ਆਪਣੇ ਲਈ, ਆਪਣੇ ਜੀਵਨ ਦੇ ਸਰਵਾਈਵਲ ਲਈ, ਕਿ ਅਗਰ ਫੰਡਾਮੈਂਟਲ ਰਾਈਟਸ ਵਾਇਲੇਟ ਹੁੰਦੀਆਂ ਨੇ ਤਾਂ ਸਾਡੇ ਸੰਵਿਧਾਨ ਦੇ ਵਿੱਚ ਇਹ ਪ੍ਰੋਵੀਜ਼ਨ ਹੈਗੀ ਹੈ ਕਿ ਤੁਸੀਂ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਹੀ ਜਾ ਸਕਦੇ ਹੋ। ਤੁਹਾਨੂੰ ਜ਼ਰੂਰੀ ਨਹੀਂ ਹੈਗਾ ਪਹਿਲਾਂ ਡਿਸਟ੍ਰਿਕਟ ਕੋਰਟ, ਹਾਈ ਕੋਰਟ, ਫਿਰ ਸੁਪਰੀਮ ਕੋਰਟ, ਇੱਦਾਂ ਨਹੀਂ। ਤੁਸੀਂ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਸਕਦੇ ਹੋ ਅਗਰ ਤੁਹਾਡੇ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਨੇ, ਠੀਕ ਹੈ ਨਾ। ਤਾਂ ਮਤਲਬ ਇੰਨੀਆਂ ਜ਼ਰੂਰੀ ਰਾਈਟਸ ਨਹੀਂ ਹੈ, ਤੁਸੀਂ ਸਮਝੋ ਇਸੀ ਫਿਲੋਸਫੀ ਸਮਝੋ ਫੰਡਾਮੈਂਟਲ ਰਾਈਟਸ ਦੀ, ਠੀਕ ਹੈ ਨਾ, ਕਿ ਇੰਨੀਆਂ ਜ਼ਰੂਰੀ ਨਹੀਂ ਆ ਕਿ ਆਪਾਂ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹਾਂ। ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ। ਚਲੋ ਇਸ ਆਰਟੀਕਲ ਸੁਪਰੀਮ ਕੋਰਟ ਵਾਸਤੇ ਆਰਟੀਕਲ ਹੈਗਾ ਆਰਟੀਕਲ 32, ਅੱਗੇ ਵੀ ਆਏਗਾ ਵੈਸੇ, ਠੀਕ ਹੈ। ਅਤੇ ਹਾਈ ਕੋਰਟਸ ਵਾਸਤੇ ਆਰਟੀਕਲ ਹੈਗਾ 226, ਇਹ ਵੀ ਆਪਾਂ ਅੱਗੇ ਪੜਾਂਗੇ, ਕੋਈ ਗੱਲ ਨਹੀਂ। ਆਰਟੀਕਲਸ ਤੁਹਾਨੂੰ ਮੈਂ ਇੰਨੇ ਪਿਆਰ ਨਾਲ ਸਮਝਾਊਂਗਾ, ਤੁਸੀਂ ਰੱਟਾ ਮਾਰਨ ਦੀ ਲੋੜ ਨਹੀਂ ਪੈਣੀ, ਤੁਹਾਨੂੰ ਆਪਣੇ ਆਪ ਯਾਦ ਹੋ ਜਾਣਗੇ, ਠੀਕ ਹੈ ਨਾ। ਬਾਕੀ ਜਦੋਂ ਆਪਾਂ ਪੂਰਾ ਕੋਰਸ ਕਰਾਂਗੇ ਉਦੋਂ ਆਪਣਾ ਸਾਰਾ ਕੁਛ ਯਾਦ ਹੋ ਜਾਏਗਾ, ਠੀਕ ਹੈ। ਨੋਟ ਸੈਕਰੋਸੈਂਟ ਔਰ ਪਰਮਾਨੈਂਟ, ਮਤਲਬ ਇੱਦਾਂ ਨਹੀਂ ਹੈਗਾ ਕਿ ਇੱਕ ਵਾਰੀ ਫੰਡਾਮੈਂਟਲ ਰਾਈਟ ਜੋ ਲਿਖਤੀ ਉਹੀ ਰਹੇਗੀ ਹਮੇਸ਼ਾ, ਠੀਕ ਹੈ ਨਾ, ਇੱਦਾਂ ਨਹੀਂ ਹੈਗਾ। ਇਹਨੂੰ ਆਪਾਂ ਅਮੈਂਡਮੈਂਟ ਕਰ ਸਕਦੇ ਹਾਂ, ਆਪਾਂ ਮਤਲਬ ਪਾਰਲੀਮੈਂਟ ਜਿਹੜੀ ਉਹ ਅਮੈਂਡਮੈਂਟ ਕਰ ਸਕਦੀ ਹੈ ਫੰਡਾਮੈਂਟਲ ਰਾਈਟਸ 'ਚ ਫੇਰ ਬਦਲ ਕਰ ਸਕਦੀ ਹੈ, ਠੀਕ ਹੈ ਨਾ। ਇਹਦੇ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਅੱਗੇ ਪੜ੍ਹ ਰਹੇ ਹਾਂ। ਸਸਪੈਂਡਡ ਨੈਸ਼ਨਲ ਐਮਰਜੈਂਸੀ, ਠੀਕ ਹੈ ਨਾ। ਅੱਛਾ, ਫੰਡਾਮੈਂਟਲ ਰਾਈਟਸ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਹੈ, ਮਤਲਬ ਜਦੋਂ ਕੋਈ ਦੇਸ਼ 'ਤੇ ਆਪਦਾ ਹੋਵੇ, ਜਿਵੇਂ ਨੈਸ਼ਨਲ ਐਮਰਜੈਂਸੀ ਲੱਗੀ ਹੋਵੇ, ਤਾਂ ਫੰਡਾਮੈਂਟਲ ਰਾਈਟਸ ਨੂੰ ਹਟਾਇਆ ਜਾ ਸਕਦਾ ਸਰਕਾਰ ਦੁਆਰਾ, ਠੀਕ ਹੈ, ਜਾਂ ਪਾਰਲੀਮੈਂਟ ਦੁਆਰਾ, ਠੀਕ ਹੈ। ਐਕਸੈਪਟ, ਅੱਛਾ ਜਿਹੜੀ ਆਰਟੀਕਲ 19 ਹੈ ਉਹ ਸਿਰਫ ਔਰ ਸਿਰਫ, ਦੇਖੋ ਜਿਹੜੀ ਐਮਰਜੈਂਸੀ ਹੈ, ਮੰਨ ਲਓ ਹੁਣ ਨੈਸ਼ਨਲ ਐਮਰਜੈਂਸੀ ਹੈ, ਆਰਟੀਕਲ 352 ਦੀ ਗੱਲ ਕਰਾਂ ਮੈਂ, ਆਰਟੀਕਲ 352 ਇਸ ਦੇ ਵਿੱਚ ਨੈਸ਼ਨਲ ਐਮਰਜੈਂਸੀ ਬਾਰੇ ਗੱਲ ਕੀਤੀ ਗਈ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਹੁਣ ਜਿਹੜੀ ਇਹ ਐਮਰਜੈਂਸੀ ਹੈ ਇਹ 3 ਗਰਾਊਂਡਸ ਦੇ ਉੱਪਰ ਪ੍ਰੋਕਲੇਮ ਕੀਤੀ ਜਾ ਸਕਦੀ ਹੈ, ਮਤਲਬ ਜਿਹੜਾ ਆਪਾਤਕਾਲ ਹੈਗਾ ਉਹ 3 ਬੇਸਿਸ ਦੇ ਉੱਪਰ ਡਿਕਲੇਅਰ ਕੀਤਾ ਜਾ ਸਕਦਾ ਹੈ। ਕਿਹੜਾ? ਇੱਕ ਤਾਂ ਦੇਖੋ ਅਗਰ ਕੋਈ ਜੰਗ ਛਿੜ ਜੇ ਆਪਣੇ ਕਿਸੇ ਦੇਸ਼ ਦੇ ਨਾਲ, ਠੀਕ ਹੈ ਨਾ, ਜਾਂ ਕੋਈ ਐਕਸਟਰਨਲ ਐਗਰੈਸ਼ਨ, ਉਹ ਵੀ ਸੇਮ ਚੀਜ਼ ਹੋਊਗੀ, ਠੀਕ ਹੈ ਨਾ। ਆਰਮਡ ਰਿਬੈਲੀਅਨ, ਵਾਰ ਐਂਡ ਐਕਸਟਰਨਲ ਐਗਰੈਸ਼ਨ ਅਤੇ ਨੋਟ ਆਰਮਡ ਰਿਬੈਲੀਅਨ, 3 ਗਰਾਊਂਡਸ ਹੁੰਦੇ ਨੇ। ਤੀਜਾ ਇੱਕ ਤਾਂ ਹੋ ਗਿਆ ਦੇਖੋ ਵਾਰ, ਇੱਕ ਐਕਸਟਰਨਲ ਐਗਰੈਸ਼ਨ, ਤੀਸਰਾ ਹੁੰਦਾ ਆਰਮਡ ਰਿਬੈਲੀਅਨ, ਠੀਕ ਹੈ ਨਾ। ਜਿਹੜੀਆਂ ਇਹ ਦੋਨੇ ਨੇ, ਵਾਰ ਅਤੇ ਐਕਸਟਰਨਲ ਐਗਰੈਸ਼ਨ ਹੈ ਜਿਹੜੀ, ਬਿਲਕੁਲ ਰਿਟ ਵਾਸਤੇ ਹੁੰਦੀਆਂ ਨੇ, ਸਸਪੈਂਡਡ ਡਿਊਰਿੰਗ ਐਮਰਜੈਂਸੀ, ਬਿਲਕੁਲ ਠੀਕ ਹੈ ਜੀ। ਜਿਹੜੀ ਆਰਟੀਕਲ 19 ਦੀ ਗੱਲ ਕਰ, ਹੁਣ ਜਿਹੜੀ ਐਮਰਜੈਂਸੀ ਹੈ ਉਹ 3 ਗਰਾਊਂਡਸ 'ਤੇ ਹੁੰਦੀ ਹੈ, ਵਾਰ, ਐਕਸਟਰਨਲ ਐਗਰੈਸ਼ਨ ਅਤੇ ਆਰਮਡ ਰਿਬੈਲੀਅਨ। ਜਿਹੜੀ ਇਹ ਦੋਨੇ ਨੇਗੀਆਂ, ਪਹਿਲੀਆਂ ਦੋਨੇ ਨੇਗੀਆਂ, ਇਹ ਤਾਂ ਹੁੰਦੀਆਂ ਨੇ ਜਦੋਂ ਕੋਈ ਦੇਸ਼ 'ਤੇ ਬਾਹਰੋਂ ਕੋਈ ਆਪਦਾ ਆ ਜੇ, ਕੋਈ ਬਾਹਰਲਾ ਦੇਸ਼ ਹਮਲਾ ਕਰਦੇ, ਠੀਕ ਹੈ ਨਾ। ਜਿਹੜੀ ਆਰਮਡ ਰਿਬੈਲੀਅਨ ਹੈ ਇਹ ਹੈਗੀ ਕੋਈ ਇੰਟਰਨਲ ਕੌਨਫਲਿਕਟ ਹੋ ਜੇ ਦੇਸ਼ ਦੇ ਵਿੱਚ, ਕੋਈ ਸਿਵਲ ਵਾਰ ਛਿੜ ਜੇ, ਕੋਈ ਹੈ ਨਾ, ਆਪਾਂ ਗ੍ਰਹਿ ਯੁੱਧ ਕਹਿੰਦੇ ਆਪਾਂ ਨੂੰ ਸਿਵਲ ਵਾਰ ਨੂੰ, ਤਾਂ ਕੋਈ ਇੱਦਾਂ ਦੇ ਹੋ ਜੇ। ਇਹ 3 ਗਰਾਊਂਡਸ ਨੇ, ਠੀਕ ਹੈ ਨਾ। ਹੁਣ ਜਿਹੜਾ ਆਰਟੀਕਲ 19 ਹੈ, ਫਰੀਡਮ ਆਫ ਸਪੀਚ ਦੀ ਆਪਾਂ ਗੱਲ ਕਰ ਰਹੇ ਸੀਗੇ, ਅਗਰ ਐਮਰਜੈਂਸੀ ਲੱਗਦੀ ਹੈ ਤਾਂ ਅਗਰ ਐਮਰਜੈਂਸੀ ਸਿਰਫ ਇਹਨਾਂ ਦੋਨਾਂ ਗਰਾਊਂਡਸ 'ਤੇ ਲੱਗਦੀ ਹੈ
ਤਾਂ ਹੀ ਸਸਪੈਂਡ ਕੀਤਾ ਜਾ ਸਕਦਾ ਆਰਟੀਕਲ 19 ਨੂੰ, ਠੀਕ ਹੈ ਨਾ। ਅਗਰ ਐਮਰਜੈਂਸੀ ਇਸ ਗਰਾਊਂਡ 'ਤੇ ਲੱਗਦੀ ਹੈ ਕਿ ਆਰਮਡ ਰਿਬੈਲੀਅਨ ਹੋ ਰਿਹਾ ਹੈਗਾ ਦੇਸ਼ ਦੇ ਵਿੱਚ, ਫਿਰ ਆਰਟੀਕਲ 19 ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ, ਧਿਆਨ ਰੱਖਣਾ। ਬਾਕੀ ਆਪਾਂ ਐਮਰਜੈਂਸੀ ਵਾਲੇ ਚੈਪਟਰ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਡਿਟੇਲ ਦੇ ਵਿੱਚ ਕਰਾਂਗੇ, ਤੁਸੀਂ ਇੱਕ ਵਾਰ ਸਮਝ ਲਓ ਜੇ ਸਮਝ ਆ ਰਿਹਾ ਤੁਹਾਨੂੰ, ਠੀਕ ਹੈ ਨਾ। ਨਹੀਂ ਸਮਝ ਆ ਰਿਹਾ ਕੋਈ ਇਸ਼ੂ ਨਹੀਂ ਹੈਗਾ, ਕਿਉਂਕਿ ਥੋੜ੍ਹੀ ਜਿਹੀ ਟਿਪੀਕਲ ਚੀਜ਼ ਹੈ, ਇਹ ਡਿਟੇਲ ਦੇ ਵਿੱਚ ਹੀ ਸਮਝ ਆਏਗੀ ਜ਼ਿਆਦਾ, ਠੀਕ ਹੈ ਨਾ। ਮਤਲਬ ਜਦੋਂ ਐਮਰਜੈਂਸੀ ਦੋਨਾਂ ਐਕਸਟਰਨਲ ਗਰਾਊਂਡ ਦੇ ਉੱਪਰ ਡਿਕਲੇਅਰ ਕੀਤੀ ਗਈ ਹੈ, ਫਿਰ ਅਸੀਂ ਆਰਟੀਕਲ 19 ਨੂੰ ਸਸਪੈਂਡ ਕਰ ਸਕਦੇ ਹਾਂ। ਅਗਰ ਇੰਟਰਨਲ ਰਿਬੈਲੀਅਨ ਹੈ, ਕੋਈ ਆਰਮਡ ਰਿਬੈਲੀਅਨ ਹੈ, ਫਿਰ 19 ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ, ਠੀਕ ਹੈ ਨਾ। ਅੱਛਾ, ਹੋਰ ਸਾਰੀਆਂ ਨੂੰ ਸਸਪੈਂਡ ਕਰ ਸਕਦੇ ਹਾਂ ਐਕਸੈਪਟ ਆਰਟੀਕਲ 20 ਅਤੇ 21। ਆਰਟੀਕਲ 20 ਅਤੇ 21 ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਹਾਲਤ ਦੇ ਵਿੱਚ, ਠੀਕ ਹੈ, ਐਮਰਜੈਂਸੀ ਦੇ ਵਿੱਚ, ਠੀਕ ਹੈ। 360 ਨਾ ਇੰਪੋਜ਼ ਹੋਈ ਹਾਲੇ ਤੱਕ ਨਹੀਂ, ਬਿਲਕੁਲ 360 ਇੰਪੋਜ਼ ਨਹੀਂ ਹੋਈ ਹਾਲੇ ਤੱਕ। ਓਕੇ ਜਸਟ ਓਕੇ ਆਲ ਟਰਾਈ। ਤੁਸੀਂ ਬਾਕੀ ਆਪਣੇ ਜਿਹੜੇ ਸਪੀਕਰਸ ਨੇ ਉਹਨਾਂ ਦੀ ਵੋਲਿਊਮ ਵੀ ਥੋੜ੍ਹੀ ਹਾਈ ਰੱਖੋ, ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਥੋੜ੍ਹੀ ਉੱਚੀ ਬੋਲਣ ਦੀ, ਠੀਕ ਹੈ। ਬਾਕੀ ਮੈਂ ਥੋੜ੍ਹੇ ਇਕਵਿਪਮੈਂਟਸ ਵੀ ਅਪਗ੍ਰੇਡ ਕਰ ਰਿਹਾ, ਆਪਾਂ ਮਾਈਕ ਵਗੈਰਾ ਹੋਰ ਅੱਛੀ ਤਰ੍ਹਾਂ ਅਵੇਲੇਬਲ ਕਰਦੇ ਹਾਂ ਆਪਾਂ ਥੋੜ੍ਹੇ ਟਾਈਮ ਦੇ ਵਿੱਚ, ਬਸ ਥੋੜ੍ਹਾ ਟਾਈਮ ਤੁਹਾਨੂੰ ਐਡਜਸਟ ਕਰਨਾ ਪੈਣਾ, ਫਿਰ ਆਪਾਂ ਸਾਰੇ ਇਕਵਿਪਮੈਂਟਸ ਅਪਗ੍ਰੇਡ ਕਰ ਲੈਣੇ ਆ, ਠੀਕ ਹੈ। ਸਕੋਪ ਆਫ ਆਪਰੇਸ਼ਨਲ, ਦੇਖੋ ਐਮਰਜੈਂਸੀ ਵਾਲਾ ਤੁਸੀਂ ਪੈਨਿਕ ਨਾ ਹੋਈਓ ਅਗਰ ਨਹੀਂ ਸਮਝ ਆਇਆ, ਠੀਕ ਹੈ ਨਾ, ਇਹ ਆਪਾਂ ਐਮਰਜੈਂਸੀ ਵਾਲੇ ਚੈਪਟਰ ਦੇ ਵਿੱਚ ਅੱਛੀ ਤਰ੍ਹਾਂ ਕਰ ਲਾਂਗੇ, ਠੀਕ ਹੈ। ਸਕੋਪ ਆਫ ਆਪਰੇਸ਼ਨ ਲਿਮਿਟਡ ਬਾਈ ਆਰਟੀਕਲ 31 ਹੈ। ਹੁਣ ਦੇਖੋ ਜਿਹੜੀ ਫੰਡਾਮੈਂਟਲ ਰਾਈਟਸ ਨੇ, ਇਹਨਾਂ ਦਾ ਆਪਰੇਸ਼ਨ ਕੁਛ ਲਿਮਿਟਡ ਵੀ ਹੈਗਾ, ਠੀਕ ਹੈ ਨਾ। ਕੁਛ ਚੀਜ਼ਾਂ ਨਹੀਂ ਹੈ, ਜਿਵੇਂ ਮੰਨ ਲਓ ਆਰਟੀਕਲ 31A 31B ਆਪਾਂ ਅੱਗੇ ਪੜ੍ਹ ਰਹੇ ਹਾਂ, 31C, ਠੀਕ ਹੈ ਨਾ, ਇਹ ਤੁਹਾਨੂੰ ਅੱਗੇ ਦੱਸਦਾ ਮੈਂ, ਠੀਕ ਹੈ। ਚਲੋ ਅੱਛਾ, ਕੁਛ ਰਾਈਟਸ ਨੇ ਇੱਦਾਂ ਦੀਆਂ ਜਿਹੜੀਆਂ ਡਾਇਰੈਕਟਲੀ ਇਨਫੋਰਸੇਬਲ ਨੇਗੀਆਂ, ਠੀਕ ਹੈ ਨਾ। ਕੁਛ ਇੱਦਾਂ ਦੀ ਜਿਹਨਾਂ ਨੂੰ ਲਾਅ ਬਣਾਉਣਾ ਪੈਂਦਾ, ਜਿਵੇਂ ਕਿ ਅਨਟੱਚੇਬਿਲਿਟੀ ਹੈ, ਆਰਟੀਕਲ 17 ਹੈ। ਅਨਟੱਚੇਬਿਲਿਟੀ ਨੂੰ ਹਟਾਉਣ ਵਾਸਤੇ ਇੱਕ ਸੈਪਰੇਟ ਤੋਂ, ਦੇਖੋ ਆਰਟੀਕਲ 17 ਤਾਂ ਹੈ ਹੀ ਅਨਟੱਚੇਬਿਲਿਟੀ ਵਾਸਤੇ, ਉਸ ਤੋਂ ਇਲਾਵਾ ਇੱਕ ਕਾਨੂੰਨ ਦੀ ਵੀ ਲੋੜ ਪਈ, ਠੀਕ ਹੈ ਨਾ, ਇੱਕ ਲਾਅ ਦੀ ਵੀ ਲੋੜ ਪਈ ਇਹਨੂੰ ਇਨਫੋਰਸ ਕਰਨ ਵਾਸਤੇ। ਤਾਂ ਮਤਲਬ ਕੀ ਹੈ, ਇਹ ਜਿਹੜਾ ਫੰਡਾਮੈਂਟਲ ਰਾਈਟ ਹੈ, ਇਹ ਇੱਦਾਂ ਦਾ ਰਾਈਟ ਹੈ ਜਿਹਨੂੰ ਇਨਫੋਰਸ ਕਰਨ ਲਈ ਇੱਕ ਕਾਨੂੰਨ ਦੀ ਵੀ ਲੋੜ ਹੈ ਸੈਪਰੇਟ ਤੋਂ। ਬਟ ਜਿਹੜੇ ਕੁਛ ਫੰਡਾਮੈਂਟਲ ਰਾਈਟਸ ਨੇ, ਜਿਵੇਂ ਆਰਟੀਕਲ 19 ਦੀ ਹੀ ਗੱਲ ਕਰੀਏ ਆਪਾਂ, ਉਹ ਡਾਇਰੈਕਟਲੀ ਇਨਫੋਰਸੇਬਲ ਨੇ, ਠੀਕ ਹੈ ਨਾ, ਉਹ ਡਾਇਰੈਕਟਲੀ ਇਨਫੋਰਸੇਬਲ ਨੇ, ਉਹਨਾਂ ਵਾਸਤੇ ਕੋਈ ਅਲੱਗ ਤੋਂ ਕਾਨੂੰਨ ਬਣਾਉਣ ਦੀ ਲੋੜ ਨਹੀਂ ਹੈਗੀ, ਠੀਕ ਹੈ ਨਾ। ਅਗਰ ਮੇਰੇ ਕੋਲ ਰਾਈਟ ਟੂ ਫਰੀਡਮ ਆਫ ਸਪੀਚ ਹੈ, ਮੈਨੂੰ ਬੋਲਣ ਦੀ ਆਜ਼ਾਦੀ ਹੈ, ਤਾਂ ਹੈਗੀ ਹੈ, ਇਹਦੇ ਵਿੱਚ ਮੈਨੂੰ ਕੋਈ ਕਾਨੂੰਨ ਦੀ ਲੋੜ ਨਹੀਂ ਹੈਗੀ, ਠੀਕ ਹੈ ਨਾ। ਬਟ ਜਿਹੜਾ ਅਨਟੱਚੇਬਿਲਿਟੀ ਹੈ, ਇਸ ਦੇ ਵਾਸਤੇ ਕਾਨੂੰਨ ਦੀ ਲੋੜ ਹੈਗੀ ਹੈ, ਠੀਕ ਹੈ ਨਾ। ਤਾਂ ਦੋਨੇ ਤਰ੍ਹਾਂ ਦੇ ਰਾਈਟਸ ਨੇਗੀਆਂ, ਕੁਛ ਨੂੰ ਕਾਨੂੰਨ ਦੀ ਲੋੜ ਪੈਂਦੀ ਹੈ, ਕੁਛ ਨੂੰ ਸਿੱਧਾ ਹੀ ਇਨਫੋਰਸ ਕੀਤਾ ਜਾ ਸਕਦਾ ਹੈ, ਠੀਕ ਹੈ। ਕਲੀਅਰ ਹੈ ਜੀ? ਬਿਲਕੁਲ ਓਕੇ ਵੋਇਸ ਸਹੀ ਹੈ। ਤੁਸੀਂ ਕੌਣ ਕਹਿ ਰਹੇ ਸੀਗੇ? ਜਸ ਹੁਣ, ਹਾਂ ਜਸ ਤੁਸੀਂ ਆਪਣਾ ਥੋੜ੍ਹਾ ਵੋਲਿਊਮ ਇੰਕਰੀਜ਼ ਕਰ ਲਓ, ਠੀਕ ਹੈ, ਕੋਈ ਗੱਲ ਨਹੀਂ। ਸਮ ਓਨਲੀ ਟੂ ਸਿਟੀਜ਼ਨਸ, ਅਗੇਨ ਆਪਾਂ ਪਹਿਲਾਂ ਵੀ ਗੱਲ ਕਰਕੇ ਜਿਹੜੇ ਫੀਚਰਸ ਦੀ ਗੱਲ ਕਰ ਰਹੇ ਹਾਂ ਆਪਾਂ ਫੰਡਾਮੈਂਟਲ ਰਾਈਟਸ ਦੀ, ਠੀਕ ਹੈ ਨਾ। ਕੁਛ ਜਿਹੜੀਆਂ ਸਿਟੀਜ਼ਨਸ ਨੂੰ ਹੀ ਅਵੇਲੇਬਲ ਨੇ, ਕੁਛ ਸਿਟੀਜ਼ਨਸ, ਫੋਰਨਰਸ ਅਤੇ ਲੀਗਲ ਪਰਸਨ ਮਤਲਬ ਕਿਵੇਂ ਕੋਈ ਕੰਪਨੀ ਹੈ, ਜਿਵੇਂ ਹੈ ਨਾ, ਆਪਾਂ ਕੰਪਨੀਜ਼ ਐਕਟ ਪੜ੍ਹਦੇ ਹਾਂ, ਠੀਕ ਹੈ ਨਾ। ਤਾਂ ਉਹ ਕੰਪਨੀਜ਼ ਨੇ ਜਿਹੜੀਆਂ, ਉਹ ਵੀ ਲੀਗਲ ਪਰਸਨ ਨੇਗੇ, ਠੀਕ ਹੈ ਨਾ। ਤਾਂ ਉਹਨਾਂ ਨੂੰ ਲੀਗਲ ਪਰਸਨ ਹੋਣ ਦਾ ਮਤਲਬ ਕੀ ਹੈ, ਕੋਈ ਜਿੰਦਾ ਜਾਂਦਾ ਇਨਸਾਨ ਨਾ ਹੋਵੇ, ਬਟ ਉਹਦੇ ਕੋਈ ਰਾਈਟਸ ਹੋਣ, ਜਿਵੇਂ ਕੰਪਨੀ ਨੂੰ ਐਸਟੈਬਲਿਸ਼ ਕਰਨ ਦੇ ਰਾਈਟਸ, ਇੱਦਾਂ ਦੇ ਰਾਈਟਸ ਹੁੰਦੇ ਨੇ, ਤਾਂ ਉਹ ਲੀਗਲ ਪਰਸਨ ਕਹਿ ਦਿੰਦੇ ਆਪਾਂ ਉਹਨਾਂ ਨੂੰ। ਮਤਲਬ ਲੀਗਲ ਲੈਂਗੁਏਜ ਹੈ, ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ, ਬਸ ਮਤਲਬ ਜਿੰਦਾ ਜਾਗਦਾ ਪਰਸਨ ਨਹੀਂ ਹੈਗਾ, ਇਹ ਕੋਈ ਕੰਪਨੀ ਹੈ ਐ ਮੰਨ ਲਓ, ਠੀਕ ਹੈ। ਤਾਂ ਜਿਹੜੀ ਫੰਡਾਮੈਂਟਲ ਰਾਈਟਸ ਨੇ, ਕੁਛ ਇਕੱਲੇ ਸਿਟੀਜ਼ਨਸ ਨੂੰ ਅਵੇਲੇਬਲ ਨੇ, ਕੁਛ ਇਹਨਾਂ ਸਾਰਿਆਂ ਨੂੰ ਅਵੇਲੇਬਲ ਨੇ, ਠੀਕ ਹੈ, ਇਹ ਚੀਜ਼ ਹੈ। ਨੋਟ ਐਬਸੋਲੂਟ ਬਟ ਕੁਆਲੀਫਾਈਡ, ਅਗੇਨ ਉਹੀ ਗੱਲ ਕਿ ਜਿਹੜੀਆਂ ਰੀਜ਼ਨੇਬਲ ਰਿਸਟ੍ਰਿਕਸ਼ਨਸ ਨੇ ਉਹ ਲੱਗ ਸਕਦੀਆਂ ਨੇ, ਸਟੇਟ ਅਗੇਨ ਉਹੀ ਸਰਕਾਰਾਂ ਜਾਂ ਪਾਰਲੀਮੈਂਟ ਇੰਪੋਜ਼ ਕਰ ਸਕਦੀ ਹੈ ਰਿਸਟ੍ਰਿਕਸ਼ਨਸ, ਠੀਕ ਹੈ। ਕੋਰਟ ਕੈਨ ਵੈਰੀਫਾਈ ਰਿਸਟ੍ਰਿਕਸ਼ਨਸ, ਅੱਛਾ ਰਿਸਟ੍ਰਿਕਸ਼ਨ ਲਗਾ ਤਾਂ ਦਿੱਤੀਆਂ ਸਰਕਾਰਾਂ ਨੇ, ਬਟ ਉਸ ਤੋਂ ਬਾਅਦ 'ਚ ਜਿਹੜੀਆਂ ਕੋਰਟਸ ਨੇਗੀਆਂ, ਉਹ ਇਹ ਚੀਜ਼ਾਂ ਨੂੰ ਵੈਰੀਫਾਈ ਕਰ ਸਕਦੇ ਕਿ ਜਿਹੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਨੇ ਆਜ਼ਾਦੀ ਦੇ ਉੱਪਰ, ਕਿ ਉਹ ਠੀਕ ਨੇ, ਕਿ ਉਹ ਰੀਜ਼ਨੇਬਲ ਨੇ, ਠੀਕ ਹੈ ਨਾ। ਅਤੇ ਇਹ ਚੀਜ਼ ਵੀ ਹੈਗੀ ਹੈ। ਅਗੇਨ ਇਹਦਾ ਕਨਸੈਪਟ ਆ ਜਾਂਦਾ ਆਰਟੀਕਲ 13 ਦੇ ਵਿੱਚ, ਜੁਡੀਸ਼ੀਅਲ ਰਿਵਿਊ, ਠੀਕ ਹੈ ਨਾ। ਆਰਟੀਕਲ 13 ਦੇ ਵਿੱਚ ਆ ਜਾਂਦਾ ਜੁਡੀਸ਼ੀਅਲ ਰਿਵਿਊ, ਕਿ ਜਿਹੜੇ ਫੰਡਾਮੈਂਟਲ ਰਾਈਟਸ ਦੇ ਉੱਪਰ ਸਰਕਾਰ ਨੇ ਕੋਈ ਰੈਸਟ੍ਰਿਕਸ਼ਨ ਲਗਾਈ ਹੈ, ਕਿ ਉਹ ਸਹੀ ਲਗਾਈ ਹੈ, ਤਾਂ ਕੋਰਟ ਇਸ ਚੀਜ਼ ਨੂੰ ਵੈਰੀਫਾਈ ਕਰ ਸਕਦੇ ਨੇ, ਠੀਕ ਹੈ ਨਾ। ਮੋਸਟ ਆਫ ਦੈਮ ਅਗੇਂਸਟ, ਅਗੇਨ ਉਹੀ ਚੀਜ਼ ਆ ਗਈ, ਸਟੇਟ ਦੇ ਕੁਛ ਪ੍ਰਾਈਵੇਟ ਇੰਡੀਵਿਜੂਅਲ ਦੇ ਅਗੇਂਸਟ ਵੀ ਹੈਗੇ ਨੇ, ਠੀਕ ਹੈ ਨਾ। ਸਟੇਟ ਓਨਲੀ ਕੇਸ ਵਾਇਲੇਸ਼ਨ ਬਾਈ ਪ੍ਰਾਈਵੇਟ ਇੰਡੀਵਿਜੂਅਲ ਟ੍ਰੀਟਡ ਨੋਟ ਕਨਸਟੀਟਿਊਸ਼ਨ, ਠੀਕ ਹੈ, ਚਲੋ ਕੋਈ ਗੱਲ ਨਹੀਂ। ਇਹਦਾ ਸਿੰਪਲ ਮਤਲਬ ਇਹੀ ਹੈਗਾ ਕਿ ਦੇਖੋ ਜਦੋਂ ਕੋਈ ਸਟੇਟ ਵਾਇਲੇਟ ਕਰਦਾ ਹੈਗਾ, ਠੀਕ ਹੈ ਨਾ, ਮਤਲਬ ਸਰਕਾਰ ਨੇ ਮੇਰੇ ਬੋਲਣ ਦੇ ਉੱਪਰ ਕੋਈ ਰੋਕ ਲਗਾ ਦਿੱਤੀ, ਫਿਰ ਮੈਂ ਸੁਪਰੀਮ ਕੋਰਟ ਜਾ ਸਕਦਾ, ਠੀਕ ਹੈ ਨਾ। ਬਟ ਅਗਰ ਮੇਰੇ ਬੋਲਣ ਦੇ ਉੱਪਰ ਕਿਸੇ ਆਮ ਬੰਦੇ ਨੇ ਰੋਕ ਲਗਾਤੀ, ਮੰਨ ਲਓ ਮੈਨੂੰ ਕਿਸੇ ਨੇ ਬੋਲਣ ਤੋਂ ਮਨਾ ਕਰਤਾ ਕਿ ਤੁਸੀਂ ਇਹ ਚੀਜ਼ ਨਹੀਂ ਬੋਲਣੀ, ਤਾਂ ਮੈਂ ਉਹ ਬੰਦੇ ਦੇ ਖਿਲਾਫ, ਉਹ ਪ੍ਰਾਈਵੇਟ ਬੰਦੇ ਦੇ ਖਿਲਾਫ ਕੋਰਟ ਦੇ ਵਿੱਚ ਨਹੀਂ ਜਾ ਸਕਦਾ ਸਿੱਧਾ, ਠੀਕ ਹੈ ਨਾ। ਸੁਪਰੀਮ ਕੋਰਟ ਦੇ ਵਿੱਚ ਸਿੱਧਾ ਨਹੀਂ ਜਾ ਸਕਦਾ ਕਿ ਮੇਰੀ ਕੌਨਸਟੀਟਿਊਸ਼ਨਲ ਰਾਈਟ ਵਾਇਲੇਟ ਹੋ ਰਹੀ ਹੈ, ਇੱਦਾਂ ਨਹੀਂ ਹੈਗਾ। ਅਗਰ ਮੇਰੀ ਕੌਨਸਟੀਟਿਊਸ਼ਨਲ ਰਾਈਟ ਸਟੇਟ ਵਾਇਲੇਟ ਕਰ ਰਹੀ ਹੈ, ਸਰਕਾਰ ਵਾਇਲੇਟ ਕਰ ਰਹੀ ਹੈ, ਫਿਰ ਮੈਂ ਜਾ ਸਕਦਾ, ਠੀਕ ਹੈ ਨਾ। ਇਹੀ ਚੀਜ਼ ਦਿੱਤੀ ਹੋਈ ਹੈ ਇਹਦੇ ਵਿੱਚ, ਠੀਕ ਹੈ ਜੀ, ਠੀਕ ਹੈ। ਨੈਬ ਤਹਿਸੀਲਦਾਰ का एग्ज़ाम पोस्टपोन होगा या नहीं? देखो मोस्ट लाइकली होना चाहिए, बट देखो मतलब कोई मैं प्रॉपर स्टेटमेंट नहीं दे रहा हैगा,
ठीक है। हाले तक कोई बिल्कुल भी नेड़े तेड़े भी कोई नोटिफिकेशन नहीं हैगी इस ते। ਤਾਂ ਦੇਖੋ ਜੋ ਕਾਮਨ ਇੱਕ ਪਰਸੈਪਸ਼ਨ ਇਹੀ ਹੈ ਕਿ ਹਾਂ ਪੋਸਟਪੋਨ ਹੋਏਗਾ, ਬਟ ਤੁਸੀਂ ਪਲੀਜ਼ ਤਿਆਰੀ ਤਾਂ ਦੇਖੋ ਆਪਾਂ ਨੂੰ ਕਰਨੀ ਹੀ ਪੈਣੀ ਹੈ, ਹੁਣ ਹੋਵੇ ਚਾਹੇ ਬਾਅਦ 'ਚ ਹੋਵੇ, ਠੀਕ ਹੈ ਨਾ। ਤਾਂ ਤਿਆਰੀ ਦੇ ਉੱਪਰ ਢਿੱਲ ਨਹੀਂ ਪਾਉਣੀ ਚਾਹੀਦੀ ਮੇਰੇ ਹਿਸਾਬ ਨਾਲ, ਠੀਕ ਹੈ ਨਾ। ਬਟ ਮੋਸਟ ਲਾਈਕਲੀ ਪੋਸਟਪੋਨ ਹੋ ਸਕਦਾ। ਪਟਵਾਰੀ ਐਗਜ਼ਾਮ ਦਾ ਹੈ ਸਰ ਜੀ ਕੋਈ ਆਈਡੀਆ? ਹਾਂਜੀ ਰਾਜੇ ਮਨਪ੍ਰੀਤ, ਮਤਲਬ ਐਗਜ਼ਾਮ ਜੁਲਾਈ ਦੇ ਵਿੱਚ ਐਕਸਪੈਕਟ ਕਰ ਸਕਦੇ ਹਾਂ ਆਪਾਂ। ਦੇਖੋ ਬਾਕੀ ਸਾਰੇ ਨਾ ਜਿਹੜੇ ਇਹ ਆਈਡੀਆਜ਼ ਨੇ ਇਹ ਵੇਗ ਆਈਡੀਆਜ਼ ਨੇਗੇ, ਠੀਕ ਹੈ ਨਾ, ਇੰਕਲੂਡਿੰਗ ਮਾਈਨ। ਮੇਰਾ ਵੀ ਆਈਡੀਆ ਵੇਗ ਹੈ, ਦੇਖੋ ਕੋਈ ਓਥੈਂਟਿਕ ਸੋਰਸ ਨਹੀਂ ਹੈਗਾ, ਓਬਵੀਅਸ ਜੀ ਗੱਲ ਹੈ। ਬਟ ਇੱਕ ਆਪਾਂ ਜਿਵੇਂ ਆਪਾਂ ਐਕਸਪੀਰੀਅੰਸ ਦੀ ਗੱਲ ਕਰੀਏ ਕਿ ਪਿਛਲੇ ਐਗਜ਼ਾਮ ਹੁੰਦੇ ਰਹਿੰਦੇ ਨੇ, ਤਾਂ ਉਸ ਤੋਂ ਆਪਾਂ ਥੋੜ੍ਹਾ ਜਿਹਾ ਗੈਸ ਕਰ ਸਕਦੇ ਹਾਂ ਕਿ ਕਿਉਂਕਿ ਐਗਜ਼ਾਮ ਲੈਣਾ ਵੀ ਜ਼ਰੂਰੀ ਹੈ, ਠੀਕ ਹੈ, ਜਲਦੀ ਲੈਣਾ ਵੀ ਜ਼ਰੂਰੀ ਹੈ, ਅਤੇ ਕਰੋਨਾ ਦੇ ਜਿਹੜੇ ਕੇਸਿਸ ਨੇ ਜਦੋਂ ਥੋੜ੍ਹਾ ਜਿਹਾ ਲਿਮਿਟ ਹੋਈਆਂ ਚੀਜ਼ਾਂ ਉਦੋਂ ਹੀ ਹੋ ਪਾਊਗਾ। ਤਾਂ ਜਿਹੜਾ ਡਾਟਾ ਕਹਿ ਰਿਹਾ, ਜਿਹੜਾ ਸਟੈਟਸ ਕਹਿ ਰਹੇ ਨੇ ਕਿ ਉਹ 2 ਮਹੀਨਿਆਂ ਦੇ ਵਿੱਚ ਹੋ ਸਕਦਾ ਕਿ ਜਿਹੜੇ ਕੇਸਿਸ ਨੇ ਉਹ ਥੋੜ੍ਹਾ ਜਿਹਾ ਸਲੰਪ ਆਵੇ, ਕਿ ਜਿਹੜੀ ਪੀਕ ਹੈ ਜਿਹੜੀ ਉਹ ਡਾਊਨਫੋਲ ਹੋਣੀ ਸਟਾਰਟ ਹੋ ਜੇ, ਤਾਂ ਉਦੋਂ ਐਗਜ਼ਾਮ ਕੰਡਕਟ ਕਰਾਇਆ ਜਾ ਸਕਦਾ। ਜਦੋਂ ਤੱਕ ਪੀਕ ਉੱਪਰ ਜਾ ਰਹੀ ਹੈ ਕੇਸਿਸ ਦੀ, ਉਦੋਂ ਤੱਕ ਐਗਜ਼ਾਮ ਨਹੀਂ ਕੰਡਕਟ ਕਰਾਇਆ ਜਾ ਸਕਦਾ, ਠੀਕ ਹੈ, ਇਹ ਚੀਜ਼ ਹੈ। ਚਲੋ ਸਟੇਟ ਓਨਲੀ ਕੇਸ ਵਾਇਲੇਸ਼ਨਸ ਬਾਈ ਹਾਂ ਬੀ ਰਿਟਨ, ਠੀਕ ਹੈ। ਨੈਗੇਟਿਵ ਇਨ ਕਰੈਕਟਰ, ਅਗੇਨ ਉਹੀ ਚੀਜ਼ ਆ ਕਿ ਨੈਗੇਟਿਵ ਦਾ ਮਤਲਬ ਕੀ ਹੈ ਕਿ ਲਿਮਿਟੇਸ਼ਨ ਇੰਪੋਜ਼ ਕਰ ਰਹੀ ਹੈ ਸਟੇਟ ਦੇ ਉੱਪਰ। ਨੈਗੇਟਿਵ ਪੋਜ਼ੀਟਿਵ ਦਾ ਮਤਲਬ ਆਪਾਂ ਪਹਿਲਾਂ ਵੀ ਸਮਝ ਕੇ ਆਇਆ, ਗਲਤ ਸਹੀ ਨਹੀਂ ਹੁੰਦਾ। ਨੈਗੇਟਿਵ ਦਾ ਮਤਲਬ ਹੈ ਕਿਸੇ ਨੂੰ ਰੋਕਣਾ ਕਿਸੇ ਕੰਮ ਕਰਨ ਤੋਂ, ਮਤਲਬ ਲਿਮਿਟੇਸ਼ਨ ਇੰਪੋਜ਼ ਕਰ ਰਹੀ ਹੈ ਸਟੇਟ ਦੇ ਉੱਪਰ, ਠੀਕ ਹੈ। ਪੋਜ਼ੀਟਿਵ ਦਾ ਕੀ ਮਤਲਬ ਹੈ ਕਿ ਪ੍ਰਿਵਿਲੇਜ ਕਨਫਰ ਕਰ ਰਹੀ ਹੈ, ਕੁਛ ਸਹੂਲਤਾਂ ਦੇ ਰਹੀ ਹੈ ਜਿਹੜੀਆਂ ਆਮ ਲੋਕਾਂ ਨੂੰ ਹੈ, ਇਹ ਪੋਜ਼ੀਟਿਵ ਦਾ ਹੋਇਆ ਮਤਲਬ, ਠੀਕ ਹੈ। ਤਾਂ ਫੰਡਾਮੈਂਟਲ ਰਾਈਟਸ ਦੋਨੋਂ ਨੇ, ਨੈਗੇਟਿਵ ਵੀ ਕਰੈਕਟਰ ਹੈਗੇ ਨੇ ਅਤੇ ਪੋਜ਼ੀਟਿਵ ਵੀ ਹੈਗੇ ਨੇ, ਠੀਕ ਹੈ। ਸਰ ਦਿਸ ਇਜ਼ ਦ ਬੈਸਟ ਚੈਨਲ, ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਜਸਟਿਸ਼ੀਏਬਲ ਹੈਗਾ, ਠੀਕ ਹੈ। ਅਗੇਨ ਉਹੀ ਚੀਜ਼ ਕਿ ਆਪਾਂ ਕੋਰਟ ਦੇ ਵਿੱਚ ਜਾ ਸਕਦੇ ਹਾਂ, ਸੁਪਰੀਮ ਕੋਰਟ ਡਾਇਰੈਕਟਲੀ ਜਾ ਸਕਦੇ ਹਾਂ, ਠੀਕ ਹੈ। ਨੋਟ ਸੈਕਰੋਸੈਂਟ ਔਰ ਪਰਮਾਨੈਂਟ ਬਟ ਕਰਟੇਲ ਔਰ ਰਿਪੀਲ ਥਰੂ ਕਨਸਟੀਟਿਊਸ਼ਨਲ ਅਮੈਂਡਮੈਂਟ, ਠੀਕ ਹੈ ਨਾ। ਮਤਲਬ ਉੱਦਾਂ ਨਹੀਂ ਵਾਇਲੇਟ ਕਰ ਸਕਦੇ ਸੀ ਨੋਰਮਲ ਪ੍ਰੋਸੀਜਰ ਨਾਲ, ਤੁਸੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਕਰ ਸਕਦੇ ਹੋ, ਫਿਰ ਕੁਛ ਨਾ ਕੁਛ ਚੇਂਜ ਫੇਰ ਬਦਲ ਹੋ ਸਕਦਾ। ਅਦਰਵਾਈਜ਼ ਸਿੰਪਲ ਪ੍ਰੋਸੀਜਰ ਨਾਲ ਤੁਸੀਂ ਫੰਡਾਮੈਂਟਲ ਰਾਈਟਸ ਵਾਇਲੇਟ ਨਹੀਂ ਕਰ ਸਕਦੇ, ਠੀਕ ਹੈ। ਬਾਕੀ ਇਹ ਡਿਟੇਲ ਵਿੱਚ ਅੱਗੇ ਕਰ ਰਹੇ ਆਪਾਂ, ਅੱਗੇ ਆ ਰਿਹਾ ਸਾਰਾ ਕੁਛ ਆ ਰਿਹਾ। ਅਗੇਨ ਦੇਖੋ ਹੁਣ ਕੌਣ ਪੁੱਛ ਰਹੇ ਸੀਗੇ ਕਿ ਸਟੇਟ ਦੀ ਡੈਫੀਨੇਸ਼ਨ ਕੀ ਹੈ। ਦੇਖੋ ਆਰਟੀਕਲ ਜਿਹੜਾ 12 ਹੈ ਉਹ ਸਟੇਟ ਦੀ ਡੈਫੀਨੇਸ਼ਨ ਦੇ ਨਾਲ ਹੀ ਡੀਲ ਕਰ ਰਿਹਾ, ਠੀਕ ਹੈ ਨਾ। ਹਾਂ ਸਟੇਟ ਦੇ ਵਿੱਚ ਕੀ ਕੁਛ ਆ ਗਿਆ, ਲੈਜਿਸਲੇਚਰ ਆਫ ਸਟੇਟਸ, ਲੋਕਲ ਅਥੋਰਿਟੀਜ਼, ਸਟੈਟੂਟਰੀ ਅਥੋਰਿਟੀਜ਼। ਸਟੈਟੂਟਰੀ ਕੀ ਹੁੰਦਾ ਹੈਗਾ, ਜਿਹੜੇ ਕਿ ਕਿਸੇ ਕਾਨੂੰਨ ਨਾਲ ਬਣੀਆਂ ਹੁੰਦੀਆਂ ਨੇ, ਠੀਕ ਹੈ ਨਾ। ਸਟੈਟੂਟੋਰੀ ਕਿਸੇ ਕਾਨੂੰਨ ਦੇ ਨਾਲ ਬਣੀ ਹੋਈ ਚੀਜ਼ ਨੂੰ ਸਟੈਟੂਟੋਰੀ ਕਿਹਾ ਜਾਂਦਾ ਹੁੰਦਾ, ਠੀਕ ਹੈ ਨਾ। ਬੋਡੀਜ਼ ਲਾਈਕ LIC, ONGC, ਸੇਲ, ਮਤਲਬ ਜਿਹੜੀਆਂ ਸਰਕਾਰੀ ਕੰਪਨੀਜ਼ ਵੀ ਨੇ ਉਹ ਵੀ ਸਟੇਟ ਦੇ ਵਿੱਚ ਆ ਗਈਆਂ, ਠੀਕ ਹੈ ਨਾ, ਜਦੋਂ ਕਿ ਫੰਡਾਮੈਂਟਲ ਰਾਈਟਸ ਦੀ ਗੱਲ ਕਰੀਏ ਆਪਾਂ, ਠੀਕ ਹੈ ਨਾ। ਈਵਨ ਕਿ ਕੋਈ ਪ੍ਰਾਈਵੇਟ ਬੋਡੀ ਹੈ ਜਿਹੜੀ ਕਿ ਸਟੇਟ ਦੁਆਰਾ ਦਿੱਤਾ ਗਿਆ ਕੋਈ ਕੰਮ ਕਰ ਰਹੀ ਹੈ, ਉਹ ਵੀ ਸਟੇਟ ਦੇ ਵਿੱਚ ਇੰਕਲੂਡ ਹੋਏਗੀ ਐਜ਼ ਫਾਰ ਐਜ਼ ਫੰਡਾਮੈਂਟਲ ਰਾਈਟਸ ਆਰ ਕੰਸਰਨ, ਠੀਕ ਹੈ। ਲਾਜ਼ ਇਨਕਨਸਿਸਟੈਂਟ ਡੈਰੋਗੇਸ਼ਨ ਵਿਦ ਫੰਡਾਮੈਂਟਲ ਰਾਈਟਸ ਵਾਇਡ, ਅਗੇਨ ਆਰਟੀਕਲ 13 ਦੀ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਜਿਹੜਾ ਜੁਡੀਸ਼ੀਅਲ ਰਿਵਿਊ ਹੈ, ਕਿ ਅਗਰ ਕੋਈ ਵੀ ਲਾਅ ਹੈ ਜਿਹੜਾ ਉਹ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰ ਰਿਹਾ, ਤਾਂ ਉਹ ਕੋਰਟਸ ਦੁਆਰਾ ਵਾਇਡ ਜਾਂ ਮਤਲਬ ਖਾਰਿਜ ਕਰ ਦਿੱਤਾ ਜਾਏਗਾ, ਠੀਕ ਹੈ ਨਾ। ਆਰਟੀਕਲ 13 ਇਹ ਚੀਜ਼ ਕਹਿ ਰਹੀ ਹੈ। ਆਰਟੀਕਲ 13 ਦਾ ਮਤਲਬ ਹੈ ਸਿੰਪਲੀ ਜੁਡੀਸ਼ੀਅਲ ਰਿਵਿਊ। ਚਲੋ ਠੀਕ ਹੈ, ਹਾਂਜੀ ਹਾਂ ਜੁਡੀਸ਼ੀਅਲ ਰਿਵਿਊ। ਫਿਰ ਅੱਛਾ ਆਰਟੀਕਲ 32 ਹੈ ਅਤੇ ਆਰਟੀਕਲ 26 ਆਪਾਂ ਪਹਿਲਾਂ ਗੱਲ ਕਰਕੇ ਹਟ ਗਏ ਨਾ, ਕਿ ਜਿਹੜੇ ਰਿਟ ਜੂਰਿਸਡਿਕਸ਼ਨ ਹੈ, ਰਿਟ ਹੁੰਦਾ ਆ ਦੇਖੋ WRIT ਰਿਟ, ਜਿਹੜੀ ਰਿਟ ਜੂਰਿਸਡਿਕਸ਼ਨ ਹੈਗੀ ਹੈ ਉਹ ਆਰਟੀਕਲ 32 ਅਤੇ ਆਰਟੀਕਲ 226 ਦੇ ਅੰਡਰ ਆਉਂਦੀ ਹੈ। ਅਗਰ ਸਿੱਧਾ ਸੁਪਰੀਮ ਕੋਰਟ ਜਾਣਾ ਹੈ ਤਾਂ ਆਰਟੀਕਲ 32 ਦੇ ਅੰਡਰ ਜਾਵਾਂਗੇ, ਅਗਰ ਸਿੱਧਾ ਹਾਈ ਕੋਰਟ ਜਾਣਾ ਤਾਂ ਆਰਟੀਕਲ 226 ਦੇ ਅੰਡਰ ਜਾਵਾਂਗੇ ਆਪਾਂ, ਜਦੋਂ ਕਿ ਆਪਣੇ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਨੇ, ਠੀਕ ਹੈ ਜੀ। ਚਲੋ ਹੁਣ ਲਾਅ ਕਿਹੜਾ ਹੁੰਦਾ ਹੈਗਾ, ਦੇਖੋ ਆਪਾਂ ਗੱਲ ਕਰ ਰਹੇ ਕਿ ਜਿਹੜਾ ਲਾਅ ਹੈਗਾ ਵੀ ਕੋਈ ਲਾਅ ਜਿਹੜਾ ਹੈ ਫੰਡਾਮੈਂਟਲ ਰਾਈਟ ਨੂੰ ਵਾਇਲੇਟ ਕਰ ਰਿਹਾ ਤਾਂ ਉਹ ਖਾਰਿਜ ਡਿਕਲੇਅਰ ਕਰ ਦਿੱਤਾ ਜਾਏਗਾ। ਹੁਣ ਕਿਹੜੇ ਲਾਅ ਕਿਹੜੇ ਹੁੰਦੇ ਨੇਗੇ, ਠੀਕ ਹੈ ਨਾ। ਲਾਜ਼ ਇਨੈਕਟਡ ਬਾਈ ਪਾਰਲੀਮੈਂਟ, ਚਾਹੇ ਉਹ ਪਾਰਲੀਮੈਂਟ ਦਾ ਲਾਅ ਹੋਵੇ, ਚਾਹੇ ਸਟੇਟ ਲੈਜਿਸਲੇਚਰ ਦਾ ਲਾਅ ਹੋਵੇ, ਚਾਹੇ ਕੋਈ ਆਰਡੀਨੈਂਸ ਹੀ ਹੋਵੇ, ਜਾਂ ਕੁਛ ਵੀ ਕੋਈ ਬਾਇਲਾ, ਕੋਈ ਆਰਡਰ, ਕੋਈ ਨੋਟੀਫਿਕੇਸ਼ਨ, ਕੁਛ ਵੀ ਜਿਹੜੀ ਸਰਕਾਰ ਦੁਆਰਾ ਕੋਈ ਕਮਿਊਨੀਕੇਸ਼ਨ ਦਿੱਤੀ ਜਾ ਰਹੀ ਹੈ, ਉਹ ਅਗਰ ਫੰਡਾਮੈਂਟਲ ਰਾਈਟ ਨੂੰ ਵਾਇਲੇਟ ਕਰ ਰਹੀ ਹੈ ਤਾਂ ਅਸੀਂ ਉਸ ਦੇ ਅਗੇਂਸਟ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ, ਠੀਕ ਹੈ। ਤਾਂ ਲਾਅ ਦਾ ਜਿਹੜਾ ਡੈਫੀਨੇਸ਼ਨ ਹੈ ਬਹੁਤ ਹੀ ਮਤਲਬ ਐਕਸਪੈਂਸਿਵ ਹੈਗੀ ਹੈ, ਠੀਕ ਹੈ ਨਾ, ਬਹੁਤ ਵੱਡੀ ਡੈਫੀਨੇਸ਼ਨ ਹੈ। ਅੱਛਾ ਕੌਨਸਟੀਟਿਊਸ਼ਨਲ ਅਮੈਂਡਮੈਂਟ ਵੀ ਇਸ ਦੇ ਅੰਡਰ ਆ ਜਾਂਦੀ ਹੈਗੀ, ਠੀਕ ਹੈ ਨਾ, ਲਾਅ ਦੇ ਅੰਡਰ, ਠੀਕ ਹੈ ਨਾ। ਕੇਸ਼ਵਾਨੰਦ ਭਾਰਤੀ ਕੇਸ ਤੋਂ ਬਾਅਦ ਇਹ ਵੀ ਆਪਾਂ ਅੱਗੇ ਡਿਟੇਲ ਦੇ ਵਿੱਚ ਪੜ੍ਹਦੇ ਹਾਂ।
ठीक है ना। ये सिर्फ इंट्रोडक्शन हो रही है चैप्टर की, चैप्टर काफ़ी बड़ा है, काफ़ी इंपॉर्टेंट चैप्टर है फंडामेंटल राइट्स का, तो हर एक चीज़ बड़े डिटेल ਦੇ ਵਿੱਚ ਕਰਨੀ ਜ਼ਰੂਰੀ ਹੈ, ਠੀਕ ਹੈ ਨਾ। ਮੈਂ ਇਸ ਦੇ ਵਿੱਚ ਕੋਸ਼ਿਸ਼ ਕਰੂੰਗਾ ਕਿ ਬਿਲਕੁਲ ਬਹੁਤ ਘੱਟ ਚੀਜ਼ਾਂ ਸਕਿਪ ਕਰਾਂ, ਤਾਂ ਮਤਲਬ ਮੈਕਸਿਮਮ ਚੀਜ਼ਾਂ ਕਵਰ ਕਰਨੀਆਂ ਪੈਣਗੀਆਂ, ਕਿਉਂਕਿ ਬਹੁਤ ਇੰਪੋਰਟੈਂਟ ਚੈਪਟਰ ਹੈ ਫੰਡਾਮੈਂਟਲ ਰਾਈਟਸ ਦਾ, ਠੀਕ ਹੈ ਨਾ। ਮੈਕਸਿਮਮ ਕੁਐਸਚਨ ਸਿਰਫ 2-3 ਚੈਪਟਰ ਤੋਂ ਹੀ ਬਣਦੇ ਨੇ ਪੋਲਿਟੀ ਦੇ ਵਿੱਚੋਂ, ਫੰਡਾਮੈਂਟਲ ਰਾਈਟਸ, ਪਾਰਲੀਮੈਂਟ, ਪ੍ਰੈਜ਼ੀਡੈਂਟ ਅਤੇ ਗਵਰਨਰ, ਆਹ 3-4 ਚੈਪਟਰਸ ਨੇ ਜਿਸ ਚੋਂ ਮੈਕਸਿਮਮ ਕੁਐਸਚਨਸ ਬਣਦੇ ਨੇ। ਤਾਂ ਇਹਨਾਂ ਚੈਪਟਰ ਦੇ ਵਿੱਚੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਮਾਈਨਰ ਤੋਂ ਮਾਈਨਰ ਚੀਜ਼ ਨੂੰ ਵੀ ਡਿਟੇਲ ਦੇ ਵਿੱਚ ਪੜ੍ਹਿਆ ਜਾਵੇ, ਠੀਕ ਹੈ ਨਾ। ਚਲੋ ਮਨਪ੍ਰੀਤ, ਠੀਕ ਹੈ, ਠੀਕ। ਰਾਈਟ ਟੂ ਇਕੁਐਲਿਟੀ ਦੀ ਗੱਲ ਕਰੀਏ ਆਪਾਂ, ਆਰਟੀਕਲ 14 ਹੈ ਜਿਹੜਾ, ਠੀਕ ਹੈ ਨਾ। ਰਾਈਟ ਟੂ ਇਕੁਐਲਿਟੀ ਅਗੇਨ ਮਤਲਬ ਸਾਰੇ ਆਪਣੇ ਜਿਹੜੇ ਸਿਟੀਜ਼ਨਸ ਨੇ ਜਾਂ ਹੋਰ ਲੋਕ ਨੇ ਉਹ ਬਰਾਬਰ ਨੇ ਕਾਨੂੰਨ ਦੀ ਨਿਗਾਹ ਦੇ ਵਿੱਚ, ਠੀਕ ਹੈ ਨਾ। ਇਹ ਇੱਕ ਬੇਸਿਕ ਫੀਚਰ ਹੈ, ਬੇਸਿਕ ਫੀਚਰ ਮਤਲਬ ਬੇਸਿਕ ਸਟਰਕਚਰ ਦੇ ਵਿੱਚ ਆ ਜਾਂਦਾ ਇਹ ਚੀਜ਼, ਠੀਕ ਹੈ। ਹੁਣ ਆਰਟੀਕਲ 14 ਦੇ ਵਿੱਚ ਦੇਖੋ ਧਿਆਨ ਨਾਲ ਸਮਝਣ ਵਾਲੀ ਚੀਜ਼ ਹੈ, ਪਲੀਜ਼ ਬੀ ਵਿਦ ਮੀ, ਬਿਲਕੁਲ ਧਿਆਨ ਨਾਲ ਸਮਝਣਾ। ਦੋ ਚੀਜ਼ਾਂ ਨੇ ਆਰਟੀਕਲ 14 ਦੇ ਵਿੱਚ, ਇੱਕ ਤਾਂ ਇਕੁਐਲਿਟੀ ਬਿਫੋਰ ਲਾਅ ਹੈਗਾ, ਠੀਕ ਹੈ ਨਾ, ਇੱਕ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਹੈ, ਠੀਕ ਹੈ ਨਾ। ਇਹ ਵੈਸੇ ਤਾਂ ਦੇਖੋ ਤੁਹਾਡੇ MCQ ਪੁਆਇੰਟ ਆਫ ਵਿਊ ਤੋਂ ਸਿਰਫ ਇਹ ਚੀਜ਼ ਇੰਪੋਰਟੈਂਟ ਹੈ ਕਿ ਇਹ ਆਪਾਂ ਨੇ ਬ੍ਰਿਟਿਸ਼ ਤੋਂ ਲਈ, ਬ੍ਰਿਟੇਨ ਤੋਂ ਲਈ, ਇੰਗਲੈਂਡ ਤੋਂ ਲਈ, ਇਹ ਚੀਜ਼ ਆਪਾਂ ਨੇ ਅਮਰੀਕਾ ਤੋਂ ਲਈ। ਤੁਸੀਂ ਅਗਰ ਇਹ ਰੱਟਾ ਲਗਾ ਲਓਗੇ ਤਾਂ ਤੁਹਾਡਾ ਕੁਐਸਚਨ ਬਣ ਜਾਏਗਾ, ਕੋਈ ਇਸ਼ੂ ਨਹੀਂ ਹੈ। ਬਟ ਮੈਂ ਕੀ ਸਮਝਦਾ ਕਿ ਤੁਹਾਨੂੰ ਸਮਝ ਵੀ ਹੋਣੀ ਚਾਹੀਦੀ ਹੈ ਇਸ ਚੀਜ਼ ਦੀ, ਤਾਂ ਉਹ ਸਮਝ ਲਓ, ਠੀਕ ਹੈ ਨਾ। ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਤਾਂ ਪਲੀਜ਼ ਬੀ ਵਿਦ ਮੀ, ਠੀਕ ਹੈ। ਇਕੁਐਲਿਟੀ ਬਿਫੋਰ ਲਾਅ ਕੀ ਹੈਗਾ ਕਿ ਕੋਈ ਵੀ ਬੰਦਾ ਅਬਵ ਦਾ ਲਾਅ ਨਹੀਂ ਹੈਗਾ, ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈਗਾ, ਠੀਕ ਹੈ ਨਾ। ਸਿੰਪਲ ਜੀ ਸਟੇਟਮੈਂਟ ਦੇ ਰਿਹਾ, ਜਿਹੜੀ ਆਪਾਂ ਮੂਵੀਜ਼ ਦੇ ਵਿੱਚ ਵੀ ਦੇਖਦੇ ਹਾਂ, ਹੈ ਨਾ, ਵੀ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈਗਾ ਜਾਂ ਕੁਛ, ਜਾਂ ਜਿਹੜੀ ਆਪਾਂ ਨੂੰ ਪਰਸੈਪਸ਼ਨ ਆਪਾਂ ਨੂੰ ਕਾਮਨ ਪਤਾ ਹੈ ਕਿ ਹਾਂ ਸਾਰਿਆਂ ਲਈ ਕਾਨੂੰਨ ਬਰਾਬਰ ਹੈ, ਇਹ ਹੈਗੇ ਇਕੁਐਲਿਟੀ ਬਿਫੋਰ ਲਾਅ। ਜਿਹੜਾ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਹੈਗਾ, ਇਹ ਥੋੜ੍ਹਾ ਜਿਹਾ ਪ੍ਰੋਗਰੈਸਿਵ ਕਨਸੈਪਟ ਹੈ, ਥੋੜ੍ਹਾ ਜਿਹਾ ਹੋਰ ਪੋਜ਼ੀਟਿਵ ਕਨਸੈਪਟ ਹੈਗਾ। ਦੇਖੋ ਤੁਸੀਂ ਸਮਝ ਸਕਦੇ ਹੋ ਰੈਜ਼ਰਵੇਸ਼ਨ ਤੋਂ, ਵੈਸੇ ਤਾਂ ਰੈਜ਼ਰਵੇਸ਼ਨ ਵਾਲਾ ਕਨਸੈਪਟ ਅਲੱਗ ਹੈ, ਆਰਟੀਕਲ 15 ਦੇ ਵਿੱਚ ਆਏਗਾ, ਪਰ ਤੁਸੀਂ ਸਮਝਣ ਲਈ ਸਮਝ ਲਓ ਇੱਕ ਵਾਰੀ ਕਿ ਜਿਵੇਂ ਰੈਜ਼ਰਵੇਸ਼ਨ ਦੇ ਵਿੱਚ ਹੁੰਦਾ ਹੈ। ਦੇਖੋ ਤੁਸੀਂ ਆਹ ਇਮੇਜ ਹਮੇਸ਼ਾ ਦੇਖੀ ਹੋਊਗੀ ਕਿਸੇ ਨਾ ਕਿਸੇ ਨੇ, ਠੀਕ ਹੈ ਨਾ। ਆਹ ਇਮੇਜ ਕਿ ਆਹ ਦੋ ਪੋਡੀਅਮ ਨੇਗੇ, ਇੱਕ ਤੇ ਬੰਦਾ ਇੱਥੇ ਖੜ੍ਹਾ ਹੈਗਾ, ਠੀਕ ਹੈ ਨਾ, ਇੱਕ ਛੋਟਾ ਬੰਦਾ ਇੱਥੇ ਖੜ੍ਹਾ ਹੈਗਾ, ਤਾਂ ਦੋਨਾਂ ਨੂੰ ਬਰਾਬਰ ਲਿਆ ਦਿੱਤਾ ਗਿਆ, ਠੀਕ ਹੈ ਨਾ। ਤਾਂ ਇਹ ਕੀ ਕੀਤਾ ਗਿਆ ਕਿ ਇਹ ਰੈਜ਼ਰਵੇਸ਼ਨ ਦਾ ਇੱਕ ਕਨਸੈਪਟ ਹੈਗਾ ਕਿ ਜਿਹੜਾ ਬੰਦੇ ਕੋਲ ਰਿਸੋਰਸਿਸ ਘੱਟ ਸੀਗੇ ਪਹਿਲਾਂ, ਉਹਨੂੰ ਆਪਾਂ ਨੇ ਐਡੀਸ਼ਨਲ ਰਿਸੋਰਸਿਸ ਦੇ ਦਿੱਤੇ ਤਾਂ ਕਿ ਉਹ ਬਰਾਬਰ ਲੈਵਲ 'ਤੇ ਆ ਜਾਏ, ਠੀਕ ਹੈ ਨਾ। ਇਹੀ ਚੀਜ਼ ਹੈਗੀ, ਤਾਂ ਇਹੀ ਚੀਜ਼ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਦੇ ਵਿੱਚ ਆਉਂਦੀ ਹੈ। ਤੁਸੀਂ ਇੰਗਲਿਸ਼ ਸਮਝਣ ਦੀ ਕੋਸ਼ਿਸ਼ ਕਰੋ, ਇਕੁਅਲ ਪ੍ਰੋਟੈਕਸ਼ਨ ਆਫ ਲਾਅ ਮਤਲਬ ਇੱਥੇ ਤਾਂ ਸੀਗਾ ਕਾਨੂੰਨ ਦੇ ਅੱਗੇ ਬਰਾਬਰੀ, ਇਕੁਐਲਿਟੀ ਬਿਫੋਰ ਲਾਅ, ਕਾਨੂੰਨ ਦੇ ਅੱਗੇ ਬਰਾਬਰੀ। ਇਹਦੇ ਵਿੱਚ ਹੈਗਾ ਕਿ ਕਾਨੂੰਨ ਦੀ ਬਰਾਬਰ ਪਾਲਣਾ। ਥੋੜ੍ਹਾ ਜਿਹਾ ਧਿਆਨ ਦਿਓ ਇਸ ਚੀਜ਼ 'ਤੇ, ਠੀਕ ਹੈ ਨਾ, ਕਿ ਜਦੋਂ ਕਿਸੇ ਦੋ ਲੋਕਾਂ ਕੋਲ ਰਿਸੋਰਸਿਸ ਸਹੀ ਨਹੀਂ ਹੈਗੇ, ਕੋਈ ਗਰੀਬ ਜਾਂ ਅਮੀਰ ਬੰਦਾ ਹੈਗਾ, ਠੀਕ ਹੈ ਨਾ, ਤਾਂ ਗਰੀਬ ਬੰਦੇ ਨੂੰ ਆਪਾਂ ਥੋੜ੍ਹਾ ਜਿਹਾ ਐਡੀਸ਼ਨਲ ਬੈਨੀਫਿਟ ਦੇ ਦਿੱਤਾ, ਠੀਕ ਹੈ ਨਾ, ਜਾਂ ਕੋਈ ਜਿਹੜਾ ਪਿਛੜੀ ਜਾਤੀ ਦਾ ਬੰਦਾ ਸੀ ਉਹਨੂੰ ਥੋੜ੍ਹਾ ਜਿਹਾ ਐਡੀਸ਼ਨਲ ਬੈਨੀਫਿਟ ਦੇ ਦਿੱਤਾ ਤਾਂ ਕਿ ਉਹ ਅਮੀਰ ਬੰਦੇ ਦੇ ਜਿਹੜਾ ਅਗਲੇਰੀ ਜਾਤੀ ਦਾ ਬੰਦਾ ਸੀਗਾ ਉਸ ਦੇ ਬਰਾਬਰ ਆ ਕੇ ਖੜ੍ਹਾ ਹੋ ਜਾਏ, ਠੀਕ ਹੈ ਨਾ। ਜਦੋਂ ਤੱਕ ਕਿ ਲਾਅ ਦੀ ਇਨਫੋਰਸਮੈਂਟ ਦੀ ਗੱਲ ਹੋ ਰਹੀ ਹੈਗੀ, ਠੀਕ ਹੈ ਨਾ। ਸਿੰਪਲੀ ਤੁਸੀਂ ਰੈਜ਼ਰਵੇਸ਼ਨ ਦਾ ਕਨਸੈਪਟ ਜਿਹੜਾ ਸਿਰਫ ਉਹੀ ਧਿਆਨ 'ਚ ਰੱਖੋ, ਤੁਹਾਨੂੰ ਉਸ ਨਾਲ ਥੋੜ੍ਹਾ ਸਮਝ ਆ ਜਾਏਗਾ, ਠੀਕ ਹੈ ਨਾ। ਅੱਛਾ, MCQ ਵਾਸਤੇ ਕੀ ਯਾਦ ਰੱਖਣਾ ਹੈਗਾ, ਸਿਰਫ ਇਹ ਚੀਜ਼ ਕਿ ਜਿਹੜਾ ਇਕੁਐਲਿਟੀ ਬਿਫੋਰ ਲਾਅ ਉਹ ਆਪਾਂ ਨੇ ਇੰਗਲੈਂਡ ਤੋਂ ਬੋਰੋ ਕੀਤਾ ਹੈਗਾ, ਜਿਹੜਾ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਹੈ ਉਹ ਆਪਾਂ ਨੇ ਅਮਰੀਕਾ ਤੋਂ ਬੋਰੋ ਕੀਤਾ ਹੈ, ਠੀਕ ਹੈ ਨਾ। ਬਸ ਇਹ ਚੀਜ਼ਾਂ ਰੱਖਣੀਆਂ। ਗੁੱਡ ਮਾਰਨਿੰਗ ਪਲੀਜ਼ ਕਲੀਅਰ ਹੈ ਦੋਨੇ ਚੀਜ਼ਾਂ, ਇਕੁਐਲਿਟੀ ਬਿਫੋਰ ਲਾਅ ਅਤੇ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਅਗਰ ਕਿਸੇ ਨੂੰ ਵੀ ਡਾਊਟ ਹੈ ਪਲੀਜ਼ ਇੱਕ ਵਾਰ ਕਮੈਂਟ ਕਰ ਦਿਓ, ਮੈਂ ਦੁਬਾਰਾ ਐਕਸਪਲੇਨ ਕਰ ਦੂੰਗਾ ਸਾਰੀਆਂ ਚੀਜ਼ਾਂ, ਠੀਕ ਹੈ ਨਾ। ਬਸ ਰਿਜ਼ਰਵੇਸ਼ਨ ਵਾਲਾ ਕਨਸੈਪਟ ਧਿਆਨ ਰੱਖਣਾ ਹੈਗਾ ਸਿੰਪਲੀ, ਠੀਕ ਹੈ ਨਾ। ਦੇਖੋ ਇਕੁਐਲਿਟੀ ਤਾਂ ਹੋਊਗੀ, ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਕੋਲ ਪੇਪਰ ਦਿਓ, ਐਗਜ਼ਾਮ ਕਲੀਅਰ ਕਰੋ, ਜੋਬ ਲੈ ਲਓ, ਠੀਕ ਹੈ ਨਾ। ਇਕੁਐਲਿਟੀ ਤਾਂ ਇਹ ਹੋਈ, ਜਿਹੜੀ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਹੋਈ ਉਹ ਇਹ ਹੋਈ ਕਿ ਰੈਜ਼ਰਵੇਸ਼ਨ ਦੇ ਦੇਣੀ, ਸਿੰਪਲ ਜੀ ਗੱਲ ਹੈ। ਬਸ ਇੱਥੋਂ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੋ, ਠੀਕ ਹੈ ਜੀ, ਠੀਕ ਹੈ ਸੋਨੀਆ, ਬਿਲਕੁਲ। ਅਗਰ ਕਿਸੇ ਨੂੰ ਡਾਊਟ ਹੈ ਪਲੀਜ਼ ਇੱਕ ਵਾਰੀ ਕਮੈਂਟ ਕਰ ਦਿਓ, ਮੈਂ ਦੁਬਾਰਾ ਐਕਸਪਲੇਨ ਕਰ ਦਾਂਗਾ, ਕੋਈ ਇਸ਼ੂ ਨਹੀਂ ਹੈ। ਦੇਖੋ ਲਾਈਵ ਸੈਸ਼ਨ ਦਾ ਅਗੇਨ ਮੈਂ ਤੁਹਾਨੂੰ ਦੱਸ ਰਿਹਾ ਇਹੀ ਬੈਨੀਫਿਟ ਹੈ ਕਿ ਡਾਊਟਸ ਨਾਲ ਦੀ ਨਾਲ ਵੈਰੀਫਾਈ ਹੋ ਜਾਂਦੇ ਨੇ, ਨਾਲ ਦੀ ਨਾਲ ਕਲੀਅਰ ਹੋ ਜਾਂਦੇ ਨੇ, ਠੀਕ ਹੈ। ਐਕਸੈਪਸ਼ਨਸ ਵੀ ਹੁੰਦੀਆਂ ਨੇ। ਦੇਖੋ ਹੁਣ ਆਪਾਂ ਗੱਲ ਕਰਕੇ ਹਟੇ ਕਿ ਆਰਟੀਕਲ 14 ਕਹਿ ਰਿਹਾ ਹੈ ਕਿ ਸਾਰੇ ਲੋਕ ਇਕੁਅਲ ਨੇ, ਸਾਰੇ ਜਿਹੜੇ ਸਿਟੀਜ਼ਨਸ ਨੇ ਬਰਾਬਰ ਨੇ, ਠੀਕ ਹੈ ਨਾ, ਈਵਨ ਕਿ ਨੋਨ ਸਿਟੀਜ਼ਨਸ ਵੀ, ਬਟ ਕੁਛ ਨਾ ਕੁਛ ਐਕਸੈਪਸ਼ਨਸ ਹਮੇਸ਼ਾ ਹੁੰਦੀਆਂ ਨੇਗੀਆਂ, ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਸ਼ਮਸ਼ੀਰ, ਠੀਕ ਹੈ ਗੁਰਮੀਤ, ਰਾਜ, ਠੀਕ, ਓਕੇ ਜੀ, ਥੈਂਕ ਯੂ। ਐਕਸੈਪਸ਼ਨਸ ਹਮੇਸ਼ਾ ਹੁੰਦੀਆਂ ਨੇ। ਹੁਣ ਦੇਖੋ ਪ੍ਰੈਸੀਡੈਂਟ ਨੇਗੇ, ਠੀਕ ਹੈ ਨਾ, ਪ੍ਰੈਸੀਡੈਂਟ ਨੇ ਜਾਂ ਫਿਰ ਗਵਰਨਰ ਨੇ, ਇਹਨਾਂ ਨੂੰ ਬਹੁਤ ਸਾਰੀਆਂ ਪ੍ਰਿਵਿਲੇਜਸ ਨੇਗੀਆਂ, ਬਹੁਤ ਸਾਰੀਆਂ ਬੈਨੀਫਿਟਸ ਨੇਗੇ ਜਿਹੜੇ ਕਿ ਆਮ ਲੋਕਾਂ ਨੂੰ ਨਹੀਂ ਹੈਗੇ, ਠੀਕ ਹੈ ਨਾ। ਤਾਂ ਇੱਥੋਂ ਦੇਖੋ ਆਪਾਂ ਸਮਝਦਾ ਕਿ ਜਿਹੜਾ ਇਕੁਐਲਿਟੀ ਵਾਲਾ ਸਿਸਟਮ ਹੈ ਆਪਣਾ, ਇਕੁਐਲਿਟੀ ਆਪਾਂ ਗੱਲ ਕਰਦੇ ਹਾਂ, ਉਹ ਸਹੀ ਨਹੀਂ ਹੈਗੀ ਬਿਲਕੁਲ ਵੀ, ਠੀਕ ਹੈ ਨਾ। ਤਾਂ ਪ੍ਰੈਜ਼ੀਡੈਂਟ ਗਵਰਨਰ ਵਾਲੇ ਜਿਹੜੇ ਓਫੀਸ਼ੀਅਲ ਨੇ ਉਹਨਾਂ ਨੂੰ ਆਮ ਲੋਕਾਂ ਤੋਂ ਅਲੱਗ ਰੱਖਿਆ ਗਿਆ ਹੈਗਾ, ਉਹਨਾਂ ਦੇ ਜਿਹੜੇ ਰਾਈਟਸ ਨੇ, ਉਹਨਾਂ ਦੀ ਜਿਹੜੀਆਂ ਪ੍ਰਿਵਿਲੇਜਸ ਨੇਗੀਆਂ ਉਹ ਅਲੱਗ ਨੇਗੀਆਂ। ਜਿਵੇਂ ਕਿ ਦੇਖੋ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ ਹੈਗੀਆਂ ਇਹ, ਠੀਕ ਹੈ ਨਾ, ਠੀਕ ਹੈ। ਤਾਂ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸ ਦਿੰਦਾ ਕਿ ਜਿਵੇਂ ਕਿ ਕੋਈ ਕ੍ਰਿਮੀਨਲ ਪ੍ਰੋਸੀਡਿੰਗ ਨਹੀਂ ਚਲਾਈ ਜਾ ਸਕਦੀ, ਸੌਰੀ, ਕੋਈ ਕ੍ਰਿਮੀਨਲ ਪ੍ਰੋਸੀਡਿੰਗ ਨਹੀਂ ਚਲਾਈ ਜਾ ਸਕਦੀ ਇਹਨਾਂ ਪ੍ਰਤੀ, ਇਹਨਾਂ ਪ੍ਰੈਜ਼ੀਡੈਂਟ ਅਤੇ ਗਵਰਨਰ ਦੇ ਖਿਲਾਫ। ਮਤਲਬ ਮੰਨ ਲਓ ਕੱਲ੍ਹ ਨੂੰ ਕਿਸੇ ਨੇ ਕਤਲ ਕਰਤਾ ਪ੍ਰੈਜ਼ੀਡੈਂਟ ਜਾਂ ਗਵਰਨਰ ਨੇ, ਠੀਕ ਹੈ ਨਾ,
ਤਾਂ ਇਹਨਾਂ 'ਤੇ ਕੋਈ ਪ੍ਰੋਸੀਡਿੰਗ ਨਹੀਂ ਚਲਾਈ ਜਾ ਸਕਦੀ ਜਦੋਂ ਤੱਕ ਕਿ ਇਹ ਆਪਣੇ ਆਫਿਸ ਦੇ ਵਿੱਚ ਬੈਠੇ ਨੇ। ਤਾਂ ਦੇਖੋ ਆਮ ਲੋਕਾਂ ਤੋਂ ਅਲੱਗ ਹੋ ਗਈ ਨਾ ਇਹ ਚੀਜ਼। ਆਮ ਲੋਕ ਤਾਂ ਨਹੀਂ ਇੱਦਾਂ ਇਮਿਊਨ ਹੈਗੇ ਚੀਜ਼ਾਂ ਤੋਂ, ਠੀਕ ਹੈ ਨਾ। ਆਮ ਲੋਕਾਂ 'ਚ ਤਾਂ ਕੇਸ ਫਾਈਲ ਹੋਊਗਾ, ਸਾਰਾ ਕੁਛ ਹੋਊਗਾ, ਬਟ ਪ੍ਰੈਜ਼ੀਡੈਂਟ ਗਵਰਨਰ ਦੇ ਉੱਪਰ ਕੋਈ ਕੇਸ ਇੱਦਾਂ ਦਾ ਕੋਈ ਪ੍ਰੋਸੀਡਿੰਗ ਸਟਾਰਟ ਨਹੀਂ ਹੋਏਗੀ। ਤਾਂ ਇੱਦਾਂ ਦੀਆਂ ਕੁਛ ਪ੍ਰਿਵਿਲੇਜ ਹੈਗੀਆਂ ਨੇ ਆਪਣੇ ਲੋਕਾਂ ਨੂੰ, ਆਪਣੇ ਪ੍ਰੈਜ਼ੀਡੈਂਟ ਤੇ ਗਵਰਨਰ ਨੂੰ। ਇਹਦਾ ਆਰਟੀਕਲ ਕਿਹੜਾ ਜੀ? ਆਰਟੀਕਲ 361। ਇਹ ਲਿਖ ਸਕਦੇ ਹੋ ਤੁਸੀਂ, ਲਿਖਣਾ ਜੀ ਆਰਟੀਕਲ 361 ਕਿ ਜਿਹੜੀ ਇਮਿਊਨਿਟੀਜ਼ ਨੇਗੀਆਂ ਪ੍ਰੈਜ਼ੀਡੈਂਟ ਤੇ ਗਵਰਨਰ ਨੂੰ, ਠੀਕ ਹੈ। ਚਲੋ ਇਹ ਵੀ ਬਸ ਲਗਭਗ ਇਹੀ ਚੀਜ਼ਾਂ ਦੱਸ ਰਿਹਾ, ਠੀਕ ਹੈ ਨਾ, ਕੋਈ ਜ਼ਿਆਦਾ ਹਾਂ ਅੱਛਾ ਠੀਕ ਹੈ। ਚਲੋ ਇਹ ਵੀ ਕੋਈ ਇੰਪੋਰਟੈਂਟ ਨਹੀਂ ਹੈਗਾ ਜ਼ਿਆਦਾ। ਹਾਂ ਹੁਣ MPs MLAs ਨੇਗੇ, ਠੀਕ ਹੈ ਨਾ, ਪਾਰਲੀਮੈਂਟ ਦੇ ਵਿੱਚ, ਠੀਕ ਹੈ ਨਾ। ਇਹ ਆਪਾਂ ਨੇ ਲਾਸਟ ਲੈਕਚਰ ਦੇ ਵਿੱਚ ਆਰਟੀਕਲ ਕੀਤਾ ਸੀਗਾ, ਆਰਟੀਕਲ 121 ਲਾਸਟ ਲੈਕਚਰ ਵਿੱਚ ਆਪਾਂ ਨੇ ਕੀਤਾ ਸੀ। ਉਸ ਦੇ ਵਿੱਚ ਕੀ ਸੀਗਾ ਕਿ ਜਿਹੜੀਆਂ ਹਾਈ ਕੋਰਟਸ ਨੇ ਜਾਂ ਸੁਪਰੀਮ ਕੋਰਟਸ ਨੇ, ਉਹਨਾਂ ਦੇ ਵਿੱਚ ਕੋਈ ਵੀ ਪ੍ਰੋਸੀਡਿੰਗਸ ਹੋ ਰਹੇ ਨੇ, ਕੋਈ ਵੀ ਟਰਾਇਲਸ ਹੋ ਰਹੇ ਨੇ, ਤਾਂ ਪਾਰਲੀਮੈਂਟ ਹੈ ਜਿਹੜੀ ਉਹ ਡਿਸਕਸ ਨਹੀਂ ਕਰ ਸਕਦੀ, ਠੀਕ ਹੈ ਨਾ। ਇਹ ਆਰਟੀਕਲ 121 ਕਹਿ ਰਿਹਾ। ਕਿਉਂ ਹੁੰਦਾ ਸੀ ਇਹ? ਤਾਂ ਕਿ ਜਿਹੜੀ ਜੁਡੀਸ਼ਰੀ ਹੈ ਆਪਣਾ ਇੰਡੀਪੈਂਡੈਂਟ ਫੰਕਸ਼ਨ ਕਰ ਸਕੇ, ਠੀਕ ਹੈ ਨਾ। ਤਾਂ ਕੀ ਮਤਲਬ ਹੈ, ਦੁਬਾਰਾ ਦੱਸ ਰਿਹਾ ਮੈਂ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਪ੍ਰੋਸੀਡਿੰਗ ਹੋ ਰਹੀ ਹੈ, ਉਸ ਪ੍ਰੋਸੀਡਿੰਗ ਨੂੰ ਪਾਰਲੀਮੈਂਟ ਜਾਂ ਸਟੇਟ ਅਸੈਂਬਲੀ ਦੇ ਵਿੱਚ ਡਿਸਕਸ ਨਹੀਂ ਕੀਤਾ ਜਾ ਸਕਦਾ, ਤਾਂ ਕਿ ਜਿਹੜੀ ਜੁਡੀਸ਼ਰੀ ਹੈ, ਜਿਹੜੇ ਜੱਜਿਸ ਨੇ, ਇੰਡੀਪੈਂਡੈਂਟਲੀ ਫਰੀਲੀ ਕੰਮ ਕਰ ਸਕਣ, ਕਿਸੇ ਦਬਾਅ ਦੇ ਅੰਦਰ ਕੰਮ ਨਾ ਕਰਨ। ਇਹ ਆਰਟੀਕਲ 121 ਕਹਿ ਰਿਹਾ ਸੀ। ਉਸੇ ਤਰ੍ਹਾਂ ਇੱਕ ਆਰਟੀਕਲ ਹੈਗਾ ਆਰਟੀਕਲ 122। ਇਸ ਆਰਟੀਕਲ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ ਤੁਹਾਡੇ ਵਾਸਤੇ, ਠੀਕ ਹੈ, ਬਟ ਸਮਝਣ ਲਈ ਦੱਸ ਰਿਹਾ ਮੈਂ। ਆਰਟੀਕਲ 122 ਹੈਗਾ, ਉਸ ਦੇ ਵਿੱਚ ਕੀ ਹੈਗਾ ਕਿ ਜਿਹੜੇ ਪਾਰਲੀਮੈਂਟ ਦੇ ਵਿੱਚ ਜੋ ਕੁਛ ਹੋ ਰਿਹਾ, ਦੇਖੋ ਇਹ ਤਾਂ ਸੀਗਾ ਕਿ ਕੋਰਟ ਦਾ ਸਿਸਟਮ ਜਿਹੜਾ ਕੀ ਹੈ ਉਹ ਪਾਰਲੀਮੈਂਟ ਦੇ ਵਿੱਚ ਡਿਸਕਸ ਨਹੀਂ ਹੋ ਸਕਦਾ। ਇਹਦੇ ਵਿੱਚ ਕੀ ਹੈ ਕਿ ਜਿਹੜਾ ਕੁਝ ਪਾਰਲੀਮੈਂਟ ਦੇ ਵਿੱਚ ਹੋ ਰਿਹਾ ਹੈਗਾ, ਪਾਰਲੀਮੈਂਟ ਦੇ ਵਿੱਚ ਹੋ ਰਿਹਾ, MPs ਜਿਹੜਾ ਕੁਝ ਕਰ ਰਹੇ ਨੇ, ਉਹਨੂੰ ਕੋਰਟ ਹੈ ਜਿਹੜੀ ਕੋਰਟ ਹੈਗੀ, ਕੋਰਟ ਡਿਸਕਸ ਨਹੀਂ ਕਰ ਸਕਦੀ, ਠੀਕ ਹੈ ਨਾ। MPs ਆਪਣਾ ਪਾਰਲੀਮੈਂਟ ਦੇ ਜੋ ਵੀ ਕਰ ਰਹੇ ਨੇ, ਕੋਰਟ ਉਹਨੂੰ ਡਿਸਕਸ ਨਹੀਂ ਕਰ ਸਕਦੀ, ਠੀਕ ਹੈ ਨਾ। ਦੋਨੇ ਇੱਕ ਦੂਜੇ ਨਾਲ ਰਿਲੇਟਡ ਨੇਗੀਆਂ, ਠੀਕ ਹੈ ਨਾ, ਧਿਆਨ ਰੱਖਣਾ। ਤਾਂ ਇਹ ਵੀ ਇਮਿਊਨਿਟੀ ਹੈ। ਦੇਖੋ ਆਪਾਂ ਵਰਨਾ ਤਾਂ ਦੇਖੋ ਕੋਰਟ ਕੁਛ ਵੀ ਹੈਗੀ, ਕੋਰਟ ਕਿਸੇ ਵੀ ਬੰਦੇ ਨੇ ਅਗਰ ਕੁਝ ਗਲਤ ਬੋਲਤਾ ਤਾਂ ਕੋਰਟ ਉਹਨੂੰ ਸਮਨ ਕਰ ਸਕਦੀ ਹੈ, ਠੀਕ ਹੈ ਨਾ। ਬਟ MP MLAs ਨੇ ਅਗਰ ਪਾਰਲੀਮੈਂਟ ਦੇ ਵਿੱਚ ਕੁਝ ਬੋਲਤਾ ਗਲਤ ਮਲਤ, ਤਾਂ ਜਿਹੜੇ ਜੱਜਿਸ ਨੇ, ਜਿਹੜੇ ਕੋਰਟ ਨੇ, ਤਾਂ ਇੰਟਰਫੇਅਰ ਨਹੀਂ ਕਰ ਸਕਦੇ, ਠੀਕ ਹੈ ਨਾ। ਇਹੀ ਚੀਜ਼ ਹੈ। ਤਾਂ ਮਤਲਬ ਦੇਖੋ ਇੱਥੇ ਵੀ ਫਰਕ ਆਉਂਦਾ ਹੈ ਵੀ ਆਮ ਲੋਕਾਂ ਤੋਂ ਜਿਹੜੇ MP MLAs ਨੇ ਉਹਨਾਂ ਨੂੰ ਅਲੱਗ ਕੀਤਾ ਗਿਆ। ਤਾਂ ਇਹ ਵੀ ਚੀਜ਼ ਜਿਹੜੀ ਹੈ ਇਕੁਐਲਿਟੀ ਤੋਂ ਅਗੇਂਸਟ ਹੈਗੀ, ਵੀ ਸਾਰੇ ਬੰਦੇ ਇਕੁਅਲ ਨਹੀਂ ਹੈਗੇ ਆਪਣੇ ਦੇਸ਼ ਦੇ ਵਿੱਚ। ਨਹੀਂ ਲੱਗਦਾ ਯੈਸ ਸਰ, ਇੰਨਾ ਤਾਂ ਲੱਗਦਾ ਹੈ ਪ੍ਰੈਜ਼ੀਡੈਂਟ ਗਵਰਨਰ ਡਿਊਰਿੰਗ ਦੇਅਰ ਟੈਨਿਓਰ। ਬਿਲਕੁਲ ਬਿਲਕੁਲ। UK US ਦੱਸ ਦਿਓ। ਬਸ UK USA ਦਾ ਸਿਰਫ ਇਹੀ ਹੈਗਾ ਕਿ ਜਿਹੜਾ ਇਕੁਐਲਿਟੀ ਬਿਫੋਰ ਲਾਅ ਹੈ ਆਪਾਂ ਨੇ UK ਤੋਂ ਲਈ, ਜਿਹੜੀ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਹੈ ਆਪਾਂ ਨੇ ਅਮਰੀਕਾ ਤੋਂ ਲਿਆ। ਸਿੰਪਲ ਇਹੀ ਚੀਜ਼ ਰੱਟਾ ਮਾਰ ਲਓ ਅਗਰ ਤੁਸੀਂ ਤੁਹਾਡੇ ਨਹੀਂ ਸਮਝ ਆ ਰਿਹਾ, ਸਿਰਫ ਇਹੀ ਚੀਜ਼ ਸਮਝਣ ਵਾਲੀ, ਇਹੀ ਚੀਜ਼ MCQ ਵਾਸਤੇ ਇੰਪੋਰਟੈਂਟ ਹੈ। ਦੀ ਅਮਨ ਸਿਲਵਾ ਕੋਰਟ ਹੈ ਨਾ, ਕੁਛ ਪ੍ਰੋਵੀਜ਼ਨਸ ਹੈਗੀਆਂ ਨੇ ਕਿ ਮਤਲਬ ਦੇਖੋ ਇਹ ਆਰਟੀਕਲ 122 ਕਹਿ ਰਿਹਾ, ਠੀਕ ਹੈ ਨਾ, ਆਰਟੀਕਲ 122 ਕਹਿ ਰਿਹਾ ਕਿ ਇੰਡੀਪੈਂਡੈਂਸ ਹੋਣੀ ਚਾਹੀਦੀ ਹੈ, ਠੀਕ ਹੈ ਨਾ। ਬਟ ਅਦਰਵਾਈਜ਼ ਜਿਹੜਾ ਅੱਜ ਦਾ ਸਿਨੈਰੀਓ ਹੈ ਉਹ ਕੋਰਟ ਆਲਮੋਸਟ ਕੁਛ ਵੀ ਕਰ ਸਕਦੀ ਹੈ। ਜਿਹੜੇ ਜੱਜਿਸ ਨੇ ਉਹ ਰੱਬ ਬਣੇ ਹੋਏ ਨੇ ਅੱਜ ਦੇ ਟਾਈਮ ਦੇ ਵਿੱਚ, ਤਾਂ ਆਲਮੋਸਟ ਕੁਛ ਵੀ ਕਰ ਸਕਦੇ ਨੇ। ਬਟ ਜਿਹੜੀ ਬੁੱਕ ਕਹਿ ਰਹੀ ਆਪਾਂ ਨੂੰ, ਜਿਹੜਾ ਸੰਵਿਧਾਨ ਆਪਾਂ ਨੂੰ ਜਿਹੜੀ ਚੀਜ਼ ਕਹਿ ਰਿਹਾ, ਉਹੀ ਚੀਜ਼ ਕਹਿ ਰਿਹਾ ਕਿ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ, ਠੀਕ ਹੈ ਨਾ। ਬਟ ਹਾਂ ਔਨ ਗਰਾਊਂਡ ਚੀਜ਼ਾਂ ਡਿਫਰੈਂਟ ਨੇਗੀਆਂ, ਠੀਕ ਹੈ। ਬਫਰਿੰਗ ਮੇਰੇ ਐਂਡ ਤੋਂ ਤਾਂ ਨਹੀਂ ਹੋਣੀ ਚਾਹੀਦੀ, ਦੇਖੋ ਜੀ ਮੇਰੇ ਐਂਡ ਤੋਂ ਬਫਰਿੰਗ ਨਹੀਂ ਹੋਣੀ ਚਾਹੀਦੀ। ਅਗਰ MP MLA ਆਊਟਸਾਈਡ ਪਾਰਲੀਮੈਂਟ ਕੁਝ ਗਲਤ ਬੋਲ, ਹਾਂ ਫਿਰ ਡੈਫੀਨੇਟਲੀ ਉਹਨੂੰ ਕੋਰਟ ਸਮਨ ਕਰ ਸਕਦੀ ਹੈ ਅਗਰ ਪਾਰਲੀਮੈਂਟ ਤੋਂ ਬਾਹਰ ਬੋਲ ਦੇਣ। ਤੁਹਾਡੇ ਯਾਦ ਹੋਏਗਾ ਰਾਹੁਲ ਗਾਂਧੀ ਦੇ ਪਿੱਛੇ ਜੇ ਸਟੇਟਮੈਂਟ ਆਈ ਸੀਗੀ ਕਿ ਮੈਂ ਪ੍ਰਧਾਨ ਮੰਤਰੀ ਦੇ ਖਿਲਾਫ ਇਹੋ ਜਿਹਾ ਕੁਝ ਬੋਲੂੰਗਾ ਕਿ ਅਰਥਕੁਏਕ ਆ ਜਾਏਗਾ, ਠੀਕ ਹੈ ਨਾ। ਉਸ ਤੋਂ ਬਾਅਦ ਉਹ ਰਾਹੁਲ ਗਾਂਧੀ ਦਾ ਕਾਫੀ ਮਜ਼ਾਕ ਵੀ ਬਣਿਆ ਸੀਗਾ, ਠੀਕ ਹੈ ਨਾ। ਬਟ ਉਦੋਂ ਕੀ ਹੋਇਆ ਸੀਗਾ ਕਿ ਪਾਰਲੀਮੈਂਟ ਤੋਂ ਬਾਹਰ ਨਹੀਂ ਉਹਨੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਸੀ ਰਾਹੁਲ ਗਾਂਧੀ ਨੇ, ਕਿਉਂਕਿ ਉਹਨੂੰ ਪਤਾ ਸੀ ਅਗਰ ਪਾਰਲੀਮੈਂਟ ਤੋਂ ਬਾਹਰ ਮੈਂ ਕੁਝ ਬੋਲੂੰਗਾ ਤਾਂ ਮੇਰੇ 'ਤੇ ਡੈਫੇਮੇਸ਼ਨ ਕੇਸ ਵੀ ਫਾਈਲ ਕੀਤਾ ਜਾ ਸਕਦਾ, ਮਾਨਹਾਨੀ ਦਾ ਕੇਸ ਵੀ ਫਾਈਲ ਕੀਤਾ ਜਾ ਸਕਦਾ ਪ੍ਰਧਾਨ ਮੰਤਰੀ ਦੁਆਰਾ, ਜਾਂ ਮੈਨੂੰ ਕੋਰਟ ਵੈਸੇ ਵੀ ਸਮਨ ਕਰ ਸਕਦੀ ਹੈ। ਤਾਂ ਉਹਨੇ ਕੀ ਪ੍ਰੈਫਰ ਕੀਤਾ ਕਿ ਮੈਂ ਪਾਰਲੀਮੈਂਟ ਦੇ ਅੰਦਰ ਜਾ ਕੇ ਇਹ ਚੀਜ਼ ਬੋਲੂੰਗਾ ਤਾਂ ਕਿ ਫਿਰ ਮੇਰੇ 'ਤੇ ਕੋਈ ਐਕਸ਼ਨ ਨਾ ਲੈ ਸਕੇ, ਠੀਕ ਹੈ ਨਾ। ਤਾਂ ਇਮਿਊਨਿਟੀ ਹੁੰਦੀ ਹੈ। ਇਹ ਅਗੇਨ ਇਹਦਾ ਰੀਜ਼ਨ ਕੀ ਹੈਗਾ, ਤਾਂ ਕਿ ਜਿਹੜੇ MPs ਨੇ MLAs ਨੇ ਉਹ ਫਰੀਲੀ ਇੰਡੀਪੈਂਡੈਂਟਲੀ ਆਪਣਾ ਮੱਤ ਰੱਖ ਸਕਣ। ਇਹੀ ਰੀਜ਼ਨ ਇਹਦਾ ਕਿ ਉਹ ਇਮਿਊਨ ਨੇਗੇ, ਠੀਕ ਹੈ। ਅੱਛਾ ਫੋਰਨ ਐਂਬੈਸਡਰਸ ਨੇ, ਡਿਪਲੋਮੈਟਸ ਨੇ, UN ਏਜੰਸੀਜ਼ ਨੇਗੀਆਂ, ਉਹ ਵੀ ਜਿਹੜੇ ਪ੍ਰੋਸੀਡਿੰਗਸ ਤੋਂ ਇਮਿਊਨ ਨੇਗੇ। ਮਤਲਬ ਆਪਣੇ ਦੇਸ਼ ਦੇ ਵਿੱਚ ਕੋਈ ਐਂਬੈਸਡਰ ਆਉਂਦਾ ਹੈ ਤਾਂ ਅਗਰ ਕੋਈ ਕ੍ਰਾਈਮ ਵੀ ਕਰਦਾ, ਚਾਹੇ ਕੀਤਾ ਜਾਂ ਨਹੀਂ ਕੀਤਾ, ਅਗਰ ਆਪਾਂ ਨੂੰ ਸ਼ੱਕ ਵੀ ਪੈਂਦਾ ਤਾਂ ਅਸੀਂ ਉਹਨਾਂ 'ਤੇ ਕੋਈ ਕੇਸ ਫਾਈਲ ਨਹੀਂ ਕਰ ਸਕਦੇ। ਸਾਨੂੰ ਉਹ ਇਮਿਊਨ ਨੇਗੇ, ਤਾਂ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਕੀ ਕਰ ਸਕਦੇ ਹਾਂ, ਉਹਨਾਂ ਦੇ ਦੇਸ਼ ਵਿੱਚ ਵਾਪਸ ਭੇਜ ਸਕਦੇ ਹਾਂ, ਠੀਕ ਹੈ ਨਾ। ਅਸੀਂ ਉਹਨਾਂ 'ਤੇ ਕੋਈ ਕ੍ਰਿਮੀਨਲ ਐਕਸ਼ਨ ਨਹੀਂ ਲੈ ਸਕਦੇ। ਅਗਰ ਤੁਸੀਂ ਰॉ ਮੂਵੀ ਦੇਖੀ ਹੈ ਜੌਨ ਅਬਰਾਹਮ ਦੀ, ਤਾਂ ਉਸ ਦੇ ਵਿੱਚ ਜਦੋਂ ਜਿਹੜੀ ਐਕਟਰੈਸ ਹੁੰਦੀ ਮਾਉਨੀ ਰॉय, ਉਹ ਜਦੋਂ ਪਾਕਿਸਤਾਨ ਜਾਂਦੀ ਹੈ ਤਾਂ ਉਹ ਪਤਾ ਲੱਗ ਜਾਂਦਾ ਪਾਕਿਸਤਾਨ ਗਵਰਨਮੈਂਟ ਨੂੰ ਕਿ ਇਹ ਕੁਛ ਨਾ ਕੁਛ ਇਹ ਏਜੰਟ ਨੇ, ਰॉ ਦੇ ਏਜੰਟ ਨੇਗੇ, ਠੀਕ ਹੈ। ਤਾਂ
ਚਾਹੇ ਜੋਨ ਅਬਰਾਹਮ 'ਤੇ ਐਕਸ਼ਨ ਲਿਆ ਗਿਆ, ਬਟ ਮਾਊਨੀ ਰਾਏ ਕਿਉਂਕਿ ਡਿਪਲੋਮੈਟ ਐਜ਼ ਅ ਡਿਪਲੋਮੈਟ ਗਈ ਸੀਗੀ, ਤਾਂ ਉਸ ਨੂੰ ਉਸ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ, ਸਿਰਫ ਔਰ ਸਿਰਫ ਉਹਨੂੰ ਇੰਡੀਆ ਵਾਪਸ ਭੇਜ ਦਿੱਤਾ ਗਿਆ ਸੀਗਾ, ਠੀਕ ਹੈ ਨਾ। ਤਾਂ ਜਿਹੜੀਆਂ ਡਿਪਲੋਮੈਟਿਕ ਇਮਿਊਨਿਟੀਜ਼ ਹੁੰਦੀਆਂ ਨੇ ਹਰ ਦੇਸ਼ ਦੇ ਵਿੱਚ ਹੁੰਦੀਆਂ ਨੇ ਇਹ, ਤਾਂ ਹੀ ਤਾਂ ਪਾਰਲੀਮੈਂਟ 'ਚ ਇੰਨੀ ਜ਼ਿਆਦਾ ਬਹਿਸ ਹੋ ਜਾਂਦੀ ਹੈ, ਕੁਛ ਵੀ ਬੋਲੀ ਜਾਂਦੀ। ਬਿਲਕੁਲ ਬਿਲਕੁਲ ਅਮਨ, ਬਿਲਕੁਲ ਇਹ ਕਿਸੇ ਹੱਦ ਤੱਕ ਜ਼ਰੂਰੀ ਵੀ ਹੈਗੀ ਹੈ ਇਹ ਚੀਜ਼, ਕਿਉਂ ਤਾਂ ਕਿ ਪਾਰਲੀਮੈਂਟ ਵਾਲੇ ਜਿਹੜੇ ਐਮਪੀਜ਼ ਨੇ ਉਹ ਫਰੀਲੀ ਆਪਣਾ ਮਤ ਰੱਖ ਸਕਣ, ਇਹ ਜ਼ਰੂਰੀ ਹੈਗੀ ਇਹ ਚੀਜ਼, ਠੀਕ ਹੈ ਨਾ। ਹਾਲਾਂਕਿ ਮਿਸਯੂਜ਼ ਹੁੰਦੀ ਹੈ ਪਰ ਜ਼ਰੂਰੀ ਹੈਗੀ ਇਹ ਚੀਜ਼, ਠੀਕ ਹੈ। ਚਲੋ ਆਰਟੀਕਲ 15 ਦੀ ਗੱਲ ਕਰੀਏ ਆਪਾਂ। ਆਰਟੀਕਲ 14 ਆਪਣਾ ਹੋ ਗਿਆ, ਠੀਕ ਹੈ ਨਾ, ਰਾਈਟ ਇਕੁਐਲਿਟੀ। ਹੁਣ ਆਰਟੀਕਲ 15 ਦੀ ਗੱਲ ਕਰੀਏ ਆਪਾਂ। ਇਹਦੇ ਵਿੱਚ ਕੀ ਹੈ ਕਿ ਸਟੇਟ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੀ। ਡਿਸਕ੍ਰਿਮੀਨੇਸ਼ਨ ਮਤਲਬ ਭੇਦਭਾਵ ਨਹੀਂ ਕਰ ਸਕਦੀ ਸਟੇਟ। ਔਨ ਗਰਾਊਂਡਸ, ਕਿਸ ਬੇਸਿਸ 'ਤੇ ਭੇਦਭਾਵ ਨਹੀਂ ਕਰ ਸਕਦੀ? ਰਿਲੀਜਨ, ਰੇਸ, ਕਾਸਟ, ਸੈਕਸ, ਪਲੇਸ ਆਫ ਬਰਥ। ਮਤਲਬ ਇਹ ਜਿਹੜੇ 5 ਰੀਜ਼ਨਸ ਨੇਗੇ, ਧਰਮ ਦੇ ਖਿਲਾਫ, ਜਾਤੀ ਦੇ ਖਿਲਾਫ, ਅਸੀਂ ਅਸੀਂ ਜਿਹੜਾ ਭੇਦਭਾਵ ਨਹੀਂ ਕਰ ਸਕਦੇ, ਸਟੇਟ ਜਿਹੜੀ ਭੇਦਭਾਵ ਨਹੀਂ ਕਰ ਸਕਦੀ, ਠੀਕ ਹੈ ਨਾ। ਹਾਂ ਬਸ ਇਹ ਵੀ ਅਗੇਨ ਇਹੀ ਚੀਜ਼ ਲਿਖੀ ਹੋਈ ਹੈ, ਠੀਕ ਹੈ। ਚਲੋ ਅੱਛਾ, ਇਹਦੀਆਂ ਕੁਛ ਐਕਸੈਪਸ਼ਨਸ ਨੇਗੀਆਂ, ਠੀਕ ਹੈ ਨਾ। ਦੇਖੋ ਆਪਾਂ ਇੱਕ ਪਾਸੇ ਤਾਂ ਕਹਿ ਰਹੇ ਹਾਂ ਵੀ ਕੋਈ ਮਤਲਬ ਮੇਲ ਫੀਮੇਲ ਦੇ ਵਿੱਚ ਜਾਂ ਕਾਸਟ ਦੇ ਵਿੱਚ ਜਾਂ ਰਿਲੀਜਨ ਦੇ ਵਿੱਚ ਕੋਈ ਭੇਦਭਾਵ ਨਹੀਂ ਹੋ ਸਕਦਾ, ਇੱਕ ਪਾਸੇ ਤਾਂ ਆਪਾਂ ਇਹ ਗੱਲ ਕਹਿ ਰਹੇ ਹਾਂ। ਬਟ ਇੱਕ ਚੀਜ਼ ਇਹ ਹੈਗੀ ਹੈ ਕਿ ਸਟੇਟ ਹੈ ਜਿਹੜੀ ਉਹ ਕੁਛ ਨਾ ਕੁਛ ਸਪੈਸ਼ਲ ਪ੍ਰੋਵੀਜ਼ਨਸ ਦੇ ਸਕਦੀ ਹੈ। ਡਿਸਕ੍ਰਿਮੀਨੇਸ਼ਨ ਤਾਂ ਨਹੀਂ ਕਰ ਰਹੇ ਹੈਗੇ, ਬਟ ਜਿਹੜੇ ਕੋਈ ਕਮਜ਼ੋਰ ਦਬਕਾ ਹੈ ਸਮਾਜ ਦਾ, ਮੰਨ ਲਓ ਵੀਮੈਨ ਹੈ, ਚਿਲਡਰਨ ਹੈ, ਠੀਕ ਹੈ ਨਾ। ਕਮਜ਼ੋਰ ਮਤਲਬ ਜਿਹਨੂੰ ਜ਼ਿਆਦਾ ਪ੍ਰੋਟੈਕਸ਼ਨ ਦੀ ਲੋੜ ਹੈ, ਕਮਜ਼ੋਰ ਬਾਇਸ ਨਹੀਂ ਹੈਗਾ ਮੈਂ ਕਿਸੇ ਪ੍ਰਤੀ, ਠੀਕ ਹੈ। ਬਟ ਜਿਹਨੂੰ ਪ੍ਰੋਟੈਕਸ਼ਨ ਦੀ ਲੋੜ ਹੈ, ਦੇਖੋ ਠੀਕ ਹੈ, ਸਿੰਪਲ ਜੀ ਗੱਲ ਹੈ। ਬੱਚੇ, ਹੁਣ ਬੱਚੇ ਮੋਸਟ ਆਫ ਦਾ ਸੋਸਾਇਟੀਜ਼ ਦੇ ਵਿੱਚ ਜਿਹੜੇ ਬੱਚੇ ਨੇ, ਚਿਲਡਰਨ ਨੇ, ਉਹ ਮੋਸਟ ਐਕਸਪਲੋਇਟਡ ਜਿਹੜੇ ਸੋਸਾਇਟੀ ਦੇ ਮੈਂਬਰਸ ਨੇਗੇ। ਬੱਚਿਆਂ ਨੂੰ ਹਰ ਸੋਸਾਇਟੀ ਦੇ ਵਿੱਚ ਐਕਸਪਲੋਇਟ ਕੀਤਾ ਜਾਂਦਾ ਹੁੰਦਾ, ਠੀਕ ਹੈ ਨਾ। ਤਾਂ ਇਹ ਜਿਹੇ ਜਿਹੜੇ ਸੈਕਸ਼ਨਸ ਨੇ ਇਹਨਾਂ ਨੂੰ ਸੈਪਰੇਟ ਪ੍ਰੋਟੈਕਸ਼ਨ ਦੀ ਲੋੜ ਹੁੰਦੀ ਹੈਗੀ, ਠੀਕ ਹੈ। ਹਾਂ ਪਟਵਾਰੀ ਦਾ ਤਾਂ ਪੋਸਟਪੋਨ ਹੋ ਹੀ ਗਿਆ। ਬਿਲਕੁਲ ਬਿਲਕੁਲ ਬਿਲकुल ਸਰ। ਪੋਲਿਟੀ ਦੀਪੂ ਆ ਗਈ, ਡੀਪਲੀ ਆ ਗਈ। ਓਕੇ ਡੀਪਲੀ ਨਹੀਂ ਆਉਂਦੀ ਪੋਲਿਟੀ ਨਹੀਂ ਆਉਂਦੀ। ਪੋਲਿਟੀ ਬਿਲਕੁਲ ਬੇਸਿਕ ਜੀ ਆਊਗੀ, ਐਟਲੀਸਟ ਪਟਵਾਰੀ ਵਰਗੇ ਐਗਜ਼ਾਮ ਦੇ ਵਿੱਚ, ਠੀਕ ਹੈ। ਜਿਹੜਾ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਹੈ, ਦੇਖੋ ਡੈਫੀਨੇਟਲੀ PPSC ਕੰਡਕਟ ਕਰ ਰਿਹਾ, ਤਾਂ ਉਹਦੇ ਵਿੱਚ ਪੋਲਿਟੀ ਤੁਸੀਂ ਅੱਛੇ ਲੈਵਲ ਦੀ ਐਕਸਪੈਕਟ ਕਰ ਸਕਦੇ ਹੋ, ਠੀਕ ਹੈ ਨਾ। ਆਪਣਾ ਜਿਹੜਾ ਇਸ ਕੋਰਸ ਦਾ ਜਿਹੜਾ ਏਮ ਹੋਏਗਾ PCS ਪ੍ਰੀਲਿਮਸ ਤੱਕ ਦਾ ਹੋਏਗਾ, ਠੀਕ ਹੈ ਨਾ। ਜਿਹੜੇ ਤੁਸੀਂ ਐਸ਼ੋਰ ਕਰ ਸਕਦਾ ਤੁਹਾਨੂੰ ਮੈਂ ਕਿ ਤੁਸੀਂ PCS ਪ੍ਰੀਲਿਮਸ, ਨਾਇਬ ਤਹਿਸੀਲਦਾਰ ਵਰਗੇ ਐਗਜ਼ਾਮਸ ਦੇ ਵੀ 90% ਜਿਹੜੇ ਸਟੈਟਿਕ GK ਦੇ ਕੁਐਸਚਨਸ ਨੇ ਉਹ ਤੁਸੀਂ ਬੜੇ ਈਜ਼ੀਲੀ ਅਟੈਂਪਟ ਕਰ ਪਾਓਗੇ, ਠੀਕ ਹੈ ਨਾ। PCS ਪ੍ਰੀਲਿਮਸ, ਨਾਇਬ ਤਹਿਸੀਲਦਾਰ ਵਰਗੇ ਐਗਜ਼ਾਮ ਲਈ। ਜਿਹੜੇ ਪਟਵਾਰੀ ਵਰਗੇ ਐਗਜ਼ਾਮਸ ਨੇਗੇ SSSB ਜਿਹੜਾ ਕੰਡਕਟ ਕਰਦਾ ਹੈ, ਤਾਂ ਉਸ ਦੇ ਵਿੱਚ ਬੜੀ ਬੇਸਿਕ ਜੀ GK ਆਉਂਦੀ ਹੈ, ਬੇਸਿਕ ਜੀ ਪੋਲਿਟੀ ਆਉਂਦੀ ਹੈ, ਠੀਕ ਹੈ ਨਾ। ਉਹ ਵੀ ਆਪਾਂ ਮਤਲਬ ਬੇਸਿਕ ਲੈਵਲ ਤੋਂ ਹੀ ਕਰਾਂਗੇ ਜ਼ਿਆਦਾ, ਠੀਕ ਹੈ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਆਉਂਦੀ। ਹਾਂਜੀ ठीक है, जुलाई अगस्त जो होगा होना। हाँ जी सर, आपका माय नेम इज़ शुभम सिंगला मेरा नाम है, ठीक है। चलो ਸੋਸ਼ਲੀ ਹੁਣ ਦੇਖੋ ਵਿਮਨ ਅਤੇ ਚਿਲਡਰਨ ਲਈ ਕੁਛ ਸਪੈਸ਼ਲ ਪ੍ਰੋਵੀਜ਼ਨਸ ਲੈ ਕੇ ਆਈ ਜਾ ਸਕਦੀ। ਜਿਵੇਂ ਤੁਹਾਨੂੰ ਪਤਾ ਹੈ ਕਿ ਆਪਣੇ ਜਿਹੜੇ ਲੋਕਲ ਬੋਡੀਜ਼ ਨੇਗੀਆਂ, ਪੰਚਾਇਤਾਂ ਨੇਗੀਆਂ, ਉਹਨਾਂ ਦੇ ਵਿੱਚ ਵਿਮਨ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਹੈ 33% ਜਾਂ ਉਸ ਤੋਂ ਵੀ ਜ਼ਿਆਦਾ, ਠੀਕ ਹੈ ਨਾ। ਬਲਕਿ ਹੁਣ 50% ਕਲੇਮ ਕਰ ਰਹੇ ਆਪਾਂ, ਠੀਕ ਹੈ। ਤਾਂ ਇੱਦਾਂ ਜਿਹੜੀਆਂ ਪ੍ਰੋਵੀਜ਼ਨਸ ਨੇਗੀਆਂ, ਦੇਖੋ ਇਹ ਆਪਾਂ ਨੂੰ ਲੱਗ ਰਿਹਾ ਕਿ ਆਰਟੀਕਲ 15 ਨੂੰ ਵਾਇਲੇਟ ਕਰ ਰਿਹਾ ਹੈਗਾ, ਠੀਕ ਹੈ ਨਾ। ਇੱਕ ਪਾਸੇ ਤਾਂ ਆਪਾਂ ਗੱਲ ਕਰ ਰਹੇ ਹਾਂ ਵੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ, ਆਰਟੀਕਲ 15 ਇਹ ਗੱਲ ਕਹਿ ਰਿਹਾ। ਬਟ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਜਿਹੜੇ ਕੁਛ ਸੈਕਸ਼ਨਸ ਨੇ ਉਹਨਾਂ ਨੂੰ ਅਸੀਂ ਕੁਛ ਅਲੱਗ ਤੋਂ ਸਹੂਲਤਾਂ ਦੇਵਾਂਗੇ ਤਾਂ ਕਿ ਉਹ ਦੂਸਰੇ ਦਬਕਿਆਂ ਦੇ ਬਰਾਬਰ ਖੜੇ ਹੋ ਸਕਣ, ਠੀਕ ਹੈ ਨਾ। ਇਹ ਚੀਜ਼ ਹੈਗੀ, ਠੀਕ ਹੈ ਨਾ। ਉਹ ਕਿਹੜੇ ਦਬਕੇ ਹੋ ਗਏ, ਜਿਵੇਂ ਵਿਮਨ ਹੋ ਗਏ, ਚਿਲਡਰਨ ਹੋ ਗਏ, ਸੋਸ਼ਲੀ ਅਤੇ ਐਜੂਕੇਸ਼ਨਲੀ ਬੈਕਵਰਡ ਲੋਕ ਹੋ ਗਏ, ਜਿਹੜੇ ਕਾਸਟ ਹੋ ਗਈਆਂ, ਠੀਕ ਹੈ ਨਾ, SC ਹੋ ਗਏ, STs ਹੋ ਗਏ, ਠੀਕ ਹੈ ਨਾ। ਇਹ ਸਾਰੀਆਂ ਕੁਛ ਤਾਂ ਇਹਨਾਂ ਲੋਕਾਂ ਨੂੰ ਆਪਾਂ ਕੁਛ ਸਪੈਸ਼ਲ ਪ੍ਰੋਵੀਜ਼ਨਸ ਦੇਣੀਆਂ ਪੈਣਗੀਆਂ ਆਪਾਂ, ਠੀਕ ਹੈ ਨਾ। ਅਤੇ OBCs ਵੀ ਹੋ ਗਏ ਇੱਦਾਂ। हाँ माई नेम दसता मैं आपका नाम, माई नेम इज़ शुभम, मेरा नाम शुभम सिंगला हैगा, ठीक है। स्टैटिक GK ਤੁਸੀਂ ਕਰਵਾਓਗੇ? ਹਾਂ ਮੋਸਟ ਲਾਈਕਲੀ ਮੈਂ ਸਟੈਟਿਕ GK ਕਰਵਾਵਾਂਗਾ। ਸਟੈਟਿਕ GK ਦੇ ਵਿੱਚ ਦੇਖੋ ਆਹੀ ਕੁਛ ਆ ਗਿਆ ਨਾ, ਪੋਲਿਟੀ, ਹਿਸਟਰੀ, ਇਹ ਸਭ ਜਿਹੜੇ ਸਾਡੇ ਸਟੈਟਿਕ ਕੌਨਸੈਪਟਸ ਨੇਗੇ, ਤਾਂ ਆਲਮੋਸਟ ਮੈਂ ਹੀ ਕਰਵਾਵਾਂਗਾ ਉਹ, ਠੀਕ ਹੈ। ਹਾਂਜੀ ਨਹੀਂ ਮੇਰਾ ਨਾਮ ਸ਼ੁਭਮ ਹੈ ਜੀ, ਸ਼ੁਭਮ। ਦੀਪਿਕਾ ਕੀ ਕਹਿ ਰਹੇ ਨੇ ਇਹ? ਚਲੋ ਕੋਈ ਗੱਲ ਨਹੀਂ। ਕ੍ਰੀਮੀ ਲੇਅਰ ਫॉर OBCs ਕੌਨਸਟੀਟਿਊਸ਼ਨਲ ਪੋਸਟ। ਦੇਖੋ OBC ਦੀ ਆਪਾਂ ਗੱਲ ਕਰੀਏ, ਅਦਰ ਬੈਕਵਰਡ ਕਲਾਸਿਸ, ਠੀਕ ਹੈ। ਦੇਖੋ ਦੋ ਤਰ੍ਹਾਂ ਦੀ ਜਿਹੜੀ ਆਪਣੇ ਕਲਾਸਿਸ ਨੇਗੀਆਂ, ਮੇਨ ਦੋ ਤਰ੍ਹਾਂ ਦੇ, ਇੱਕ ਤਾਂ ਸ਼ਡਿਊਲਡ ਕਾਸਟ ਹੋ ਗਏ, ਇੱਕ OBCs ਹੋ ਗਏ, ਅਦਰ ਬੈਕਵਰਡ ਕਲਾਸਿਸ। ਜਿਹੜੇ ਸ਼ਡਿਊਲਡ ਕਾਸਟ ਨੇ ਉਹ ਸਮਝਿਆ ਜਾਂਦਾ ਕਿ ਜ਼ਿਆਦਾ ਪਿਛੜੇ ਹੋਏ ਨੇ, ਜ਼ਿਆਦਾ ਹਿਸਟੋਰੀਕਲੀ ਉਹਨਾਂ ਨਾਲ ਇਨਜਸਟਿਸ ਹੋਈ ਹੈਗੀ, ਠੀਕ ਹੈ ਨਾ। ਜਿਹੜੇ OBCs ਨੇ ਉਹ ਸਮਝਿਆ ਜਾਂਦਾ ਰਿਲੇਟਿਵਲੀ ਘੱਟ ਜਿਹੜੇ ਹੈਗੇ ਨੇ ਬੈਕਵਰਡ ਨੇਗੇ, ਠੀਕ ਹੈ ਨਾ। ਤਾਂ ਇਹ ਸਮਝਿਆ ਜਾਂਦਾ। ਤਾਂ ਇਹਨਾਂ ਦੇ ਵਿੱਚ ਇੱਕ ਕ੍ਰੀਮੀ ਲੇਅਰ ਅਤੇ ਨੋਨ ਕ੍ਰੀਮੀ ਲੇਅਰ ਦਾ ਕੌਨਸੈਪਟ ਆਉਂਦਾ OBCs ਦੇ ਵਿੱਚ। ਕੀ ਮਤਲਬ ਹੈ ਕਿ ਜਿਵੇਂ ਮੰਨ ਲਓ ਆਹ OBCs ਨੇਗੇ, ਠੀਕ ਹੈ ਨਾ, ਇਹ ਸਾਰੇ OBCs ਨੇ ਇਹਦੇ ਵਿੱਚ।
ਤਾਂ ਇਹਦੇ ਵਿੱਚ ਕੁਛ ਸੈਕਸ਼ਨ ਇੱਦਾਂ ਦਾ ਹੈ ਜਿਹੜਾ ਕਿ ਰਿਲੇਟਿਵਲੀ ਜ਼ਿਆਦਾ ਡਿਵੈਲਪਡ ਹੈਗਾ, ਜ਼ਿਆਦਾ ਮਤਲਬ ਉਹਨਾਂ ਕੋਲ ਰਿਸੋਰਸਿਸ ਹੈਗੇ ਨੇ। ਉਹਦਾ ਇੱਕ ਫੈਕਟਰ ਕੀ ਹੈ, ਮੰਨ ਲਓ ਕਿਸੇ ਦੀ ਇਨਕਮ ਜਿਹੜੀ 8 ਲੱਖ ਤੋਂ ਜ਼ਿਆਦਾ ਹੈ ਸਾਲ ਭਰ ਦੇ ਵਿੱਚ, ਤਾਂ ਉਹ OBC ਦਾ ਕ੍ਰੀਮੀ ਲੇਅਰ ਦੇ ਵਿੱਚ ਆ ਜਾਂਦਾ ਹੈਗਾ, ਠੀਕ ਹੈ ਨਾ। ਤਾਂ ਉਸ ਕ੍ਰੀਮੀ ਲੇਅਰ ਨੂੰ ਥੋੜ੍ਹੇ ਜਿਹੇ ਘੱਟ ਜਿਹੜੇ ਸਹੂਲਤਾਂ ਨੇਗੀਆਂ ਦਿੱਤੀਆਂ ਗਈਆਂ ਨੇ। ਨਾਮ ਨਾ ਪੁੱਛੋ, ਸਾਧੂ ਕੇ ਗੁਣ ਪਰਖੀਏ, ਬਿਲਕੁਲ ਬਿਲकुल। ਚਲੋ ਕੌਣ ਹੈ, ਰਵਿੰਦਰ ਕੁਮਾਰ, ਬਿਲकुल। ਕ੍ਰੀਮੀ ਲੇਅਰ ਫੋਰ OBCs ਕॉन्स्टिट्यूशनल पोस्ट, ठीक है। अगेन मतलब कि एक तो देखो 8 ਲੱਖ वाली इनकम होगी, ठीक है ना। 8 ਲੱਖ है जो कि चेंज हो गया, हूँ 8 ਲੱਖ हो गया, ठीक है ना। एक तो 8 ਲੱਖ की इनकम तो होर कोई कॉन्स्टिट्यूशनल पोस्ट के उपर है बैठा हुआ बंदा, या कोई ग्रुप 1 ग्रुप 2 है बंदा बैठा हुआ, तो ये जो OBCs ने वो क्रीमी लेयर के आते हैं, ठीक है। चलो आर्टिकल 16 की आप गल करिए, तुसीं मूवी देखी होनी आयुष्मान खुराना की आर्टिकल 15 है ना, तो वो भी यही SC ST से जी एक्सप्लोइटेशन होंगी उन्होंने बारे ही गल की गई है। 93rd अमेंडमेंट OBC रिजर्वेशन, बिल्कुल बिल्कुल बिल्कुल। वो OBC रिजर्वेशन सिर्फ मतलब एजुकेशन इंस्टीट्यूशन सी, अदरवाइज, ठीक है। चलो आ रहा सारा कुछ आ रहा अगे, ठीक है। ਹੁਣ एम्पलॉयमेंट की गल करिए ਆਪਾਂ, ਜਿਹੜੀ अपनी जॉब्स ਦੇ ਵਿੱਚ रिजर्वेशन है वो आर्टिकल 16 के अंडर आती है, ध्यान रखना इस चीज़ ਨੂੰ। ਜਿਹੜੀ आर्टिकल 15 ਦੇ ਵਿੱਚ ਸੀ ਉਹਦੇ ਵਿੱਚ जॉब्स नहीं ਆਉਂਦੀਆਂ ਹੈਗੀਆਂ, ਜਿਹੜੀ जॉब की रिजर्वेशन है वो आर्टिकल 16 ਦੇ ਵਿੱਚ ਆਊਗੀ, ठीक है। ਤਾਂ आर्टिकल 16 ਪਹਿਲਾਂ ਕਹਿ ਕੀ ਰਿਹਾਗਾ कि कोई डिस्क्रिमिनेशन नहीं होनी चाहिए बाय स्टेट इन्हां ग्राउंड्स से, ठीक है ना। रिलीजन, रेस, कास्ट, सैक्स, डिसेंट और प्लेस ऑफ बर्थ और रेजिडेंस। देखो ध्यान देने वाली चीज़ है, ਜਿਹੜਾ ਪਹਿਲਾਂ ਆਪਾਂ ਨੇ ਕੀਤਾ ਸੀ, ਦੇਖੋ ਇਹ ਆर्टिकल 16 ਦੀ ਗੱਲ ਕਰ ਰਹੇ ਹਾਂ ਨਾ ਆਪਾਂ, आर्टिकल 16 ਦੀ ਗੱਲ ਕਰ ਰਹੇ ਹਾਂ, ਤਾਂ ਇੱਥੇ ਜਿਹੜਾ ਰੈਜ਼ੀਡੈਂਸ ਦਾ ਪਲੇਸ ਹੈ ਉਹਦੇ ਅਗੇਂਸਟ ਵੀ ਆਪਾਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ, ਠੀਕ ਹੈ ਨਾ। ਬਟ ਜਿਹੜਾ ਇੱਥੇ ਸੀਗਾ, ਇੱਥੇ ਕੋਈ ਪਲੇਸ ਰੈਜ਼ੀਡੈਂਸ ਵਾਲਾ ਕੋਈ ਹੈ ਨਹੀਂ ਫੈਕਟਰ, ਠੀਕ ਹੈ ਨਾ। ਰੈਜ਼ੀਡੈਂਸ ਵਾਲਾ ਕੋਈ ਹੈ ਨਹੀਂ ਫੈਕਟਰ, ਠੀਕ ਹੈ। ਤਾਂ ਧਿਆਨ ਦੇਣ ਵਾਲੀ ਚੀਜ਼ ਹੈ, ਆर्टिकल 15 ਤੇ 16 ਦੇ ਵਿੱਚ ਇਹ ਡਿਫਰੈਂਸ ਹੈਗਾ ਕਿ आर्टिकल 16 ਦੇ ਵਿੱਚ ਤੁਸੀਂ ਰੈਜ਼ੀਡੈਂਸ ਨੂੰ ਵੀ ਫੈਕਟਰ ਨਹੀਂ ਬਣਾ ਸਕਦੇ ਡਿਸਕ੍ਰਿਮੀਨੇਸ਼ਨ। मतलब ਕੀ ਹੈ, अगर कोई PPSC ਦੇ ਵਿੱਚ ਹਰਿਆਣੇ ਵਾਲਾ ਬੰਦਾ ਵੀ ਕੋਈ ਅਪਲਾਈ ਕਰ ਰਿਹਾ, ਤਾਂ ਤੁਸੀਂ ਐਂ ਨਹੀਂ ਕਹਿ ਸਕਦੇ ਵੀ ਤੁਸੀਂ ਪੰਜਾਬ ਦਾ ਡੋਮਿਸਾਈਲ ਲੈ ਕੇ ਆਓ, ਠੀਕ ਹੈ ਨਾ। ਡੋਮਿਸਾਈਲ ਰਿਕੁਆਇਰਮੈਂਟ ਨਹੀਂ ਕਰ ਸਕਦਾ ਸਰਕਾਰ ਜਦੋਂ ਕਿ ਕੋਈ ਪਬਲਿਕ ਰਿਕਰੂਟਮੈਂਟ ਕਰਨੀ ਹੋਵੇ, ਠੀਕ ਹੈ ਨਾ। ਤਾਂ ਇੱਥੇ ਰੈਜ਼ੀਡੈਂਸ ਦਾ ਕੋਈ ਫੈਕਟਰ ਨਹੀਂ ਆਊਗਾ, ਠੀਕ ਹੈ। ਅੱਛਾ, ਇੱਥੇ ਵੀ ਐਕਸੈਪਸ਼ਨਸ ਹੈਗੀਆਂ ਨੇਗੀਆਂ, ਠੀਕ ਹੈ ਨਾ। ਆਪਾਂ ਗੱਲ ਕਰ ਰਹੇ ਹਾਂ ਆर्टिकल 16 ਦੀ, ਉਹਦੇ ਵਿੱਚ ਕੀ ਹੈ, ਐਮਪਲੋਇਮੈਂਟ ਹੈਗੀ ਕਿ ਐਮਪਲੋਇਮੈਂਟ ਦੇਣ ਵੇਲੇ ਸਰਕਾਰ ਡਿਸਕ੍ਰਿਮੀਨੇਟ ਨਹੀਂ ਕਰੇਗੀ, ਠੀਕ ਹੈ ਨਾ। ਇਹ आर्टिकल 16 ਕਹਿ ਰਿਹਾ। अगेन उस तो बाद एक्सैप्शनस आप पढ़ीए, ठीक है ना। एक्सैप्शनस किहड़ियां नेगियां, ठीक है ना। पार्लीमेंट है जी वो रेजिडेंस नूं फिर भी प्रिस्क्राइब कर सकती है। एक पासे आप कर रहे हैं कि रेजिडेंस नूं प्रिस्क्राइब नहीं कर सकते, कि डोमिसाइल नहीं मंग सकती कोई सरकार भी जो जॉब देनियां नेगियां। बट पार्लीमेंट कदे ना कदे ये चीज़ कर सकती है, स्टेट नहीं कर सकती अपने एंड पर, सिर्फ और सिर्फ पार्लीमेंट कर सकती है इस चीज़ नूं, ठीक है ना। एट प्रेजेंट सिर्फ आंध्रा प्रदेश के विच थोड़े जे प्रोविजनस है, होर किते नहीं है इदां दे प्रोविजनस, ठीक है। ईवन कि मेरे बहुत फ्रेंड्स ने आंध्रा प्रदेश के, ਤਾਂ ਉਹਨਾਂ ਨੂੰ ਬੜੀ ਅਜੀਬ ਲੱਗਦੀ ਹੈ ਇਹ ਚੀਜ਼ ਕਿ ਕੋਈ ਬਾਹਰਲੇ ਸਟੇਟ ਦਾ ਬੰਦਾ ਉਹਨਾਂ ਦੀ ਸਟੇਟ ਦੇ ਵਿੱਚ ਜਦੋਂ ਕੋਈ ਅਪਲਾਈ ਕਰੇ ਤਾਂ ਉਹਨਾਂ ਨੂੰ ਲੱਗਦਾ ਕਿ ਸਾਰੇ ਦੇਸ਼ ਦੇ ਵਿੱਚ ਇੱਦਾਂ ਹੈਗਾ, ਠੀਕ ਹੈ ਨਾ। ਕਿਉਂਕਿ ਆਂਧਰਾ ਪ੍ਰਦੇਸ਼ ਦੇ ਵਿੱਚ ਸਟਿਲ ਇਹੋ ਜਿਹੀ ਪ੍ਰੋਵੀਜ਼ਨਸ ਹੈਗੀਆਂ ਨੇਗੀਆਂ ਕਿ ਜਿਹੜਾ ਬਾਹਰਲੀ ਸਟੇਟ, ਹੋਰ ਸਟੇਟ ਵਾਲਾ ਬੰਦਾ, ਅਦਰ ਸਟੇਟ ਦਾ ਬੰਦਾ ਹੈ, ਤਾਂ ਉਹ ਈਜ਼ੀਲੀ ਅਪਲਾਈ ਨਹੀਂ ਕਰ ਸਕਦਾ ਆਂਧਰਾ ਪ੍ਰਦੇਸ਼ ਦੇ ਵਿੱਚ। ਤਾਂ ਉਹਨਾਂ ਨੂੰ ਲੱਗਦਾ ਕਿ ਸਾਰੇ ਦੇਸ਼ ਦੇ ਵਿੱਚ ਹੀ ਇੱਦਾਂ ਹੁੰਦਾ ਹੈ कि सारे सिर्फ अपनी स्टेट के ही जॉब अप्लाई कर सकते हैं, बट इदा नहीं है। अपने हुण देखो पंजाब हरियाणा के आप HPSC भी अप्लाई करते हैं, ठीक है, वो PPSC भी अप्लाई करते हैं हरियाणे वाले, तो ये चीज़ होंगी है, ठीक है। फोर नॉन रिप्रजेंटेड बैकवर्ड क्लासिस ज़्यादा इंपोर्टेंट नहीं है, ठीक है ना। चलो हुण ऑफिस रिलेटेड टू रिलीजियस इंस्टीट्यूशन, देखो आप एक्सैप्शन की गल कर रहे हैं कि जो कोई पब्लिक एम्पलॉयमेंट देनी है सरकार डिस्क्रिमिनेट नहीं कर सकती, आर्टिकल 16 ये कह रहा है। बट डिस्क्रिमिनेट के एक्सैप्शन ये चीज़ है ने, हुण मान लो अमरनाथ श्राइन बोर्ड है, ठीक है ना, या होर कोई धार्मिक संस्था हैगी जी, वो धार्मिक संस्था जिथे कि जी कोई जो प्रीस्ट है या कोई जो साधु है, पुजारी है, वो सरकार ने अपॉइंट करना है, मान लो, ठीक है ना। तो सरकार उत्थे ये चीज़ कह सकती है कि जो मान लो अमरनाथ श्राइन बोर्ड का कोई चेयरमैन बनाना है, वो बनाना है, तो सरकार कह सकती है कि वो हिंदू धर्म आप जरूर एक्सपैक्ट कर सकते हैं कि हाँ जी के लैवल अच्छा हो गया, बट अदर दैन दैट कोई ज़्यादा मतलब जोड़ा हैवी जोड़ा स्टैंडर्ड नहीं होएगा पेपर्स का, ठीक है ना। जी की जो जी के कंसर्न है जी, ठीक है। चलो हुण मंडल कमीशन की गल करिए आप, आर्टिकल 16 के ही गल है, आर्टिकल 16 के ही थोड़े प्रोविजनस होर ने, ठीक है ना। एक आर्टिकल 340 है, इंपोर्टेंट है जी काफ़ी, ठीक है ना। आर्टिकल 340 की कहता है कि प्रेजिडेंट नूं कोई बैकवर्ड क्लास कमीशन अपॉइंट करनी चाहिए है, ठीक है ना।
ਤਾਂ ਇਸੇ ਆਰਟੀਕਲ ਦੇ ਅੰਡਰ ਸਭ ਤੋਂ ਪਹਿਲਾਂ ਇੱਕ ਤਾਂ 1950s ਦੇ ਵਿੱਚ ਕਾਕਾ ਕਾਲੇਕਰ ਕਮਿਸ਼ਨ ਬਿਠਾਈ ਗਈ ਸੀ 1950 ਦੇ ਵਿੱਚ, 1950s ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਜਿਹੜੀ ਕਮਿਸ਼ਨ ਹੈ ਉਹ ਬਿਠਾਈ ਗਈ ਸੀ ਮੰਡਲ ਕਮਿਸ਼ਨ। ਕਿਹਨੇ ਬਿਠਾਈ ਸੀ? 1989 ਦੇ ਵਿੱਚ ਮੁਰਾਰਜੀ ਦੇਸਾਈ ਗਵਰਨਮੈਂਟ ਨੇ, ਠੀਕ ਹੈ ਨਾ। ਦੇਖੋ 1975 ਦੇ ਵਿੱਚ ਐਮਰਜੈਂਸੀ ਲੱਗੀ ਸੀਗੀ, ਉਸ ਤੋਂ ਬਾਅਦ ਜਦੋਂ ਇਲੈਕਸ਼ਨ ਹੋਏ 77 ਦੇ ਵਿੱਚ ਤਾਂ ਜਿਹੜੀ JP ਸਰਕਾਰ ਆ ਗਈ ਸੀਗੀ, ਠੀਕ ਹੈ ਨਾ। ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣੇ ਸੀਗੇ, ਠੀਕ ਹੈ ਨਾ। ਤਾਂ ਜਦੋਂ ਸਰਕਾਰ ਬਦਲੀ ਤਾਂ ਉਹਨਾਂ ਨੇ ਮੰਡਲ ਕਮਿਸ਼ਨ ਅਪੁਆਇੰਟ ਕਰਤੀ, ਠੀਕ ਹੈ ਨਾ। ਕਾਹਦੇ ਵਾਸਤੇ ਅਪੁਆਇੰਟ ਕੀਤੀ ਕਿ ਜਿਹੜੇ ਬੈਕਵਰਡ ਕਲਾਸਿਸ ਨੇ ਤੁਸੀਂ ਉਹਨਾਂ ਦਾ ਥੋੜ੍ਹਾ ਬਿਊਰਾ ਤਾਂ ਕਰੋ, ਸਰਵੇ ਤਾਂ ਕਰੋ ਕਿੰਨੇ ਆਪਣੇ ਬੈਕਵਰਡ ਕਲਾਸਿਸ ਹੈਗੀਆਂ ਨੇ, ਕੀ ਉਹਨਾਂ ਦਾ ਜਿਹੜਾ ਡਿਵੈਲਪਮੈਂਟ ਫੈਕਟਰ ਕਿੰਨਾ ਕੁ ਹੈਗਾ, ਕੀ ਉਹਨਾਂ ਨੂੰ ਸਪੋਰਟ ਦੀ ਲੋੜ ਹੈਗੀ ਹੈ ਨਹੀਂ ਹੈਗੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਦੇਖਣ ਲਈ ਮੰਡਲ ਕਮਿਸ਼ਨ ਅਪੁਆਇੰਟ ਕੀਤੀ ਗਈ, ਠੀਕ ਹੈ। ਠੀਕ ਹੈ, ਅੱਛਾ ਅਪੁਆਇੰਟ ਤਾਂ ਕਰਤੀ, ਠੀਕ ਹੈ ਨਾ। ਰਿਕਮੈਂਡੇਸ਼ਨ ਵੀ ਦੇ ਦਿੱਤੀ ਕਿ 27% ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ OBCs ਦੀ, ਠੀਕ ਹੈ ਨਾ। ਦੇਖੋ ਇਹ ਗੱਲ ਹੋ ਰਹੀ ਹੈ 1980 ਦੀ, ਠੀਕ ਹੈ। ਬਟ ਹਲੇ ਇਸ ਗਵਰਨਮੈਂਟ ਨੇ ਇੰਪਲੀਮੈਂਟ ਨਹੀਂ ਕੀਤੀ ਚੀਜ਼। ਕਮੇਟੀ ਤਾਂ ਇਹਨਾਂ ਨੇ ਬਿਠਾਤੀ, ਕਮਿਸ਼ਨ ਤਾਂ ਬਿਠਾਤੀ, ਬਟ ਇੰਪਲੀਮੈਂਟ ਕਦੋਂ ਹੋਇਆ? ਇਹ 1990 ਦੇ ਵਿੱਚ VP ਸਿੰਘ ਗਵਰਨਮੈਂਟ ਨੇ ਇੰਪਲੀਮੈਂਟ ਕੀਤੀ ਇਹ ਚੀਜ਼, 27% ਰਿਜ਼ਰਵੇਸ਼ਨ, ਠੀਕ ਹੈ ਨਾ। VP ਸਿੰਘ, ਵਿਸ਼ਵਨਾਥ ਪ੍ਰਤਾਪ ਸਿੰਘ, ਠੀਕ ਹੈ ਨਾ, ਇਹਨਾਂ ਨੇ ਇੰਪਲੀਮੈਂਟ ਕੀਤੀ 1990 ਦੇ ਵਿੱਚ। ਉਸ ਤੋਂ ਬਾਅਦ 'ਚੋਂ ਨਰਸਿਮਹਾ ਰਾਓ ਗਵਰਨਮੈਂਟ ਨੇ ਵੀ ਕੁਝ ਚੇਂਜਿਸ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਠੀਕ ਹੈ। ਉਸ ਤੋਂ ਬਾਅਦ 'ਚੋਂ ਆਹ ਇੰਪੋਰਟੈਂਟ ਕੇਸ ਹੈ ਜੀ 1992 ਦਾ ਮੰਡਲ ਕੇਸ, ਜਾਂ ਫਿਰ ਆਪਾਂ ਇਹਨੂੰ ਇੰਦਰਾ ਸਾਨੀ ਕੇਸ ਵੀ ਕਹਿੰਦੇ, ਤੁਹਾਨੂੰ ਪਤਾ ਹੋਏਗਾ, ਠੀਕ ਹੈ। ਬਫਰ ਮੇਰੇ ਐਂਡ ਤੋਂ ਸ਼ਾਇਦ ਨਹੀਂ ਹੋ, ਚਲੋ ਕੋਈ ਗੱਲ ਨਹੀਂ। ਮੰਡਲ ਕੇਸ ਹੈਗਾ, ਇੰਦਰਾ ਸਾਨੀ ਕੇਸ ਵੀ ਆਪਾਂ ਕਹਿੰਦੇ ਹਾਂ ਇਹਨਾਂ ਨੂੰ, ਇੰਦਰਾ ਸਾਨੀ ਕੇਸ, ਠੀਕ ਹੈ, 1992 ਦਾ। ਇਸ ਦੇ ਵਿੱਚ OBC ਦੀ ਜਿਹੜੀ ਰਿਜ਼ਰਵੇਸ਼ਨ ਹੈ ਇਹਨੂੰ ਅਪਹੈਲਡ ਕੀਤਾ ਗਿਆ ਕਿ ਹਾਂ OBC ਦੀ ਰਿਜ਼ਰਵੇਸ਼ਨ ਠੀਕ ਹੈ, ਹੋਣੀ ਚਾਹੀਦੀ ਹੈਗੀ, ਠੀਕ। ਚਲੋ ਅੱਛਾ, ਇਸ ਤੋਂ ਬਾਅਦ ਹੋਰ ਵੀ ਅਪਡੇਟਸ ਆਏ ਨੇਗੇ। ਇੱਕ ਸਾਡਾ ਨਾਗਰਾਜਨ ਕੇਸ ਹੈਗਾ 2006 ਦਾ, ਠੀਕ ਹੈ। ਇੱਕ ਸਾਡਾ ਫਿਰ ਜਰਨੈਲ ਸਿੰਘ ਕੇਸ ਹੈ 2018 ਦਾ, ਉਹ ਵੀ ਆਪਾਂ ਅਪਡੇਟ ਕਰਾਂਗੇ, ਠੀਕ ਹੈ ਨਾ। ਉਹਦੇ ਵਿੱਚ ਵੀ ਉਹ ਵੀ ਥੋੜ੍ਹਾ OBC ਦੀ ਰਿਜ਼ਰਵੇਸ਼ਨ ਜਾਂ SC ST ਦੀ ਰਿਜ਼ਰਵੇਸ਼ਨ ਦੇ ਨਾਲ ਹੀ ਰਿਲੇਟਡ ਹੈਗਾ, ਠੀਕ ਹੈ ਨਾ। ਉਹ ਆਪਾਂ ਰਿਜ਼ਰਵੇਸ਼ਨ ਟੋਪਿਕ ਸੈਪਰੇਟ ਤੋਂ ਕਰ ਲਾਂਗੇ, ਠੀਕ ਹੈ। ਬਟ ਇਹ ਚੀਜ਼ ਜ਼ਿਆਦਾ ਇੰਪੋਰਟੈਂਟ ਤੁਹਾਡੇ ਲਈ ਕਿ 1992 ਦਾ ਇੰਦਰਾ ਸਾਨੀ ਕੇਸ ਸੀਗਾ, ਠੀਕ ਹੈ। ਚਲੋ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਠੀਕ ਹੈ। ਆਰਟੀਕਲ 17, ਚਲੋ ਆਰਟੀਕਲ 17 ਕਰਨੇ ਆਪਾਂ ਇਕੱਲਾ ਫਿਲਹਾਲ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ, ਠੀਕ ਹੈ। ਦੇਖੋ ਫੰਡਾਮੈਂਟਲ ਰਾਈਟਸ ਦਾ ਚੈਪਟਰ ਕਾਫੀ ਬੜਾ ਹੈਗਾ, ਈਵਨ ਕਿ ਮੈਂ ਕਹੂੰਗਾ ਸਾਰੀ ਪੋਲਿਟੀ ਦੇ ਚੈਪਟਰਸ ਨਾਲੋਂ ਫੰਡਾਮੈਂਟਲ ਰਾਈਟਸ ਦਾ ਚੈਪਟਰ ਸਭ ਤੋਂ ਬੜਾ ਹੈਗਾ ਔਰ ਸਭ ਤੋਂ ਇੰਪੋਰਟੈਂਟ ਹੈਗਾ, ਠੀਕ ਹੈ ਨਾ। ਕਿਉਂਕਿ ਦੇਖੋ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਕਿ ਫੰਡਾਮੈਂਟਲ ਰਾਈਟਸ ਫੰਡਾਮੈਂਟਲ ਨੇਗੇ, ਬੇਸਿਕ ਨੇਗੇ, ਬਹੁਤ ਹੀ ਮੂਲ ਜਿਹੜੇ ਅਧਿਕਾਰ ਨੇ ਆਪਣੇ, ਹੈ ਨਾ, ਤਾਂ ਉਹ ਜ਼ਰੂਰੀ ਨੇ। ਇਸੇ ਕਰਕੇ ਇਹ ਜਿਹੜਾ ਟੋਪਿਕ ਹੈ ਫਰੋਮ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਵੀ ਇੰਪੋਰਟੈਂਟ ਬਣ ਜਾਂਦਾ ਹੈ, ਠੀਕ ਹੈ ਨਾ। ਤਾਂ ਇਹ ਥੋੜ੍ਹਾ ਟਾਈਮ ਲੱਗੇਗਾ, ਈਵਨ ਕਿ 3-4 ਲੈਕਚਰਸ ਦੇ ਵਿੱਚ ਇਹ ਸਾਰਾ ਚੈਪਟਰ ਕੰਪਲੀਟ ਹੋਏਗਾ, ਠੀਕ ਹੈ ਨਾ। ਤਾਂ ਬੜੇ ਈਜ਼ੀਲੀ ਕਰਾਂਗੇ, ਬੜੇ ਆਰਾਮ ਨਾਲ ਕਰਾਂਗੇ। ਦੇਖੋ ਕੋਈ ਵੀ ਆਪਣੇ ਕੋਲ ਐਗਜ਼ਾਮ ਡੇਟ ਹਾਲੇ ਨੀਅਰ ਬਾਈ ਨਹੀਂ ਹੈਗੀ, ਤਾਂ ਆਪਣੇ ਕੋਲ ਇੱਕ ਬਲੈਸਿੰਗ ਇਨ ਡਿਸਗਾਈਜ਼ ਹੈਗੀ ਕਿ ਆਪਾਂ ਚੀਜ਼ਾਂ ਨੂੰ ਬੜੇ ਪਿਆਰ ਨਾਲ ਫਰੋਮ ਸਕਰੈਚ ਆਪਾਂ ਦੁਬਾਰਾ ਤੋਂ ਰੀਲਰਨ ਕਰ ਸਕਦੇ ਹਾਂ, ਠੀਕ ਹੈ ਨਾ। ਆਪਣੇ ਕੋਲ ਇੱਕ ਅਪਰਚੁਨਿਟੀ ਆਈ ਹੈ ਤਾਂ ਉਹਨੂੰ ਯੂਟੀਲਾਈਜ਼ ਕਰਨਾ ਚਾਹੀਦਾ। ਇਸੇ ਕਰਕੇ ਮੈਂ ਸਾਰਾ ਚੀਜ਼ਾਂ ਡਿਟੇਲ ਦੇ ਵਿੱਚ ਕਰਵਾਉਣ ਦੀ ਕੋਸ਼ਿਸ਼ ਕਰਾਂਗਾ, ਜਿਹੜੇ ਇੰਪੋਰਟੈਂਟ ਨੇਗੀਆਂ। ਜਿਹੜੇ ਹੋਰ ਚੈਪਟਰਸ ਨੇ ਉਹ ਆਪਾਂ ਡਿਟੇਲ ਦੇ ਵਿੱਚ ਨਾ ਕਰੀਏ ਤਾਂ ਚੱਲ ਜਾਏਗਾ, ਬਟ ਜਿਹੜੇ ਇੰਪੋਰਟੈਂਟ ਚੈਪਟਰਸ ਨੇ ਫੰਡਾਮੈਂਟਲ ਰਾਈਟਸ ਵਰਗੇ, ਇਹ ਡਿਟੇਲ ਦੇ ਵਿੱਚ ਕਰਨੇ ਚਾਹੀਦੇ ਨੇ, ਠੀਕ ਹੈ ਨਾ, ਆਪਣੀ ਅੰਡਰਸਟੈਂਡਿੰਗ ਵਾਸਤੇ ਵੀ ਅਤੇ ਐਗਜ਼ਾਮੀਨੇਸ਼ਨ ਵਾਸਤੇ ਵੀ। ਬਿਲਕੁਲ ਲਾਈਕ ਐਂਡ ਸ਼ੇਅਰ ਕਰ ਦਿਓ ਜੀ, ਠੀਕ ਹੈ ਜੀ। ਚਲੋ ਰਾਈਟਸ ਅਵੇਲੇਬਲ ਅਗੇਂਸਟ ਪ੍ਰਾਈਵੇਟ, ਹੁਣ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਸੀਗੇ ਕਿ ਜਿਹੜੇ ਫੰਡਾਮੈਂਟਲ ਰਾਈਟਸ ਨੇ, ਕੁਛ ਰਾਈਟਸ ਇੱਦਾਂ ਦੇ ਨੇ ਜਿਹੜੇ ਸਿਰਫ ਸਟੇਟ ਦੇ ਅਗੇਂਸਟ ਅਵੇਲੇਬਲ ਨਹੀਂ, ਕੁਛ ਨੇ ਜਿਹੜੇ ਪ੍ਰਾਈਵੇਟ ਲੋਕਾਂ ਦੇ ਅਗੇਂਸਟ ਵੀ ਆਪਣੇ ਕੋਲ ਅਵੇਲੇਬਲ ਨੇ, ਠੀਕ ਹੈ ਨਾ। ਉਹਨਾਂ 'ਚੋਂ ਇੱਕ ਆਪਾਂ ਨੇ ਪਹਿਲਾਂ ਵੀ ਪੜ੍ਹਿਆ ਸੀ ਕਿ ਅਨਟੱਚੇਬਿਲਿਟੀ ਹੈ, ਉਹੀ ਚੀਜ਼ ਗੱਲ ਇੱਥੇ ਹੋ ਰਹੀ ਹੈ ਕਿ ਅਵੇਲੇਬਲ ਅਗੇਂਸਟ ਪ੍ਰਾਈਵੇਟ ਇੰਡੀਵਿਜੂਅਲਸ, ਠੀਕ ਹੈ। ਤੁਹਾਨੂੰ ਮੈਂ ਇਹ ਵੀ ਦੱਸਿਆ ਸੀ ਕਿ ਕੁਛ ਜਿਹੜੇ ਰਾਈਟਸ ਨੇਗੀਆਂ ਉਹ ਆਪਣੇ ਆਪ ਇਨਫੋਰਸੇਬਲ ਨੇਗੀਆਂ, ਕੁਛ ਨੇ ਜਿਹੜੀਆਂ ਜਿਨ੍ਹਾਂ ਵਾਸਤੇ ਅਲੱਗ ਤੋਂ ਕਾਨੂੰਨ ਬਣਾਉਣਾ ਪੈਂਦਾ, ਠੀਕ ਹੈ ਨਾ। ਉਸੇ ਤਰ੍ਹਾਂ ਇਹਦੇ ਵਾਸਤੇ ਵੀ ਕਾਨੂੰਨ ਬਣਾਇਆ ਗਿਆ ਅਨਟੱਚੇਬਿਲਿਟੀ ਵਾਸਤੇ, ਆਰਟੀਕਲ 17 ਨੂੰ ਇਨਫੋਰਸ ਕਰਨ ਵਾਸਤੇ ਇੱਕ ਕਾਨੂੰਨ ਬਣਾਇਆ ਗਿਆ ਸਪੈਸ਼ਲ ਤੋਂ, ਉਹਦਾ ਨਾਮ ਸੀ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਐਕਟ 1955, ਠੀਕ ਹੈ ਨਾ। ਇਸ ਵਿੱਚ ਇਹੀ ਹੈ ਕਿ ਮਤਲਬ ਅਨਟੱਚੇਬਿਲਿਟੀ ਨੂੰ ਹਟਾਇਆ ਜਾਵੇ ਜਾਂ ਇਹ ਕੁਛ ਸਾਰਾ ਕੁਛ, ਠੀਕ ਹੈ ਨਾ। ਹਾਂ, ਅਨਟੱਚੇਬਿਲਿਟੀ ਨੂੰ ਕੋਈ ਡਿਫਾਈਨ ਨਹੀਂ ਕੀਤਾ ਗਿਆ ਇਸ ਲਾਅ ਦੇ ਵਿੱਚ, ਠੀਕ ਹੈ ਨਾ, ਠੀਕ ਹੈ ਨਾ। ਉਸ ਤੋਂ ਇਲਾਵਾ ਅਗਰ ਕੋਈ ਇਨਸਾਨ, ਕੋਈ ਸਿਟੀਜ਼ਨ ਅਗਰ ਕਨਵਿਕਟ ਹੁੰਦਾ, ਕਨਵਿਕਟ ਦਾ ਮਤਲਬ ਕੀ ਹੈ, ਕਿਸੇ ਦੇ ਇਲਜ਼ਾਮ ਜਿਹੜੇ ਨੇ ਉਹ ਸਾਬਿਤ ਹੋ ਜਾਂਦੇ ਨੇ ਕਿ ਉਸ ਨੇ ਬੰਦੇ ਨੇ ਅਨਟੱਚੇਬਿਲਿਟੀ ਦਾ ਓਫੈਂਸ ਕੀਤਾ ਹੈਗਾ, ਇਹ ਕ੍ਰਾਈਮ ਕੀਤਾ, ਕਿਸੇ ਨਾਲ ਅਨਟੱਚੇਬਿਲਿਟੀ ਕੀਤੀ ਹੈ। ਅਗਰ ਇਹ ਸਾਬਿਤ ਹੋ ਜਾਂਦਾ ਹੈ ਤਾਂ ਉਹ ਬੰਦਾ MP ਜਾਂ MLA ਬਣਨ ਦੇ ਐਲੀਜੀਬਲ ਨਹੀਂ ਰਹਿ ਜਾਂਦਾ, ਠੀਕ ਹੈ ਨਾ। ਇਹ ਉਹਦੀ ਇੱਕ ਡਿਸਕੁਆਲੀਫਿਕੇਸ਼ਨ ਹੈਗੀ ਹੈ, ਠੀਕ ਹੈ ਨਾ। ਕਨਵਿਕਟਡ, ਦੇਖੋ ਕਨਵਿਕਟਡ ਅਤੇ ਐਕਿਊਜ਼ਡ ਦੇ ਵਿੱਚ ਡਿਫਰੈਂਸ ਹੈ। ਇੱਕ ਹੁੰਦਾ ਐਕਿਊਜ਼ਡ ਜਿਸ 'ਤੇ ਇਲਜ਼ਾਮ ਲਗਾਇਆ ਗਿਆ, ਕਨਵਿਕਟਡ ਹੁੰਦਾ ਹੈ ਜਿਹਦੇ 'ਤੇ ਇਲਜ਼ਾਮ ਸਾਬਿਤ ਹੋ ਗਿਆ, ਠੀਕ ਹੈ ਨਾ।
ਤਾਂ ਜਿਹੜੇ ਜਿਸ 'ਤੇ ਸਾबित ਹੋ ਗਿਆ ਉਹ ਫਿਰ MP MLA ਵਾਸਤੇ ਐਲੀਜੀਬਲ ਨਹੀਂ ਰਹਿ ਜਾਂਦਾ, ਠੀਕ ਹੈ ਨਾ। ਦੇਖੋ ਜੀ, ਇਹ ਸੀ ਆਪਣੇ कुछ राइट्स, फंडामेंटल राइट्स, ठीक है। चैप्टर काफ़ी बड़ा है, टाइम लगेगा, इंपॉर्टेंट चैप्टर है, तो थोड़े सारे ने नाल बने रहना है, ठीक है ना। तो थोड़ा जिहा रिवीजन भी करते रहना, वीडियोज़ नूं दोबारा देखो, ठीक है ना, कोई इशू नहीं है क्योंकि इंपॉर्टेंट है, काफ़ी इंपॉर्टेंट है, ठीक है ना। बाकी ਤੁਹਾਨੂੰ मैं ਪਹਿਲਾਂ ਵੀ ਦੱਸੀ ਸੀ ਸਟਾਰਟਿੰਗ ਦੇ ਵਿੱਚ ਕਿ ਆਪਣਾ ਨਵੇਂ ਕੋਰਸ ਆ ਰਹੇ ਨੇ ਹੁਣ, ਨਾਇਬ ਤਹਿਸੀਲਦਾਰ, ਐਕਸਾਈਜ਼ ਇੰਸਪੈਕਟਰ, ਪਟਵਾਰੀ, ਸਾਰੇ ਐਗਜ਼ਾਮਸ ਨੂੰ ਫੋਕਸ ਕਰਨ ਵਾਸਤੇ ਇੱਕ ਡੈਡੀਕੇਟਡ ਕੋਰਸ ਬਣਾਇਆ ਜਾ ਰਿਹਾ, ਤਿਆਰ ਕਰ ਰਿਹਾ। ਮੈਂ ਪਰਸਨਲੀ ਉਸ ਚੀਜ਼ ਨੂੰ ਮੋਨੀਟਰ ਕਰ ਰਿਹਾ, ठीक है ना। हर चीज़ आप बड़े डिटेल ਦੇ ਵਿੱਚ ਕਰਾਂਗੇ, बड़े प्यार ਨਾਲ ਕਰਾਂਗੇ, और सिर्फ एग्जामिनेशन पॉइंट ऑफ व्यू ना करांगे, ठीक है ना। कोई फालतू चीज़ां नहीं पढ़ांगे, ठीक है ना। नॉलेज वैसे दुनिया भर की यूट्यूब पर बहुत पई है, बट अपना जोड़ा फोकस होना चाहिए सिर्फ पंजाब के पेपर क्लीयर करने होना चाहिए, तो उस चीज़ को फोकस करते हुए आप जो सारा सिलेबस डिज़ाइन करांगे, ठीक है ना। थोनू कुछ दिनों के ही ज़्यादा डिटेल्स मिल जाएगी, ठीक है ना। बाकी जिन्ना टाइम थोड़े को फ्री कोर्सेज अवेलेबल है ने, तुसीं उहदा पूरी तरह यूटिलाइज़ करो उस चीज़ को, ठीक है जी। चलो, कुछ डाउट है तो प्लीज़ दसो। लैक्चर की PDF कोई ज़्यादा इंपोर्टेंट नहीं हैगी, ठीक है ना। बाकी थोड़ा PPD मिल जाया करनगियां, ठीक है ना। जो आप कोर्स ज़्यादा आप फुल फ्लैज कोर्स करांगे तो थोड़ा PDF भी मिल जाएगी, PPDs भी मिल जाएगियां, MCQs भी मिलेंगे, थोड़ा सारा कुछ अवेलेबल मिलेगा, ठीक है ना। हाँ हाँ जी, हाँ जी, हाँ जी, बिल्कुल। कुछ डाउट है तो लैक्चर के प्लीज़ कमेंट कर दो, आप क्लीयर कर लें, ठीक है। फिर आप वाइंड अप करिए। एनी डाउट्स? एनी डाउट्स प्लीज़ कमेंट। ठीक है जी, ठीक है, ठीक है, चलो ठीक है जी, फिर मिलते हैं, आप कल मिलेंगे। अपना क्लास टाइमिंग्स 11 बजे ही रहेगी जी ऑलमोस्ट, ठीक है। हाँ जी, हाँ जी, बिल्कुल बिल्कुल बिल्कुल, ठीक है। बस थोड़ी सिर्फ एक जिम्मेदारी हैगी, तुसी टाइम से क्लास से आया करो, पार्टिसिपेट कराया करो, डाउट्स पूछा करो, ठीक है ना। थोड़ा जिहा मैनूं इदां लगदा कि हाँ बच्चे पढ़ रहे हैं, तो मेरा मन करता होर पढ़ाउण दा, ठीक है ना। अगर तुसी पार्टिसिपेट नहीं करोगे फिर मैनूं लगदा कि मैं अपने आप ही गल्लां कर रहा, हाँ थोड़ा दिक्कत आ जाती है। बस थोड़ी यही जिम्मेदारी, तुसी डेली क्लास अटेंड करनी है, ठीक है। चलो, डाउट्स पूछा करो। चलो ठीक है जी, थैंक यू, सत श्री अकाल सारिआं नूं, ध्यान रखो।